ਸਵਾਗਤ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਹੈ ਪ੍ਰਾਈਮ ਫੋਕਸ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਅੱਜ ਇੱਕ ਵਾਰ ਫਿਰ ਤੋਂ ਆਪ ਜੀ ਦੇ ਨਾਲ ਜਿਹੜੀਆਂ ਵੀ ਹੁਣ ਤੱਕ ਦੀਆਂ 24 ਘੰਟੇ 'ਚ ਵਾਪਰੀਆਂ ਘਟਨਾਵਾਂ ਨੇ, ਖਬਰਾਂ ਨੇ, ਉਹਨਾਂ ਦੀ ਗੱਲਬਾਤ ਕਰਾਂਗੇ। ਇੱਕ ਤਾਂ ਇਹ ਕਿਹਾ ਜਾ ਰਿਹਾ ਜੀ ਕਿ ਵੀ ਹੁਣ ਬਹੁਤ ਛੇਤੀ ਹੋਰ ਨੁਮਾਇੰਦੇ ਜਿਹੜੇ ਨੇ ਜੀ ਉਹ ਪੰਜਾਬ ਨੂੰ ਕੇਂਦਰ ਦੇ ਵਿੱਚ ਰਿਪਰੈਜ਼ੈਂਟ ਕਰਦੇ ਨਜ਼ਰ ਆਉਣਗੇ। ਉਹਨਾਂ ਦੇ ਨਾਵਾਂ ਦੀ ਵੀ ਗੱਲ ਚੱਲੀ ਆ। ਫਿਰ ਇਹ ਵੀ ਰੌਲਾ ਰੱਪਾ ਹੈ ਕਿ ਜ਼ਿਮਨੀ ਚੋਣਾਂ ਦੇ ਲਈ ਅਖਾੜਾ ਮੰਗ ਸਕਦਾ, ਪੱਕ ਸਕਦਾ, ਪਰ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਪੇਚ ਫਸ ਸਕਦੇ ਆ। ਫਿਰ ਕੁਛ ਕਹਿੰਦੇ ਕਿ ਹੋਰ ਸੇਵਾਵਾਂ ਪੰਜਾਬ ਸਰਕਾਰ ਵੱਲੋਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੇ ਸੇਵਾ ਕੇਂਦਰ ਨੇ ਉਹਨਾਂ ਤੱਕ ਪਹੁੰਚਾ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਰੇੜਕੇ ਹੋ ਰਿਹਾ। ਅਤੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਵੀ ਇਸ ਵਕਤ ਰਫਲਾਂ ਦੀ ਛਾਂ ਜਿਹੜੀ ਹੁੰਦੀ ਆਮ ਤੌਰ 'ਤੇ VIPs ਜਾਂ VVIPs ਨੂੰ, ਉਹਦੇ 'ਚ ਕਟੌਤੀ ਕੀਤੀ ਅਤੇ ਉਸ ਤੋਂ ਬਾਅਦ ਰੌਲਾ ਪੈ ਗਿਆ। ਗੱਲਾਂ ਕਰਾਂਗੇ। ਫਿਲਹਾਲ ਪਰਮਵੀਰ ਬਾਠ ਨੂੰ ਮਿਲਦੇ। ਬਾਠ ਸਾਹਿਬ ਕੀ ਹਾਲ ਜੀ? ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ। ਸਿਹਤਾਂ ਕਿੱਦਾਂ? ਸਿਹਤਾਂ ਠੀਕ ਨੇ। ਅੱਜ ਮੈਂ ਕੱਪ ਚਾਹ ਲੈ ਕੇ ਆਇਆ। ਕਈ ਵਾਰੀ ਇਤਰਾਜ਼ ਹੁੰਦਾ ਪਰਿਵਾਰ ਦੇ ਮੈਂਬਰਾਂ, ਯਾਰ ਕੱਪ ਦਿਖਾਉਣ ਨੂੰ ਰੱਖਿਆ, ਅੱਜ ਮੈਂ ਘੁੱਟ ਭਰੀ ਜਾਣਾ। ਨਹੀਂ ਇਹ ਅੱਛਾ ਕੀਤਾ ਤੁਸੀਂ। ਦੇਖੋ ਕੋਈ ਤਾਂ ਮਤਲਬ ਚੰਗੀ ਚੀਜ਼ ਪੀਓ ਤੁਸੀਂ। ਜਿੱਦਾਂ ਹੁਣ ਮੈਂ ਤਾਂ ਹੁਣ ਇਹ ਦੁੱਧ ਦਾ ਭਰਿਆ ਅਤੇ ਮੈਨੂੰ ਇਹ ਵੀ ਇਹ ਡੁੱਲੇ ਨਾ ਇਹ ਵਾਰ ਨਜ਼ਰ ਮੈਨੂੰ ਹੀ ਆਉਂਦਾ ਦੁੱਧ। ਤੁਸੀਂ ਆਮ ਬੰਦਾ ਵੇਖੋ ਉਹਨੂੰ ਖਾਲੀ ਦਿਸਣਾ ਹੈ। ਤੁਸੀਂ ਅੱਜ ਆਪੇ ਉੜਿੱਕੇ ਆ ਗਏ ਕਿਉਂ ਜੀ? ਕਿ ਆਪ ਦੁੱਧ ਪੀਂਦੇ ਨੇ, ਉਹਨੂੰ ਚਾਹ ਪਿਆਉਂਦੇ ਆ। ਨਹੀਂ ਇਹ ਦੇਖੋ ਨਾ, ਇਹ ਤੁਸੀਂ ਪੀ ਸਕਦੇ, ਤੁਸੀਂ ਪੀ ਨਹੀਂ ਸਕਦੇ ਇਹਦੇ 'ਚ। ਇਹੀ ਇੱਕ ਖਾਸੀਅਤ ਹੈ ਕਿ ਵੀ ਇਹ ਨਜ਼ਰ ਵੀ ਮੈਨੂੰ ਆਉਂਦਾ ਉਹਦਾ, ਭਾਵੇਂ ਤੁਸੀਂ ਇਹਨੂੰ ਐਂ ਕਰ ਲਓ। ਜ਼ਿਆਦਾ ਸੰਘਣਾ ਇਹ ਡੀਕ ਲਾ ਕੇ ਆਏ ਤੁਸੀਂ ਪਹਿਲਾਂ। ਨਹੀਂ ਇਹ ਅਜੇ ਵੀ ਹੈਗਾ ਇਹਦੇ ਵਿੱਚ। ਅਤੇ ਮੈਂ ਅੱਜ ਇੱਦਾਂ ਨਹੀਂ ਕਰ ਸਕਦਾ ਕਿਉਂਕਿ ਇਹ ਚਾਹ ਵੀ ਆ ਅਤੇ ਕਾਲੀ ਆ, ਬਿਨਾਂ ਦੁੱਧ ਤੋਂ। ਅੱਜ ਆਹਾ ਹੁਣ ਬੰਦਾ ਫੜਿਆ ਗਿਆ ਕੈਨੇਡਾ ਵਾਲਾ। ਨਹੀਂ ਜਦ ਕਾਲੀ ਚਾਹ ਸਰਦਾਰ ਸਾਹਿਬ ਪੀਂਦੇ ਨੇ। ਅਗਲਿਆਂ ਨੇ ਮਿਣ ਕੇ ਦੁੱਧ ਦਿੱਤਾ 2 ਕੱਪ ਚਾਹ ਲਈ, ਤੇ ਜਦ ਤੁਸੀਂ ਉਹਦੇ ਵਿੱਚ ਮਿੱਠਾ ਪਾ ਕੇ ਤਾਂ ਡੀਕ ਲਾ ਕੇ ਪੀ ਲਿਆ, ਤਾਂ ਮੈਂ ਚਾਹ ਕਾਲੀ ਪੀਊਂਗਾ। ਮਿੱਠਾ ਤੇ ਉਹਨੇ ਗਿਆ ਨਾ, ਮਿੱਠਾ ਤਾਂ ਬਹਾਨੇ ਨਾ ਦੁੱਧ ਹੀ ਵੱਧ ਪੀ ਲਿਆ ਕਹਿੰਦਾ। ਚਲੋ ਗੱਲ ਇਹ WhatsApp 'ਤੇ ਹੀ ਹੈ। ਇਸ ਵਕਤ ਪੰਜਾਬ ਦੀ ਆਪਾਂ ਗੱਲ ਕਰੀਏ ਤੇ ਕੱਲ੍ਹ ਗੱਲ ਕਰਦਿਆਂ ਜਦੋਂ ਆਪਾਂ ਜ਼ਿਕਰ ਕਰਦੇ ਸੀ ਨਾ ਕਿ ਵੀ MSP ਵਾਲਾ ਕੰਮ ਤੁਰ ਪਿਆ, ਜਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ 20 ਲੱਖ ਤੋਂ ਵੱਧ ਏਕੜ ਜਿਹੜਾ ਜੀ ਉਹ ਸਿੱਧੀ ਬਿਜਾਈ ਹੇਠ ਆ ਗਿਆ। ਫਿਰ ਚਰਚਾ ਇਹ ਵੀ ਚੱਲਦੀ ਸੀ ਵੀ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਸ਼ਾਇਦ ਆਉਣ ਵਾਲੇ ਦਿਨਾਂ ਦੇ ਵਿੱਚ ਅਗਲੇ ਸੀਜ਼ਨ ਤੋਂ ਕਹਿ ਲਓ ਜਾਂ ਅਗਲੇ ਸਾਲ ਤੋਂ ਕਹਿ ਲਓ, ਜਿਹੜੀਆਂ ਰਹਿੰਦੀਆਂ ਫਸਲਾਂ ਨੇ ਜਿਨ੍ਹਾਂ ਦੇ ਉੱਪਰ ਕੇਂਦਰ ਸਰਕਾਰ ਤਾਂ MSP ਤੈਅ ਕਰਦਾ ਪਰ MSP ਮਿਲਦੀ ਨਹੀਂ, ਉਹ MSP ਵੀ ਮਿਲਿਆ ਕਰੂਗੀ। ਹੁਣ ਮੈਨੂੰ ਇਹ ਲੱਗਦਾ ਵੀ ਜੇ MSP ਮਿਲਣ ਲੱਗ ਪਈ ਅਤੇ ਫਿਰ ਜਿਹੜਾ ਹੁਣ ਤੋਂ ਇੱਕ ਫਸਲੀ ਚੱਕਰ ਨੂੰ ਤੋੜਨ ਦੀ ਚਰਚਾ ਚੱਲਦੀ ਹੈ ਵੀ ਯਾਰ ਕਣਕ ਝੋਨਾ ਕਣਕ ਝੋਨੇ 'ਚੋਂ ਬਾਹਰ ਆ ਜਾਓ, ਅਤੇ ਉਹਦੇ ਨਾਲ ਮਦਦ ਤਾਂ ਮਿਲੂਗੀ ਕਿ ਨਹੀਂ ਮਿਲਦੀ? ਦੇਖੋ ਫਰਕ ਤਾਂ ਪਊਗਾ ਸੰਧਾਲੀਆ ਸਾਹਿਬ। 2 ਚੀਜ਼ਾਂ ਹੁੰਦੀਆਂ। ਇੱਕ ਆ ਕਿ ਬੱਚਾ ਛੋਟਾ 5ਵੀਂ 'ਚ ਪੜ੍ਹਦਾ, ਸਕੂਲ ਪਿੰਡ ਦੇ ਵਿੱਚ ਹੀ ਆ, ਬੱਚਾ ਪੈਦਲ ਤੁਰ ਕੇ ਚਲੇ ਜਾਂਦਾ, ਵਾਪਸ ਆ ਜਾਂਦਾ। ਆਪਾਂ ਨੂੰ ਪਤਾ ਹੁੰਦਾ ਕਿ 6ਵੀਂ ਜਮਾਤ ਦੇ ਵਿੱਚ ਉਹਨੇ ਜਾਣਾ ਤਾਂ ਸਕੂਲ ਹੈਗਾ 3 ਕਿਲੋਮੀਟਰ ਦੂਰ ਨਾਲ ਦੇ ਪਿੰਡ 'ਚ, ਉਹਨੂੰ ਸਾਈਕਲ ਚਾਹੀਦਾ, ਪੈਸੇ ਹੈ ਨਹੀਂ ਹੁੰਦੇ। ਅਤੇ ਉਸ ਵੇਲੇ ਆਪਾਂ ਸਾਲ ਪਹਿਲਾਂ ਪਲਾਨ ਬਣਾਉਣਾ ਪੈਂਦਾ, 100 ਰੁਪਈਆ ਮਹੀਨੇ ਦਾ ਇਕੱਠਾ ਕਰੀਏ ਭਾਈ, ਖਰਚ ਘਟਾਈਏ ਜਾਂ ਆਮਦਨ ਵਧਾਈਏ, ਅਤੇ ਉਦੋਂ ਤੱਕ ਇੰਨੇ ਕੁ ਪੈਸੇ ਇਕੱਠੇ ਹੋ ਜਾਣ, ਜੇ ਨਵਾਂ ਨਹੀਂ ਤਾਂ ਘੱਟੋ ਘੱਟ ਪੁਰਾਣਾ ਸਾਈਕਲ ਲੈ ਕੇ ਉਹਨੂੰ ਦੇ ਦਈਏ। ਜੇ ਉਹ ਕੰਮ ਅੱਜ ਤੋਂ ਨਾ ਸ਼ੁਰੂ ਕਰਾਂਗੇ, ਸਾਲ ਬਾਅਦ ਉਹਨੂੰ ਸਾਈਕਲ ਨਹੀਂ ਲੈ ਕੇ ਦਿੱਤਾ ਜਾਣਾ, ਬੱਚਾ ਫਿਰ ਜਾਊਗਾ ਕਿਵੇਂ, ਪੜ੍ਹਾਈ 'ਚ ਵਿਘਨ ਪਊਗਾ। ਅਤੇ ਹੋ ਸਕਦਾ ਕਿ ਜਿਹੜਾ 100 ਰੁਪਈਆ ਹੁਣ ਇਕੱਠਾ ਕਰਦੇ ਆ, ਉਹਦੇ ਨਾਲ ਟੱਬਰ ਨੂੰ ਕੋਈ ਫਰਕ ਨਹੀਂ, ਨਾ ਖਾਣ ਨੂੰ ਕੁਝ ਵੱਧ ਆਉਣਾ, ਨਾ ਸਟੈਂਡਰਡ ਆਫ ਲਿਵਿੰਗ ਜਿਹੜਾ ਉੱਪਰ ਨੂੰ ਜਾਣਾ, ਜੀਵਨ ਪੱਧਰ ਜਿਹੜਾ ਚੱਕ ਹੋਣਾ। ਪਰ ਉਹ ਭਵਿੱਖ ਦੇ ਲਈ ਇੱਕ ਸੰਕੇਤ ਆ ਕਿ ਭਾਈ ਜਿਹੜੀ ਚੀਜ਼ ਬਹੁਤ ਜ਼ਰੂਰੀ ਆ ਆਪਾਂ ਉਹਨੂੰ ਨੇਪਰੇ ਚੜ੍ਹ ਦਿਆਂਗੇ। ਇੱਦਾਂ ਹੀ ਅੱਜ ਜੇ ਇਹ ਬਿਆਨ ਦਿੱਤਾ ਜਾ ਰਿਹਾ ਜਾਂ ਇਹਦੇ ਬਾਬਤ ਕੋਈ ਮੀਟਿੰਗ ਕੀਤੀ ਜਾ ਰਹੀ ਕਿ ਆਉਣ ਵਾਲੇ ਵਰ੍ਹਿਆਂ ਦੇ ਵਿੱਚ 1 ਸਾਲ 'ਚ ਜਾਂ 2 ਸਾਲ ਦੇ ਵਿੱਚ ਆਪਾਂ ਝੋਨੇ ਦੀਆਂ ਬਦਲਵੀਆਂ ਫਸਲਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਤੇ MSP ਦਿਆਂਗੇ, ਨਾ ਅੱਜ ਕਿਸਾਨ ਨੂੰ ਰੁਪਈਏ ਦਾ ਫਾਇਦਾ, ਨਾ ਸਰਕਾਰ ਨੂੰ ਰੁਪਈਏ ਦਾ ਫਾਇਦਾ, ਨਾ ਮਜ਼ਦੂਰ ਨੂੰ 1 ਰੁਪਈਏ ਦਾ ਵੀ ਫਾਇਦਾ, ਕਿਸੇ ਨੂੰ ਫਾਇਦਾ ਨਹੀਂ। ਪਰ ਜੇ ਭਵਿੱਖ ਬਚਾਉਣਾ ਤਾਂ ਅੱਜ ਦੀਆਂ ਉਹਨਾਂ ਮੀਟਿੰਗਾਂ ਨੇ ਆਧਾਰ ਤਿਆਰ ਕਰਨਾ। ਅਤੇ ਜੇ ਅਸੀਂ ਉਹਨਾਂ ਨੂੰ ਇੰਪੋਰਟੈਂਟ ਨਾ ਸਮਝਾਂਗੇ, ਉਸ ਖਬਰ ਨੂੰ ਖਬਰ ਨਾ ਸਮਝਾਂਗੇ, ਫਿਰ ਗੱਲ ਮਾੜੀ ਆ। ਅਸੀਂ ਬਹੁਤ ਵਾਰੇ ਕਹਿੰਦੇ ਹੁੰਦੇ ਆ, ਆਹ ਕੀ ਹੋਇਆ, ਹੁਣ ਗੰਨਾ ਵੱਢਣਾ ਆ, ਉਹਨੂੰ ਛਿੱਲਣਾ ਆ, ਮਿੱਲਾਂ ਅਜੇ ਤਿਆਰ ਹੀ ਨਹੀਂ ਹੋਈਆਂ, ਸਫਾਈ ਨਹੀਂ ਹੋਈ, ਮੁਰੰਮਤ ਹੀ ਨਹੀਂ ਹੋਈ, ਪੈਸੇ ਹੀ ਨਹੀਂ ਤੈਅ ਕੀਤੇ, ਬਾਰਦਾਨਾ ਹੀ ਨਹੀਂ ਆਇਆ, ਆਹ ਕੀ ਗੱਲ ਆ, ਕੈਸ਼ ਕ੍ਰੈਡਿਟ ਲਿਮਿਟ ਹੀ ਅਪਰੂਵ ਨਹੀਂ ਹੋਈ, ਆਹ ਲਓ ਮੰਡੀਆਂ ਦੇ ਵਿੱਚ ਛਾਂ ਦਾ ਪ੍ਰਬੰਧ ਹੀ ਨਹੀਂ ਕੀਤਾ ਗਿਆ। ਸਾਨੂੰ ਸਵਾਦ ਆਉਂਦਾ ਖਬਰਾਂ ਪੜ੍ਹਨ ਦਾ ਫਿਰ ਕਿ ਭਾਈ ਪ੍ਰਬੰਧ ਚੰਗੇ ਨਹੀਂ, ਕੀ ਕਰੇਗਾ ਕਿਸਾਨ, ਰੁੱਲ ਜਾਏਗਾ ਕਿਸਾਨ। ਪਰ ਜੇ ਹੁਣ ਅਗਾਊਂ ਕੋਈ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਸ ਖਬਰ ਨੂੰ ਵੱਧ ਇੰਪੋਰਟੈਂਸ ਦੇਣੀ ਚਾਹੀਦੀ ਹੈ, ਕਿਉਂਕਿ ਉਹਨੇ ਪੰਜਾਬ ਦੀ ਨਹੀਂ ਬਣਨਾ। ਇਹ ਬੜਾ ਜ਼ਰੂਰੀ ਆ। ਇਹ ਅਸੀਂ ਜ਼ਿਕਰ ਇਸ ਕਰਕੇ ਕਰਦੇ ਹਾਂ ਵੀ ਜੇ ਸਰਕਾਰ ਆਪਣੇ ਤੌਰ 'ਤੇ ਕਰੀ ਜਾਵੇ ਤਾਂ ਆਪਾਂ ਨੂੰ ਵੀ ਆਪਣਾ ਫਰਜ਼ ਨਿਭਾਉਣਾ ਚਾਹੀਦਾ। ਬਹੁਤ ਹੱਦ ਤੱਕ ਜਿਹੜੇ ਹੁਣ ਜੇ 20 ਲੱਖ ਆਪਾਂ ਏਕੜ ਦੀ ਗੱਲ ਕਰਦੇ ਹਾਂ, ਅਤੇ 20 ਲੱਖ ਏਕੜ
ਪੰਜਾਬ ਦੇ ਕਿਸਾਨਾਂ ਨੇ ਲਾਉਣਾ ਜੀ ਜਾਂ ਲਾਇਆ। ਜੇ ਆਪਾਂ ਲੱਖ ਏਕੜ ਮੂੰਗੀ ਦੀ ਗੱਲ ਕਰਦੇ ਤਾਂ ਉਹ ਵੀ ਪੰਜਾਬ ਵਾਲਿਆਂ ਨੇ ਲਾਇਆ, ਕੋਈ ਬਾਹਰੋਂ ਨਹੀਂ ਆ ਕੇ ਲਾ ਗਿਆ। ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਹੋਕੇ ਤੇ ਗੱਲ ਤੁਰੀ ਹੈ। ਤੇ ਇਹ ਵੀ ਗੱਲ ਆਪਾਂ ਨੂੰ ਬੜੇ ਆਰਾਮ ਨਾਲ ਪਤਾ ਵੀ ਬਹੁਤਾ ਕਰਕੇ ਆਪਣੀ ਕਿਸਾਨੀ ਖੇਤੀ ਵੀ ਇੱਕ ਸਵੇਖੀ ਹੁੰਦੀ ਹੈ, ਕਿਉਂਕਿ ਉੱਧਰੋਂ ਯੂਨੀਵਰਸਿਟੀ ਵਾਲਿਆਂ ਦੀਆਂ ਰੈਕਮੈਂਡੇਸ਼ਨ ਸਿੱਧੀਆਂ ਪਿੰਡ ਨਹੀਂ ਪਹੁੰਚ ਜਾਂਦੇ। ਜੇ ਪਿੰਡ ਪਹੁੰਚ ਵੀ ਜਾਣ ਤਾਂ ਅਗਲਾ ਓਏ ਹਾਂ ਐਵੇਂ ਮਾਰਦੇ ਆ ਕੇ ਧੁਨੀ ਤੇ ਬੈਲਟ ਲਾ ਕੇ ਇੱਥੇ ਗੱਲਾਂ ਸੁਣਾ ਕੇ ਚੱਲ ਗਏ, ਇਹਨੂੰ ਇੱਥੇ ਖਾਲ ਚ ਵਾੜਿਆ ਹੋਵੇ, ਇਹਨੂੰ ਪਤਾ ਲੱਗੇ ਵੀ ਕੰਮ ਕਿੱਦਾਂ ਚੱਲਦਾ। ਪਰ ਜਦੋਂ ਉਹਨਾਂ ਦੇ ਆਖੇ ਲਾ ਕੇ ਕੋਈ ਇੱਕ ਦੋ ਜਣੇ ਉਹ ਕੰਮ ਕਰ ਲੈਂਦੇ ਆ, ਫਿਰ ਹੁੰਦੇ ਵੀ ਆਹ ਸੁਲੱਖਣ ਸਿਆ ਇਹ ਐਤਕੀ ਕੁਛ ਨਵਾਂ ਕੀਤਾ ਹੀ, ਫਿਰ ਉਹਦਾ ਕੰਮ ਚੰਗਾ ਕਰਦਾ ਆਹੋ ਕਹਿੰਦੇ ਉਹ ਫਿਰ ਮੁੰਡਾ ਆਪਣਾ ਫਿਰ ਯੂਨੀਵਰਸਿਟੀੋਂ ਆਇਆ ਸੀ ਨਾ, ਤੇ ਉਹਨੇ ਫਿਰ ਦੱਸੀ ਗੱਲ, ਫਿਰ ਹੌਲੀ ਹੌਲੀ ਵੇਖ ਵੇਖੀ ਕੰਮ ਚੱਲ ਪੈਂਦਾ। ਸੋ ਚਲੋ ਐਤਕੀ ਸ਼ੁਰੂਆਤ ਹੋਈ ਆ, ਅਗਲੀ ਵਾਰ ਹੋ ਸਕਦਾ ਵੀ ਅੰਕੜੇ ਵੀ ਪੰਜਾਬ ਸਰਕਾਰ ਪੇਸ਼ ਕਰੇ ਜਾਂ ਜਿਹੜੇ ਖੇਤੀ ਮਾਹਰ ਨੇ ਉਹ ਦੱਸਣ ਵੀ ਐਤਕੀਆਂ ਇਸ ਚੇਂਜ ਦਾ ਆਪਾਂ ਨੂੰ ਆਹ ਫਾਇਦਾ ਹੋ ਗਿਆ। ਤੇ ਆਸ ਕਰਦੇ ਹਾਂ ਵੀ ਜਿੱਦਾਂ ਹੁਣ ਕੇਂਦਰ ਸਰਕਾਰ ਦੀ ਨਜ਼ਰ ਸਵਾਲੀ ਹੋਈ ਪੰਜਾਬ ਵਾਲੇ ਪਾਸੇ, ਕਿਉਂਕਿ ਬਿਜਲੀ ਮੰਤਰੀ ਸਾਹਿਬ ਨੇ ਵੀ ਕਿਹਾ ਨਾ ਵੀ ਲਓ ਜੀ ਸਾਨੂੰ ਉਹਨਾਂ ਨੇ ਹੱਥ ਖੜਾ ਕਰਕੇ ਕਹਿਤਾ ਵੀ ਪਰਵਾਹ ਨਾ ਕਰਿਓ, ਗਰਮੀਆਂ ਲਈ ਜਿੰਨਾ ਕੋਲਾ ਕਹੋ ਪਹੁੰਚੂਗਾ, ਤੇ ਕਿੱਦਣ ਕਹੋ ਉਦਣ ਹੀ ਪਹੁੰਚੂਗਾ। ਵੀ ਜਾਣੀ ਇਹਨਾਂ ਨੇ ਜਾ ਕੇ ਕਿਹਾ ਕਿ ਸਾਨੂੰ ਕੋਲਾ ਚਾਹੀਦਾ ਜੀ, ਪਹੁੰਚਾਓਗੇ? ਉਹ ਕਹਿੰਦੇ ਕਿੱਦਣ ਕਹੋ ਕਿੱਦਣ ਕਹੋ ਕਿੱਦਣ ਕਹੋ ਕਿੱਦਣ ਸੋ ਕੋਲੇ ਵਾਲਾ ਕੰਮ ਜਿਹੜਾ ਉਹ ਵੀ ਪ੍ਰਬੰਧ ਹੋ ਗਿਆ। ਤੇ ਉਹ ਕਹਿੰਦੇ ਵੀ MSP ਵਾਲਾ ਕੰਮ ਹੁਣ ਆਪਾਂ ਮੂੰਗੀ ਵਾਲਾ ਕਰ ਲਿਆ, ਬਾਸਮਤੀ ਵਾਲੀ ਸਿਫਾਰਿਸ਼ ਉੱਤੇ ਗਈ ਆ। ਅਗਲੇ ਸਾਲ ਜਾਂ ਅਗਲੇ ਸੀਜ਼ਨ ਤੱਕ ਉਹ ਕਹਿੰਦੇ ਬਾਕੀ ਦੀਆਂ ਰਹਿੰਦੀਆਂ ਫਸਲਾਂ, ਮੱਕੀ ਹੋ ਗਈ, ਸੂਰਜਮੁਖੀਆ ਹੋ ਗਿਆ, ਸਰੋਂ ਹੋ ਗਈ, ਹੋਰਨਾਂ ਚੀਜ਼ਾਂ ਤੇ ਉਹਨਾਂ ਦੇ ਵੀ ਆਪਾਂ MSP ਵਾਲਾ ਕੰਮ ਕਰ ਲੈਣਾ। ਇਹਦਾ ਮਤਲਬ ਇਹ ਹੋ ਗਿਆ ਵੀ ਪੰਜਾਬ ਜਿਹੜਾ ਖੇਤੀ ਵਿਭਿੰਨਤਾ ਦੇ ਲਈ, ਇਹ ਸ਼ਬਦ ਵਿਭਿੰਨਤਾ ਸ਼ਬਦ ਬੜੀ ਦੇਰ ਤੋਂ ਚੱਲਦਾ ਆਉਂਦਾ ਸੀ, ਪਰ ਲੋਕੀ ਕਹਿੰਦੇ ਵੀ ਆ ਵਿਭਿੰਨਤਾ ਕਰ ਤਾਂ ਦਈਏ ਵੀਰ ਮੇਰਾ, ਵੀ ਸਾਡੇ ਵਾਲਾ ਕਿਸੇ ਪਾਸੇ ਨਹੀਂ ਲੱਗਦਾ ਜੁਗਾੜ, ਹੋ ਸਕਦਾ ਵੀ ਉਸ ਪਾਸੇ ਨੂੰ ਕੰਮ ਤੁਰ ਪਵੇ। ਨਹੀਂ, ਬਹੁਤ ਜ਼ਰੂਰੀ ਆ ਜੀ। ਇਸ ਗੱਲ ਦੀ ਵੱਧ ਖੁਸ਼ੀ ਆ, ਉਹ ਵਕਤੀ ਆ ਜਾਂ ਉਹ ਚਿਰਸਥਾਈ ਆ, ਲੰਬੇ ਸਮੇਂ ਤੱਕ ਚੱਲਣ ਵਾਲੀ ਆ, ਉਹ ਵੱਧ ਦੀ ਗੱਲ ਹੈ ਕਿ ਅਜੇ ਕੇਂਦਰ ਨਾਲ ਕੋਈ ਰਫੜ ਨਹੀਂ। ਅਜੇ ਸੂਬਾ ਸਰਕਾਰ ਵੀ ਆਪਣੇ ਹਿਸਾਬ ਨਾਲ ਕਦੇ ਟੇਢੀ ਕਦੇ ਸਿੱਧੀ ਤੁਰੀ ਜਾ ਰਹੀ ਹੈ, ਤੇ ਲੋਕਾਂ ਨੂੰ ਵਿੱਚ ਵਿਚਾਲੇ ਭਰੋਸਾ ਵੱਜ ਰਿਹਾ ਥੋੜਾ ਥੋੜਾ ਕਰਕੇ। ਹਾਂ, ਇਹ ਪਹਿਲਾਂ ਵੀ ਵੱਜਦਾ ਰਿਹਾ ਪਰ ਟੁੱਟਦਾ ਰਿਹਾ, ਐਤਕੀ ਨਾ ਟੁੱਟਣ ਦੇਣ ਵਧੀਆ। ਹੁਣ ਤੁਸੀਂ ਦੇਖੋ, ਗੱਲਾਂ ਅੱਗੇ ਨੂੰ ਜਾਣੀਆਂ ਚਾਹੀਦੀਆਂ। ਪ੍ਰਧਾਨ ਮੰਤਰੀ ਸਾਹਿਬ ਗਾਂਧੀ ਨਗਰ ਗਏ, ਗੁਜਰਾਤ ਗਏ, ਚਲੋ ਇਲੈਕਸ਼ਨ ਵੀ ਆ ਉੱਥੇ, ਉਹਨਾਂ ਨੇ ਨਾ ਇੱਕ ਨੈਨੋ ਖਾਦ ਪਲਾਂਟ ਦਾ ਉਦਘਾਟਨ ਕੀਤਾ। ਉੱਥੇ ਉਹ ਕਹਿੰਦੇ ਜੀ 8 ਸਾਲ ਪਹਿਲਾਂ, ਕਿਉਂਕਿ ਪ੍ਰਧਾਨ ਮੰਤਰੀ ਬਣਿਆ ਮੋਦੀ ਸਾਹਿਬ ਨੂੰ 8 ਸਾਲ ਹੋਏ ਆ, ਉਹ ਕਹਿੰਦੇ ਜੀ 8 ਸਾਲ ਪਹਿਲਾਂ ਯੂਰੀਆ ਲੈਣ ਦੇ ਲਈ ਕਿਸਾਨਾਂ ਨੂੰ ਡਾਂਗਾਂ ਪੈਂਦੀਆਂ ਸੀ। ਯੂਰੀਆ ਘਟ ਜਾਂਦਾ ਸੀ, ਉਹ ਧਰਨੇ ਲਾਉਂਦੇ ਸੀ, ਉੱਪਰੋਂ ਡਾਂਗਾਂ ਪੈਂਦੀਆਂ ਸੀ। ਅਸੀਂ ਕਹਿੰਦੇ ਬੰਦ ਪਏ 5 ਪਲਾਂਟ ਚਲਾਤੇ ਖਾਦ ਦੇ, ਤੇ ਹੁਣ ਕਹਿੰਦੇ ਜੀ ਆ ਜਿਹੜਾ ਨੈਨੋ ਪਲਾਂਟ ਆ, ਇੱਥੇ ਤਾਂ ਰੋਜ਼ ਦੀ 1.5 ਲੱਖ ਲੀਟਰ ਖਾਦ ਬਣਿਆ ਕਰੂ। ਲੀਟਰ ਤੋਂ ਬਹੁਤ ਸਾਰੇ ਲੋਕ ਕਹਿੰਦੇ ਯਾਰ ਖਾਦ ਤਾਂ ਐ ਛੱਟਾ ਦੇਈਦਾ। ਉਹ ਕਹਿੰਦੇ ਨਹੀਂ, ਇੱਕ 50 ਕਿਲੋ ਦੀ ਜਿਹੜੀ ਬੋਰੀ ਆ ਯੂਰੀਆ ਦੀ, ਉਹਦਾ ਮੁਕਾਬਲਾ ਅੱਧਾ ਲੀਟਰ ਆ ਲਿਕੁਇਡ ਕਰਿਆ ਕਰੂਗਾ। ਖੇਤ ਦੇ ਵਿੱਚ ਫਾਇਦਾ ਹੋਣਾ ਹੀ ਹੈ। ਤੇ ਆ ਜਦੋਂ 1.5 ਲੱਖ ਬੋਤਲ ਕਹਿੰਦੇ ਰੋਜ਼ ਇੱਥੋਂ ਬਣਨ ਲੱਗ ਪਈ, ਤੁਸੀਂ ਦੇਖੋ ਕਿ ਯੂਰੀਆ ਦੀ ਕਿੱਲਤ ਕਿੱਦਾਂ ਰਹਿ ਜੂ। ਦੂਸਰਾ, ਉਹ ਕਹਿੰਦੇ ਜੀ ਸਾਨੂੰ 3500 ਦਾ ਆਉਂਦਾ ਖਾਦ 50 ਕਿਲੋ, ਅਸੀਂ 300 ਦਾ ਦਿੰਨੇ ਆ, 3200 ਰੁਪਈਆ ਕੋਲੋਂ ਪਾਉਨੇ ਆ। ਅਸੀਂ ਕਿਸਾਨ ਦੇ ਨਾਲ ਖਲੋਤੇ ਆ। ਚੰਗੀ ਗੱਲ ਹੈ ਜੇ ਸਰਕਾਰ ਖਾਦ ਦੀ ਵੱਧ ਪ੍ਰੋਡਕਸ਼ਨ ਕਰ ਰਹੀ ਹੈ, ਉਹਦੇ ਤੋਂ ਵੀ ਚੰਗੀ ਗੱਲ ਹੋਵੇ ਜੇ ਸਰਕਾਰ ਪ੍ਰਬੰਧ ਕਰ ਦੇਵੇ ਕਿ ਭਾਈ ਜਿਹੜੇ ਖੇਤ ਦੇ ਵਿੱਚ ਜਿੰਨੀ ਲੋੜ ਹੈ ਉਨੀ ਪਵੇ, ਕਿਉਂਕਿ ਕਿਸੇ ਤੱਤ ਦੀ ਘਾਟ ਹੈ। ਆਪਾਂ ਪਹਿਲਾਂ ਟੈਸਟ ਕਰਦੇ ਹਾਂ ਕਿ ਆਹ ਤੱਤ ਦੀ ਘਾਟ ਹੈ ਤੇ ਉਨੀ ਪਵੇ, ਆਪਾਂ ਖੁੱਲੇ ਛੱਟੇ ਨਾ ਦਈਏ। ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਲੱਗਦਾ ਕਿ ਭਾਈ ਕਿਸਾਨੀ ਵੱਡਾ ਮੁੱਦਾ, ਸੂਬਾ ਸਰਕਾਰ ਨੂੰ ਵੀ ਲੱਗਦਾ ਕਿ ਵੱਡਾ ਮੁੱਦਾ ਕਿਸਾਨੀ, ਜੇ ਹੁਣ ਕਿਸਾਨ ਤੇ ਮਜ਼ਦੂਰ ਨੂੰ ਵੀ ਲੱਗਦਾ ਕਿ ਭਾਈ ਇਹਦੇ ਤੋਂ ਬਿਨਾਂ ਕੰਮ ਨਹੀਂ ਚੱਲਣਾ, ਬਹੁਤ ਚੰਗੇ ਤਰੀਕੇ ਸੋਚ ਸਮਝ ਕੇ ਸੰਧਾਲੀਆ ਸਾਹਿਬ ਚੱਲਣਾ ਚਾਹੀਦਾ। ਤੁਸੀਂ ਇਹ ਦੇਖੋ, ਇੱਥੋਂ ਇੱਕ ਮੈਂ ਨਿੱਕੀ ਜਿਹੀ ਬੇਨਤੀ ਕਰਾਂ, ਵੱਡੀ ਕਰੋ। ਆ ਜਿਹੜੀ ਗੱਲ ਪ੍ਰਧਾਨ ਮੰਤਰੀ ਸਾਹਿਬ ਨੇ ਕਹੀ, ਕਿਉਂਕਿ ਆਪਾਂ ਅੱਗੇ ਵੀ ਜ਼ਿਕਰ ਕਰਦੇ ਰਹੇ ਹਾਂ ਕਿ ਵੀ ਬਹੁਤ ਸਾਰੀਆਂ ਸਬਸਿਡੀਜ਼ ਜਿਹੜੀਆਂ ਨੇ ਉਹ ਇੰਡਸਟਰੀ ਨੂੰ ਦਿੱਤੀਆਂ ਜਾਂਦੀਆਂ ਜਿਹੜੇ ਉਹ ਚੀਜ਼ਾਂ ਬਣਾਉਂਦੇ ਆ। ਹੁਣ ਜੇ ਮੰਨ ਲਓ ਬੋਰੀ ਪਿੱਛੇ 3000 ਦੀ ਸਬਸਿਡੀ ਹੈ, 3200 ਦੀ ਵੀ ਨਹੀਂ ਆਪਾਂ ਆਂਦੇ, ਆਪਾਂ ਨੇ 3000 ਦੀ ਸਬਸਿਡੀ, ਤੇ ਆਪਾਂ ਮੈਨੂੰ ਯਾਦ ਆ ਵੀ ਅੱਧੀ ਕੁ ਬੋਰੀ ਤੋਂ ਕੰਮ ਸ਼ੁਰੂ ਹੋਇਆ ਸੀ, ਫਿਰ ਬੋਰੀ, ਫਿਰ 1.5, ਫਿਰ 2, ਫਿਰ 2.5, ਫਿਰ 3 ਬੋਰੀਆਂ ਯੂਰੀਆ ਦੀਆਂ ਆਪਾਂ ਪਾਉਣੇ ਫਸਲ ਖੁੱਲਾ ਹੀ। ਹੁਣ ਜੇ 3 ਬੋਰੀਆਂ ਸੀਜ਼ਨ ਦੀਆਂ ਇੱਕ ਫਸਲ ਨੂੰ ਯੂਰੀਆ ਦੀਆਂ ਪੈਂਦੀਆਂ, ਇਹਦਾ ਮਤਲਬ ਇਹ ਹੋ ਗਿਆ ਵੀ 9000 ਦੀ ਯੂਰੀਆ ਹੋ ਗਈ। ਤੇ ਟੋਟਲ ਫਸਲ ਜੇ ਮੰਨ ਲਓ ਉਹਦੇ ਚੋਂ 30000 ਦੀ ਨਿਕਲੀ ਆ ਤੇ ਜਾਂ 40000 ਦੀ ਨਿਕਲੀ ਆ, ਤੇ ਮੋਟਾ ਜਾਂ 10000 ਦਾ ਯੂਰੀਆ ਹੀ ਨਿਕਲਿਆ ਵਾਪਸ, ਜਿਹੜਾ ਕਿ ਸਬਸਿਡੀ 'ਚ ਉੱਧਰੋਂ ਘੁੰਮ ਕੇ ਆਇਆ ਸੀ। ਫਿਰ ਉਹ ਜਦੋਂ ਕੰਟੇਨਰਾਂ 'ਚ ਭਰ ਕੇ ਤੇ ਆਪਾਂ ਜਾਂ ਵਪਾਰੀ ਤਬਕਾ ਜਾਂ ਸਰਕਾਰਾਂ ਜਦੋਂ ਦੂਜੇ ਮੁਲਕਾਂ ਨੂੰ ਭੇਜਦੇ ਆ, ਅਗਲਿਆਂ ਕੋਲ ਇਲੈਕਟ੍ਰੋਨਿਕ ਕੰਡਾ ਤੇ ਉਹਦੇ ਤੋਂ ਜਾਂ ਬੰਬੂਜਾ ਲਾ ਕੇ ਉਹ ਨਾ ਇਹਦੀ ਤੇ ਫਲਾਨੀ ਚੀਜ਼ ਜ਼ਿਆਦੀ ਹੈ। ਇਹੀ ਆਪਾਂ ਬੇਨਤੀ ਪਿਛਲੇ ਦਿਨੀ ਵੀ ਕਰਦੇ ਸੀ ਵੀ ਜੇ ਇਸ ਚੀਜ਼ ਨੂੰ ਚੇਂਜ ਕਰਨ ਲਈ ਤਾਂ ਸਰਕਾਰ ਹੁਣ ਕਹਿੰਦੀ ਵੀ ਜ਼ੀਰੋ ਬਜਟ ਖੇਤੀ ਕਰਨੀ, ਆਰਗੈਨਿਕ ਖੇਤੀ ਕਰਨੀ ਆ, ਉਹ ਵਾਲੀ ਸਬਸਿਡੀ
ਸਿੱਧੀ ਕਿਸਾਨ ਨੂੰ ਕਿਤੇ ਮਿਲ ਜਵੇ। ਤੁਸੀਂ ਇਹ ਅੰਦਾਜ਼ਾ ਲਾਓ ਵੀ ਅੱਜ ਜੇ ਅਗਲੇ ਨੂੰ ਕਹਿਣਾ ਵੀ ਤੂੰ ਵੀਰ ਕੋਈ ਖਾਦ ਰੇ ਸਪਰੇ ਨਹੀਂ ਪਾਉਣੀ, ਜੇ ਇਕੱਲੇ ਯੂਰੀਆ ਦੀ 9,000 ਸਬਸਿਡੀ ਬਣਦੀ, ਬਾਕੀ ਦੀਆਂ ਮਿਲਾ ਕੇ ਹੋ ਸਕਦਾ 15,000 ਬਣਦੀ ਹੋਵੇ। 15,000 ਜੇ ਪ੍ਰਤੀ ਏਕੜ ਅਗਲੇ ਨੂੰ ਸਬਸਿਡੀ ਅੱਜ ਮਿਲ ਜਵੇ ਤੇ ਰੂੜੀ ਛੱਡ ਕੇ ਉਹਨੂੰ ਰੰਬਾ ਫੜਾ ਲਓ, ਭਾਵੇਂ ਉਹ ਕਿਉਂ ਨਹੀਂ ਕਰੂਗਾ। ਨਹੀਂ ਬਿਲਕੁਲ ਵੀ ਵੀਰ ਮੇਰਾ ਵੀ 15 ਦਾ ਮੈਨੂੰ ਸਰਕਾਰ ਦੇਈ ਜਾਂਦੀ ਆ, 15-20 ਦਾ ਮੈਂ ਆਪ ਕੱਢ ਲੈਣਾ, ਤੇ ਮੇਰੇ ਘਾਟੇ ਦੇ ਪੂਰੇ ਹੋ ਗਏ ਸਾਰੇ। ਸੋ ਇਹਦੀ ਇੱਕ ਲੋੜ ਹੈਗੀ। ਹੋ ਸਕਦਾ ਵੀ ਇੱਥੇ ਪੰਜਾਬ ਸਰਕਾਰ ਵੀ ਕੋਸ਼ਿਸ਼ ਕਰੇ, ਕੇਂਦਰ ਸਰਕਾਰ ਵੀ ਕੋਸ਼ਿਸ਼ ਕਰੇ ਵੀ ਉਹ ਪੈਸਾ ਜੇ ਆਪਾਂ ਉੱਥੋਂ ਕੱਢ ਕੇ ਡਾਇਰੈਕਟ ਉਸ ਬੰਦੇ ਨੂੰ ਦੇ ਦੇ ਜਿਹਨੇ ਉਹ ਚੀਜ਼ ਪੈਦਾ ਕਰਨੀ ਆ, ਤੇ ਸ਼ਾਇਦ ਅਨਾਜ ਵੀ ਵਧੀਆ ਕੁਆਲਿਟੀ ਦਾ ਬਣ ਜਾਵੇ ਤੇ ਪੈਸਾ ਵੀ ਥਾਂ ਲੱਗ ਜਾਵੇ। ਨਹੀਂ ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ। ਹੋ ਸਕਦਾ ਬਹੁਤ ਸਾਰੇ ਸਾਡੇ ਨਾਲ ਲੱਗੇ ਯਾਰ ਆਹ ਕਿਹੜੀਆਂ ਗੱਲਾਂ, ਲੜਾਈ ਕਿੱਥੇ ਲੜਨੀ ਹੈ, ਇਹ ਬਹੁਤ ਵੱਡਾ ਸਵਾਲ ਹੁੰਦਾ। ਲੜਨਾ ਸਵਾਲ ਨਹੀਂ ਹੁੰਦਾ, ਲੜਾਈ ਕਿੱਥੇ ਤੇ ਕਿਹਦੇ ਨਾਲ ਲੜਨੀ ਹੈ। ਬਹੁਤ ਸਾਰੀਆਂ ਟਿੱਪਣੀਆਂ ਆਉਂਦੀਆਂ, ਆਮ ਆਦਮੀ ਪਾਰਟੀ ਵਾਲੇ ਆਹ ਕਰਦੇ ਆ, ਕਈ ਬੀਜੇਪੀ ਦੇ ਪਿੱਛੇ ਪੈ ਜਾਂਦੇ ਆ, ਕਈ ਕਾਂਗਰਸ ਦੇ ਪਿੱਛੇ ਪੈਂਦੇ। ਪੈਣਾ ਵੀ ਚਾਹੀਦਾ, ਲੋਕਤੰਤਰ ਹੈ, ਵਿਰੋਧੀ ਵਿਚਾਰਾਂ ਦੇ ਪ੍ਰਗਟਾਵੇ ਦਾ ਹੱਕ ਹੈ। ਪਰ ਮੈਂ ਫੇਰ ਕਹਿਣਾ ਕਿ ਗੱਲ ਬਿਲਕੁਲ ਠੀਕ ਆ ਕਿ ਜਿੱਥੇ ਕੋਈ ਬੰਦਾ ਗਲਤ ਕਰਦਾ ਉਹਨੂੰ ਗਲਤ ਕਹਿਣਾ ਚਾਹੀਦਾ, ਪਰ ਆਪਣੇ ਗੁਆਂਢ ਦੇ ਵਿੱਚ ਇਹ ਚੀਜ਼ਾਂ ਜ਼ਰੂਰੀ ਕਿਉਂ ਆ। ਹੋ ਸਕਦਾ ਕਿਸੇ ਬੰਦੇ ਨੂੰ ਲੱਗੇ ਯਾਰ ਤੁਸੀਂ ਕੇਂਦਰ ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਦਾ ਸਿਫਤ ਕਰੀ ਜਾਂਦੇ ਹੋ, ਤੁਸੀਂ ਪੰਜਾਬ ਸਰਕਾਰ ਦੀ ਸਿਫਤ ਦੀ ਗੱਲ ਨਹੀਂ। ਆਪਾਂ ਸ਼੍ਰੀਲੰਕਾ 'ਚ ਹਾਲਾਤ ਦੇਖੇ ਆ ਕੀ ਹੋਏ ਨੇ। ਪ੍ਰਧਾਨ ਮੰਤਰੀ ਸਾਹਿਬ ਹਾੜੇ ਕੱਢਦੇ ਆ, ਮੈਨੂੰ 2 ਮਹੀਨੇ ਦੇ ਦਿਓ। ਸਾਬਕਾ ਪ੍ਰਧਾਨ ਮੰਤਰੀ ਤੋਂ ਪੁੱਛਗਿੱਛ ਚੱਲ ਰਹੀ ਹੈ, ਮੰਤਰੀਆਂ ਦੇ ਘਰ ਸਾੜ ਦਿੱਤੇ, ਲੋਕਾਂ ਨੂੰ ਖਾਣ ਨੂੰ ਕੁਛ ਨਹੀਂ ਲੱਭਦਾ, ਦਵਾਈਆਂ ਦੀ ਤੇਲ ਦੀ ਘਾਟ ਪੈਦਾ ਹੋ ਗਈ। ਤੁਸੀਂ ਦੇਖੋ ਤੇਲ ਹੈ ਨਹੀਂ, ਬੱਸਾਂ ਬੰਦ ਨੇ, ਲੋਕ ਜਾਣਗੇ ਕਿੱਦਾਂ। ਬੜੀ ਅਜੀਬ ਸਥਿਤੀ ਹੈ। ਇਦਾਂ ਹੀ ਸਾਡੇ ਗੁਆਂਢ ਦੇ ਵਿੱਚ ਪਾਕਿਸਤਾਨ ਹੈ। ਅਸੀਂ ਇਹ ਗੱਲਾਂ ਬਾਰ-ਬਾਰ ਤਾਂ ਕਰਦੇ ਹਾਂ ਕਿ ਭਾਈ ਇਹ ਹਾਲਾਤ ਪੈਦਾ ਨਾ ਹੋਣ। ਚੀਨ ਵਾਲਿਆਂ ਦਾ ਇਧਰਲੇ ਪਾਸੇ ਪੰਗਾ ਜਾਪਾਨ ਨਾਲ ਤੇ ਤਾਈਵਾਨ ਨਾਲ ਪੈ ਚੱਲਾ, ਉਧਰ ਰੂਸ ਦਾ ਯੂਕਰੇਨ ਦੇ ਨਾਲ ਪਿਆ, ਕੀਮਤਾਂ ਤਾਂ ਵਧੀ ਜਾਂਦੀਆਂ, ਮਾੜੇ ਦੇਸ਼ਾਂ ਦੇ ਬੰਬ ਨਿਕਲੇ ਪਏ ਆ ਹਲੇ। ਹੁਣ ਸੰਧਾਲੀਆ ਸਾਹਿਬ ਪਾਕਿਸਤਾਨ ਦੇ ਵਿੱਚ ਹਾਲਾਂਕਿ ਗੱਲਾਂ ਉੱਭਰ ਕੇ ਸਾਹਮਣੇ ਨਹੀਂ ਆ ਰਹੀਆਂ, ਕਹਿੰਦੇ ਉੱਥੇ ਵੀ ਸ਼੍ਰੀਲੰਕਾ ਵਾਂਗੂ ਕੁਝ ਇਲਾਕਿਆਂ ਦੇ ਵਿੱਚ ਪੰਪਾਂ ਦੇ ਉੱਤੇ ਤੇਲ ਹੈ ਨਹੀਂ, ਉੱਥੇ ਵੀ ਇੱਕਦਮ 30 ਰੁਪਏ ਲੀਟਰ, ਕਿਉਂਕਿ 180 ਨੂੰ ਟੱਪ ਗਿਆ ਸੁੱਖ ਨਾਲ, 30 ਰੁਪਏ ਲੀਟਰ ਇੱਕੋਦਮ ਤੇਲ ਦੀ ਕੀਮਤ ਵਧਾਤੀ ਗਈ। ਤੇ ਉਹਦੇ ਪਿੱਛੇ ਕਾਰਨ ਕੀ ਆ? ਕਾਰਨ ਬੜੇ ਸਿੱਧੇ ਪੱਧਰੇ ਆ। ਸਾਡੇ ਭਾਰਤ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਜੰਮੂ ਕਸ਼ਮੀਰ ਹੈ, ਹਿਮਾਚਲ ਹੈ, ਉੱਤਰਾਖੰਡ ਹੈ, ਸਿੱਕਮ ਹੈ, ਅਰੁਣਾਚਲ ਪ੍ਰਦੇਸ਼ ਹੈ, ਬਿਲਕੁਲ ਚੰਗੇ ਤਰੀਕੇ ਟੂਰਿਜ਼ਮ ਇੰਡਸਟਰੀ ਬਣਨੀ ਚਾਹੀਦੀ ਆ, ਉੱਥੋਂ ਪੈਸੇ ਆਉਣ। ਜੇ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਦੀ ਭੂਮੀ ਜ਼ਰਖੇਜ਼ ਹੈ, ਜਿਹੜੀਆਂ ਫਸਲਾਂ ਇੱਥੇ ਸਾਡੇ ਦੇਸ਼ ਨੂੰ ਲੋੜੀਂਦੀਆਂ ਉਹ ਪੈਦਾ ਹੋਣ, ਕੀਤੀਆਂ ਜਾਣ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਵੱਧ ਤੋਂ ਵੱਧ ਰੁਪਈਏ ਦਿਓ ਕਿ ਭਾਈ ਆਹੀ ਉਗਾਉਣਾ, ਅਸੀਂ ਫੇਰ ਬਚਦੇ ਹਾਂ। ਹੁਣ ਪਾਕਿਸਤਾਨ ਵਾਲੇ ਪੈਸੇ ਚਾਹੀਦੇ ਆ, ਆਰਥਿਕ ਤੌਰ ਤੇ ਕੰਗਾਲੀ ਦੇ ਕੰਢੇ ਤੇ ਹੈ, ਤੇ ਜਦੋਂ ਦੁਨੀਆ ਦੀਆਂ ਵੱਡੀਆਂ ਸੰਸਥਾਵਾਂ, ਚਾਹੇ ਉਹ ਵਰਲਡ ਬੈਂਕ ਹੈ, ਚਾਹੇ ਕੁਛ ਹੋਰ ਹੈ, ਉਹਨਾਂ ਨੂੰ ਜਾ ਕੇ ਜੀ ਰੁਪਈਏ ਦਿਓ, ਉਹ ਕਹਿੰਦੇ ਰੁਪਈਏ ਦੇ ਦਿੰਦੇ ਆ, ਸਬਸਿਡੀਆਂ ਬੰਦ ਕਰੋ। ਤੇ ਸਬਸਿਡੀ ਤੇਲ ਤੇ ਵੀ ਮਿਲਦੀ ਹੈ, ਸਬਸਿਡੀ ਬਿਜਲੀ ਤੇ ਵੀ ਮਿਲਦੀ ਹੈ। ਕਹਿੰਦੇ ਆ 4-5 ਰੁਪਈਏ ਯੂਨਿਟ ਬਿਜਲੀ ਵੀ ਚੱਕਣ ਲੱਗੇ ਆ, ਕਿਉਂਕਿ ਸਬਸਿਡੀ ਤੋਂ ਹੱਥ ਪਿਛਾਂ ਖਿੱਚਣੇ ਆ। ਜੇ ਉਧਰੋਂ ਪੈਸੇ ਚਾਹੀਦੇ ਆ ਤੇ ਲੋਕਾਂ ਦੀ ਆਮਦਨ ਵੱਧ ਨਹੀਂ ਰਹੀ, ਜੇ ਤੇਲ ਦੀ ਵੀ ਕੀਮਤ ਵੱਧ ਗਈ, ਜੇ ਬਿਜਲੀ ਦੀ ਵੀ ਕੀਮਤ ਵੱਧ ਗਈ, ਆਮ ਲੋਕਾਂ ਦਾ ਤਰਾਹ ਨਿਕਲ ਜਾਣਾ। ਜਿਸ ਤਰੀਕੇ ਦੇ ਨਾਲ ਚੀਨ ਦਾ, ਉਹਦੇ ਤੋਂ ਪਹਿਲਾਂ ਅਮਰੀਕਾ ਦਾ ਤੇ ਦੁਨੀਆ ਦੀਆਂ ਵੱਖ-ਵੱਖ ਸੰਸਥਾਵਾਂ ਦਾ ਕਰਜ਼ਾ ਸਾਡੇ ਗੁਆਂਢ ਦੇ ਵਿੱਚ ਪਾਕਿਸਤਾਨ ਤੇ ਵੱਧ ਰਿਹਾ, ਸ਼੍ਰੀਲੰਕਾ ਤੇ ਵੱਧ ਗਿਆ। ਬਹੁਤ ਚੰਗੇ ਤਰੀਕੇ ਸਿੱਖਣਾ ਚਾਹੀਦਾ ਕਿ ਆਪਾਂ ਸਿਆਸੀ ਪਾਰਟੀਆਂ ਤੇ ਤਵੇ ਜ਼ਰੂਰ ਲਾਈਏ, ਆਪਾਂ ਇਲਾਕਾਵਾਦ ਦੇ ਵਿੱਚ ਜਿਸ ਨਾਲ ਲੱਗਦਾ ਕਿ ਅਸੀਂ ਵਧੀਆ ਦੂਜੇ ਘਟੀਆ, ਉਹਦੇ ਥੋੜਾ ਬਾਹਰ ਨਿਕਲੀਏ। ਦੇਸ਼ ਵੀ ਬਚਾਉਣਾ ਪਊਗਾ, ਸੂਬਾ ਵੀ ਬਚਾਉਣਾ ਪਊਗਾ, ਧਰਤੀ ਬਚਾਉਣੀ ਪਊਗੀ। ਬਿਲਕੁਲ ਬਚਾਉਣੀ ਪਊਗੀ। ਦੂਜੀ ਗੱਲ ਇਹ ਵੀ ਆ ਕਿ ਪਾਕਿਸਤਾਨ ਦੇ ਹਾਲਾਤ ਤੁਸੀਂ ਦੱਸ ਦਿੱਤੇ ਵੀ ਇੱਕ ਪਾਸੇ ਇਹ ਰੇੜਕਾ ਹੈ ਕਿ ਵੀ ਕਈ ਚੀਜ਼ਾਂ ਮੁੱਕਦੀਆਂ ਜਾਂਦੀਆਂ, ਦੂਜੇ ਪਾਸੇ ਸਿਆਸਤ ਦਾ ਟੀਕਾ ਉੱਥੇ ਇੰਨਾ ਕੁ ਜ਼ਿਆਦਾ ਗਰਮ ਆ ਵੀ ਕਈਆਂ ਦੇ ਸਿਰ ਨੂੰ ਵੀ ਚੜ ਗਿਆ। ਤੇ ਕੋਈ ਕਹਿੰਦਾ ਵੀ 5 ਦਿਨ ਹੀ ਕਰਾ ਲਓ, ਕੋਈ ਕਹਿੰਦਾ ਵੀ ਹਫ਼ਤਾ ਨਾ ਪਵੇ, ਇਲੈਕਸ਼ਨ ਹੋ ਜੇ, ਪਤਾ ਲੱਗੇ ਵੀ ਕੁਰਸੀ ਤੇ ਕੌਣ ਬਹਿਣ ਦਾ ਹੱਕਦਾਰ ਆ। ਉਹ ਕਹਿੰਦਾ ਮੈਨੂੰ ਧੱਕੇ ਨਾਲ ਲਾ ਤਾ, ਉਹ ਕਹਿੰਦਾ ਨਹੀਂ ਇਹਨੂੰ ਤਾਂ ਇਹਦੇ ਤਾਂ ਪਿੱਛੇ ਬੰਦਾ ਹੀ ਕੋਈ ਨਹੀਂ। ਉਹ ਕਹਿੰਦਾ ਬੰਦਾ ਕਿਉਂ ਨਹੀਂ, ਅੱਧੀ ਰਾਤ ਨੂੰ ਦੇਖੋ ਸੜਕਾਂ ਜਾਮ ਹੋ ਗਈਆਂ, ਮੇਰੇ ਪਿੱਛੇ ਇੰਨੇ ਲੋਕ ਨੇ। ਚਲੋ ਉਸ ਮੁਲਕ ਦਾ ਆਪਣਾ ਫੈਸਲਾ, ਉਹਨਾਂ ਨੇ ਆਪ ਦੇਖਣਾ, ਪਰ ਕਾਰਨ ਇਹ ਵੀ ਇਹ ਨਾ ਹੋਵੇ ਵੀ ਲੜਾਈ ਉੱਤੇ ਚੱਲਦੀ ਰਹੇ ਤੇ ਮਾਤੜ ਲੋਕ ਵਿਚਾਰੇ ਇਹ ਉਡੀਕਦੇ ਰਹਿਣ ਵੀ ਉਹ ਜਾਣੇ ਕੋਈ ਸਾਡੀ ਵੀ ਸਾਰ ਲਊਗਾ। ਤੇ ਪਤਾ ਉਦੋਂ ਲੱਗੇ ਜਦੋਂ ਸ਼੍ਰੀਲੰਕਾ ਨੂੰ ਲੋਕ ਸੜਕਾਂ ਤੇ ਆ ਕੇ ਡੀਕਣ ਵੀ ਹਾਂ ਭਾਈ ਦੁੱਧ, ਉਹ ਕਹਿੰਦਾ ਨਾ 200 ਰੁਪਏ ਲੀਟਰ ਹੀ। ਉਹ ਕਹਿੰਦੇ ਕੱਲ ਤੇ ਤੁਸੀਂ ਇਹਨੇ 150 ਨੂੰ, ਕਹਿੰਦਾ ਹੋ ਸਕਦਾ ਕੱਲ ਨੂੰ 400 ਨੂੰ ਮਿਲੇ, ਹੈ ਨਾ। ਸੋ ਇਹ ਚੀਜ਼ਾਂ ਜਿਹੜੀਆਂ ਇਹਦੇ ਤੇ ਜ਼ਰੂਰ ਆਪਾਂ ਨੂੰ ਧਿਆਨ ਦੇਣਾ ਚਾਹੀਦਾ। ਇੱਕ ਸ਼ਬਦ ਹੋਰ ਮੈਂ ਬੇਨਤੀ ਕਰਾਂ, ਆਪਾਂ ਤਾਂ ਇੱਧਰ ਆਮ ਹੀ ਸੁਣਨ ਲੱਗ ਪਏ, ਉਹ ਸ਼ਬਦ ਰਸੈਸ਼ਨ 2008 ਦੇ ਦੌਰ 'ਚ ਆਇਆ ਸੀ, ਉਦੋਂ ਉਹਦੇ ਲਾਗੇ ਬੰਨੇ ਜੇ। ਫਿਰ ਉਹ ਰਸੈਸ਼ਨ ਜਿਹੜਾ ਜੇ ਅਮਰੀਕਾ ਵਰਗੇ ਮੁਲਕ ਇੱਧਰ ਸੁਣਨ ਨੂੰ ਆਉਂਦਾ ਤੇ ਫਿਰ ਆਪਾਂ ਕਿਹਦੇ ਪਾਣੀ ਆ ਰਿਹਾ। ਮੈਨੂੰ ਲੱਗਦਾ ਵੀ ਇਹ ਉਹ ਚੀਜ਼ਾਂ ਨੇ ਜਿਹੜੀਆਂ ਕਿ ਗਲੋਬਲੀ ਦੇਖਣ ਦੀ ਲੋੜ ਹੈ, ਕਿਉਂਕਿ ਇੰਡੀਆ ਜਿਹੜਾ ਉਹ ਇੱਕ ਐਸਾ ਦੇਸ਼ ਹੈ ਜਿਹਦਾ ਇੰਪੈਕਟ ਪੂਰੀ ਦੁਨੀਆ ਤੇ ਆ। ਤੇ ਮੈਨੂੰ ਲੱਗਦਾ ਵੀ ਦੇਸ਼ ਦੇ ਤੌਰ ਤੇ ਜ਼ਰੂਰ ਉਹ ਚੀਜ਼ ਸੋਚਣੀ ਚਾਹੀਦੀ ਹੈ ਕਿ ਵੀ ਕਿੱਥੇ ਕਿਹੜੀ ਚੀਜ਼ ਦੀ ਲੋੜ ਆ। ਤੇ ਮੈਨੂੰ ਲੱਗਦਾ ਵੀ ਸਭ ਤੋਂ ਵੱਡੀ ਸਿੱਖਿਆ ਤੇ ਕਰੋਨਾ ਦੇ ਗਿਆ ਸੀ।
ਵੀ ਹੋਰ ਸਾਰੀਆਂ ਇੰਡਸਟਰੀਆਂ ਭਾਵੇਂ ਮਿੱਟੀ ਹੋ ਜਾਣ ਪਰ ਕਿਸਾਨੀ ਚੱਲਦੀ, ਖੇਤੀ ਚੱਲਦੀ। ਜੀ। ਤੇ ਜੇ ਆਪਣੀ ਜ਼ਮੀਨ ਉਹ ਜ਼ਰਖੇਜ਼ ਭੂਮੀ ਸਾਰਾ ਕੁਝ ਉਗਾਉਂਦੀ ਆ, ਬੰਦੇ ਦੇ ਚੱਲਣ ਲਈ ਜਿਹੜੀ ਅਨਾਜ ਚਾਹੀਦਾ ਜਾਂ ਉਹਦੀ ਰੋਟੀ ਦੀ ਭੁੱਖ ਪੂਰੀ ਕਰਨ ਦੇ ਲਈ ਸਾਰਾ ਕੁਝ ਚਾਹੀਦਾ, ਉਹ ਮਿੱਟੀ ਉਹ ਪੈਦਾ ਕਰਦੀ। ਆਪਾਂ ਉਹ ਸੌਖਾ ਤਾਜ਼ਾ ਵਧੀਆ ਆਪਣੇ ਕੋਲ ਪੈਦਾ ਕਰ ਲਈਏ ਤੇ ਫਿਰ ਕੋਈ ਗੱਲ ਨਹੀਂ, 3 ਡੰਗ ਦੀ ਰੋਟੀ ਮਿਲਦੀ ਰਹੀ ਤੇ ਰਿਸੈਸ਼ਨ ਭਾਵੇਂ 2 ਸਾਲ ਰਹੀ ਜਾਵੇ, ਟਾਈਮ ਤੇ ਲੰਘ ਹੀ ਜਾਣਾ। ਆ ਫਿਰ ਕੀ ਹੋ ਸਕਦਾ, ਘਰਾਂ ਦੀਆਂ ਕੀਮਤਾਂ ਵੱਧ ਘਟ ਜਾਣਗੀਆਂ, ਕਾਰਾਂ ਕੁਝ ਘੱਟ ਵਿਕ ਜਾਣਗੀਆਂ, ਲੰਗਰ ਪ੍ਰਸ਼ਾਦਾ ਚੱਲੂ। ਬਸ ਮਤਲਬ ਬੰਦਾ ਨਹੀਂ, ਬੰਦੇ ਨੂੰ ਕੁਝ ਨਹੀਂ ਹੁੰਦਾ, ਚੀਜ਼ਾਂ ਬੰਦੇ ਨੇ ਬਣਾਈਆਂ ਨੇ। ਜੀ। ਜੇ ਆਪਾਂ ਇਹ ਗੱਲ ਕਰਦੇ ਵੀ ਅੱਜ ਤੋਂ 50 ਸਾਲ ਪਹਿਲਾਂ ਘਰ ਕਿਸੇ ਤਰ੍ਹਾਂ ਦੇ ਸੀ, ਸੜਕਾਂ ਕੱਚੀਆਂ ਸੀ, ਰਾਹ ਉੱਦਾਂ ਦੇ ਸੀ, ਸਹੂਲਤਾਂ ਹੈ ਨਹੀਂ ਸੀ। ਅੱਜ ਵੀ ਹੋ ਸਕਦਾ ਜੇ ਮੰਨ ਲਓ ਉਹੋ ਜਿਹੀ ਕੋਈ ਨੌਬਤ ਆ ਜਾਵੇ, 1.5-2 ਸਾਲ ਲੋਕ ਮੋਬਾਈਲ ਤੋਂ ਬਿਨਾਂ ਰਹਿ ਲੈਣਗੇ, ਰੋਟੀ ਤੋਂ ਬਿਨਾਂ ਨਹੀਂ ਰਹਿ ਜਾਣਾ। ਨਹੀਂ ਮੁਸ਼ਕਲ ਹੋ ਜਾਂਦਾ। ਬਾਕੀ ਸੰਧਾਲੀਆ ਸਾਹਿਬ, ਹੁਣ ਥੋੜਾ ਜਿਹਾ ਆਪਾਂ ਅਗਲੇ ਪਾਸੇ ਨੂੰ ਚੱਲੀਏ। ਕਹਿੰਦੇ ਆ ਕਿ ਤੁਹਾਡੇ ਵਾਲੇ ਬੰਦੇ, ਅੱਛਾ ਸਾਡੇ ਵਾਲੇ, ਤੁਹਾਡੇ ਖਾਸ ਤੌਰ ਤੇ ਤੁਹਾਡੇ ਵਾਲੇ, ਮੈਂ ਕਿਹਾ ਕੋਈ ਕਿਸੇ ਤਰ੍ਹਾਂ ਦੀ ਵਿੱਚ ਇਹਦੇ ਭੁਲੇਖੇ ਵਾਲੀ ਗੱਲ ਨਹੀਂ, ਤੁਹਾਡੇ ਵਾਲੇ ਬੰਦੇ, ਓਕੇ, ਉਹ ਤੁਹਾਡੇ ਵਾਲੇ ਬੰਦੇ ਕਹਿੰਦੇ ਜੀ ਰਾਤ ਨੂੰ ਹੁਣ ਬੜਾ ਕੇ ਉੱਠਦੇ ਆ। ਕਈਆਂ ਦੇ ਬੁੱਲਾਂ ਤੇ ਸਿੱਕਰੀ ਆ ਗਈ, ਕਈਆਂ ਦੇ ਕਹਿੰਦੇ ਜੀ ਮੂੰਹ ਦੇ ਵਿੱਚ ਰੋਟੀ ਦੀ ਬੁਰਕੀ ਪਾਉਂਦੇ ਆ, ਪਹਿਲਾਂ ਜਿਹੜੀ ਸਬਜ਼ੀ ਸਵਾਦ ਬਹੁਤ ਲੱਗਦੀ ਮੂੰਹ 'ਚ ਫੁੱਲੀ ਜਾਂਦੀ ਆ, ਤੇ ਪਾਣੀ ਦੇ ਨਾਲ ਅੰਦਰ ਸਿੱਟਦੇ ਆ, ਤੇ ਘਰ ਦੇ ਪੁੱਛਦੇ ਆ ਜੀ ਕੀ ਹੋਇਆ, ਕੱਚੀਆਂ ਤੇੜੀਆਂ ਆਈ ਜਾਂਦੀਆਂ। ਉਹ ਕਹਿੰਦੇ ਜੀ ਗੱਲ ਤਾਂ ਕੁਛ ਨਹੀਂ, ਆਪ ਤਾਂ 4.5 ਸਾਲ ਸੌਖੇ ਲੰਘਾਤੇ ਸੀ, ਹੁਣ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਪ੍ਰਨੀਤ ਕੌਰ ਹੋਰੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਮਿਲਣਗੇ। ਬੜੇ ਵੱਡੇ ਸਵਾਲ ਪੈਦਾ ਹੋਏ ਕਿ ਜੇ ਕੈਪਟਨ ਸਾਹਿਬ ਦੇ ਕੋਲ ਆਪਣੇ ਕਾਰਜਕਾਲ ਦੇ ਵਿੱਚ ਕੁਝ ਮੰਤਰੀਆਂ ਤੇ ਕੁਝ ਸਾਬਕਾ ਵਿਧਾਇਕਾਂ ਦੇ ਕੱਚੇ ਚਿੱਠੇ ਹੈਗੇ ਆ, ਕਿਹਨੇ ਰੇਤਾ 'ਚ ਨੋਟ ਕਮਾਏ, ਕਿਹਨੇ ਬਜਰੀ 'ਚ ਨੋਟ ਕਮਾਏ, ਕਿਹਨੇ ਕਿਹੜੇ ਕੰਮ ਦੇ ਵਿੱਚੋਂ 4 ਪੈਸੇ ਇਕੱਠੇ ਕੀਤੇ, ਕਿ ਉਦੋਂ ਕਾਰਵਾਈ ਕਰ ਲੈਂਦੇ ਕੈਪਟਨ ਸਾਹਿਬ, ਹੁਣ ਇੱਧਰਲੇ ਪਾਸੇ ਨੂੰ ਤੁਰੇ ਫਿਰਦੇ ਹੋ। ਮੈਂ ਕਹਿੰਦਾ ਨਹੀਂ ਕੀਤੀ, ਕਰਨੀ ਚਾਹੀਦੀ ਸੀ, ਜ਼ਿੰਮੇਵਾਰੀ ਬਣਦੀ। ਆਪਾਂ ਐਸੇ ਪ੍ਰੋਗਰਾਮ 'ਚ ਕਈ ਵਾਰੀ ਕਿਹਾ ਕੈਪਟਨ ਸਾਹਿਬ ਗਲਤ ਹੋ ਗਿਆ, ਬੀਬੀ ਸੋਨੀਆ ਗਾਂਧੀ ਨਹੀਂ, ਸੰਵਿਧਾਨਕ ਤੌਰ ਦੇ ਉੱਤੇ ਅਦਾਲਤਾਂ ਨੂੰ ਫਾਈਲਾਂ ਜਾਣੀਆਂ ਚਾਹੀਦੀਆਂ ਸੀ, ਪਰ ਚਲੋ ਤੁਹਾਡੀ ਆਪਣੀ ਸਮਝ ਹੈ, ਆਪੋ ਆਪਣੀ ਬੁੱਧੀ ਤੇ ਵਿਵੇਕ ਦੇ ਮੁਤਾਬਕ ਹਰ ਬੰਦਾ ਕੰਮ ਕਰਦਾ। ਹੁਣ ਕਿਉਂਕਿ ਪਿਛਲੇ ਦਿਨੀ ਕੈਪਟਨ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਫਾਈਲਾਂ, ਕਿਉਂਕਿ ਫਾਈਲ ਤਾਂ ਉਹ ਹੁੰਦੀ ਨਹੀਂ ਜਿਹੜੀ ਅਦਾਲਤ 'ਚ ਜਾਂਦੀ ਹੈ, ਫਾਈਲ ਉਹ ਹੁੰਦੀ ਹੈ ਜਿਹੜੀ ਸਿਆਸੀ ਪਾਰਟੀ ਕੋਲ ਜਾਂਦੀ ਹੈ, ਕਿ ਮੇਰੇ ਕੋਲ ਫਾਈਲਾਂ, ਲੋਕ ਕਹਿੰਦੇ ਦੇ ਦਿਓ ਜੀ, ਉਹ ਕਹਿੰਦੇ ਮੰਗ ਲੈਣ, ਭਗਵੰਤ ਮਾਨ ਸਾਹਿਬ ਦੇ ਦਿਆਂਗੇ, ਗੱਲ ਕਿਹੜੀ ਆ, ਰੱਖੀਆਂ ਮੈਂ, ਹੁਣ ਪੈਨ ਡਰਾਈਵ ਦੇ ਵਿੱਚ ਵੀ ਹੈਗੀਆਂ, ਦਸਤੀ ਵੀ ਹੈਗੀਆਂ। ਫਿਰ ਬੜਾ ਰੌਲਾ ਪਿਆ, ਕੈਪਟਨ ਸਾਹਿਬ ਦਿਓ ਫਾਈਲਾਂ, ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ ਗੱਲ ਉੱਪਰ ਲੈਣ ਦੀ। ਹੁਣ ਕੈਪਟਨ ਸਾਹਿਬ ਦੇ ਇੱਕ ਬੜੇ ਨਜ਼ਦੀਕੀ ਸਾਥੀ ਨੇ ਬਾਲਿਆਂ ਵਾਲੀ ਸਾਹਿਬ, ਉਹਨਾਂ ਨੇ ਟਵੀਟ ਕਰ ਦਿੱਤਾ, ਕਹਿੰਦੇ ਜੀ ਬੜੀ ਛੇਤੀ ਕੈਪਟਨ ਅਮਰਿੰਦਰ ਸਿੰਘ ਤੇ ਬੀਬੀ ਪ੍ਰਨੀਤ ਕੌਰ ਉਹ ਭਗਵੰਤ ਮਾਨ ਸਾਹਿਬ ਨੂੰ ਮਿਲਣਗੇ, ਤੇ ਮਿਲ ਕੇ ਫਿਰ ਕਹਿੰਦੇ ਜੀ ਚਰਚਾ ਤਾਂ ਹੋਊਗੀ ਨਾ ਫਿਰ ਜਿਹੜਾ ਮੁੱਦਾ ਚੱਲਦਾ, ਤੇ ਜੇ ਸਾਰੀਆਂ ਨਹੀਂ ਥੋੜੀਆਂ ਨਹੀਂ ਉਹ ਫਾਈਲਾਂ ਵੀ ਕੈਪਟਨ ਸਾਹਿਬ ਨੇ ਭਗਵੰਤ ਮਾਨ ਸਾਹਿਬ ਵੱਲੋਂ ਕਰ ਦਿੱਤੀਆਂ, ਤੇ ਹੋ ਸਕਦਾ ਜੇਲ੍ਹਾਂ ਦੇ ਵਿੱਚ ਰੌਣਕਾਂ ਭੋਰਾ ਖੋਰ ਲੱਗ ਜਾਣ ਭਾਈ। ਨਹੀਂ ਉਹ ਤੇ ਲੱਗ ਜਾਣਾ, ਪਰ ਦੇਖੋ ਸਮਾਂ ਕਿੱਡਾ ਬਲਵਾਨ ਆ ਨਾ। ਉਦੋਂ ਜੋ ਮੇਰੇ ਖਿਆਲ ਨਾਲ ਚਰਚਾ ਜੀ 'ਚ ਸੀਗੀ ਜੇ ਆਮ ਆਦਮੀ ਪਾਰਟੀ, ਤੇ ਉਦੋਂ ਗੱਲ ਕਿਉਂਕਿ ਕੈਪਟਨ ਸਾਹਿਬ ਉਦੋਂ ਕੁਰਸੀ ਦੇ ਸੀਗੇ, ਫਿਰ ਵਿੱਚੋਂ ਜਦੋਂ ਕੁਰਸੀ ਉਹਨਾਂ ਨੇ ਛੱਡ ਦਿੱਤੀ, ਫਿਰ ਉਹਨਾਂ ਵੱਖਰੀ ਪਾਰਟੀ ਬਣਾ ਲਈ, ਉਦੋਂ ਕਿਉਂਕਿ ਸਿਆਸੀ ਲੜਾਈ ਸੀ, ਉਦੋਂ ਗੱਲਾਂ ਕਰਦੇ ਲੈ ਉਹ ਕਿਤੇ ਬੰਦੇ ਆ, ਉਹਨਾਂ ਕੋਲੋਂ ਕਿਤੇ ਪੰਜਾਬ ਸੂਬਾ ਸੰਭਲਣਾ, ਪੰਜਾਬ ਸੂਬਾ ਚਲਾਉਣ ਲਈ ਉਹ ਕਹਿੰਦੇ ਸੀ ਵੀ ਕੁਝ ਵੱਖਰੀ ਤਰ੍ਹਾਂ ਦੀ ਸ਼ਖਸੀਅਤ ਹੋਣੀ ਚਾਹੀਦੀ, ਇੱਦਾਂ ਚੁਟਕਲਿਆਂ ਨਾਲ ਥੋੜ੍ਹਾ ਗੱਲਾਂ ਚੱਲਦੀਆਂ। ਤੇ ਅੱਜ ਵੇਖ ਲਓ ਆ ਵੀ ਸਮਾਂ ਆ ਗਿਆ ਵੀ ਆਪਾਂ ਨੂੰ ਇਹ ਦੱਸਣਾ ਪੈ ਰਿਹਾ ਵੀ ਉਸੇ ਬੰਦੇ ਕੋਲੋਂ ਸਮਾਂ ਲੈ ਕੇ ਉਹਨਾਂ ਨੂੰ ਮਿਲਣ ਜਾਣਾ ਪਿਆ। ਟਾਈਮ ਦੀ ਗੱਲ ਹੈ ਨਾ। ਪਰ ਚਲੋ ਇੱਕ ਗੱਲ ਤਾਂ ਹੈਗੀ ਆ, ਕੁਰਸੀ ਉਹੀ ਆ, ਕੋਠੀ ਵੀ ਉਹੀ ਆ, ਹਰਾ ਪੈਨ ਵੀ ਉਹੀ ਆ, ਮੇਜ਼ ਕੁਰਸੀ ਵੀ ਹੋ ਸਕਦਾ ਕੈਪਟਨ ਸਾਹਿਬ ਜਦੋਂ ਜਾਣ ਉੱਥੇ ਤੇ ਪਛਾਣ ਲੈਣ ਵੀ ਯਾਰ ਇੱਥੇ ਮੈਂ ਬੈਠਾ ਹੁੰਦਾ ਸੀ, ਤੇ ਇੱਧਰ ਉੱਧਰ ਜਿਹੜੇ ਉਹ ਬੰਦੇ ਲਾਗੇ ਬੰਨੇ ਖਲੋਤੇ ਹੋਣ ਉਹ ਵੀ ਉਦੋਂ ਉਹਨਾਂ ਨੂੰ ਨਜ਼ਰ ਆਉਣ ਵੀ ਯਾਰ ਇਹ ਵੀ ਉਹੀ ਨੇ ਜਿਨ੍ਹਾਂ ਨੂੰ ਮੈਂ ਆਰਡਰ ਦੇਣਾ ਸੀ। ਫਰਕ ਸਿਰਫ ਇੰਨਾ ਵੀ ਉਦੋਂ ਜੇ ਮੇਰੇ ਕੋਲੇ ਫੈਲਾਂ, ਜਿਹੜਾ ਸ਼ਬਦ ਤੁਸੀਂ ਵਰਤਿਆ, ਫੈਲਾਂ ਆਈਆਂ ਸੀ ਤੇ ਉਹਨਾਂ ਫੈਲਾਂ ਦੇ ਉੱਪਰ ਮੈਂ ਦਸਤਖਤ ਕਰਕੇ ਕਹਿੰਦਾ ਵੀ ਆਹ ਲਓ ਜੀ ਆਹ ਬੰਦੇ ਗਲਤ ਕਰ ਰਹੇ ਆ, ਇਹਨਾਂ ਨੂੰ ਚੱਕ ਕੇ ਕਰੋ ਅੰਦਰ, ਤੇ ਆਪੇ ਹੀ ਆਹ ਜਿਹੜਾ ਸਮਾਂ ਹੋ ਸਕਦਾ ਉਲਟਾ ਹੁੰਦਾ ਵੀ ਕੈਪਟਨ ਸਾਹਿਬ ਫਿਰ ਪੰਜਾਬ 'ਚ ਹੁੰਦੇ, ਫਿਰ ਕੋਈ ਹੋ ਸਕਦਾ ABC ਬੰਦਾ ਉਹਨਾਂ ਕੋਲੋਂ ਟਾਈਮ ਲੈਂਦਾ ਹੁੰਦਾ ਵੀ ਕੈਪਟਨ ਸਾਹਿਬ ਥੋੜ੍ਹਾ ਜਿਹਾ ਟਾਈਮ ਦਿਓ ਜੀ। ਹੁਣ ਇਹ ਜਿਹੜੀ ਉਦਾਹਰਨ ਆ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਆਪਣੇ ਮੰਤਰੀ ਦੇ ਖਿਲਾਫ ਕਾਰਵਾਈ ਕਰਕੇ ਸੈੱਟ ਕੀਤੀ, ਮੈਨੂੰ ਲੱਗਦਾ ਉਹਦੇ ਤੋਂ ਬਾਅਦ ਇੱਕ ਤਰ੍ਹਾਂ ਦੀ ਵੇਵ ਜੀ ਚੱਲੀ ਹੈ ਵੀ ਮਹਾਰਾਜ ਜੇ ਇੱਕ ਬੰਦੇ ਦੇ ਖਿਲਾਫ ਉਹ ਵੀ 2 ਮਹੀਨਿਆਂ 'ਚ ਕਾਰਵਾਈ ਕੀਤੀ ਜਾ ਸਕਦੀ ਸੀ, ਤੇ ਫਿਰ 40 ਦੇ ਖਿਲਾਫ 4 ਸਾਲਾਂ 'ਚ ਵੀ ਨਹੀਂ ਹੋਈ। ਨਹੀਂ ਇਹ ਤਾਂ ਵੱਡਾ ਮਸਲਾ ਆ। ਬਾਕੀ ਸੰਧਾਲੀਆ ਸਾਹਿਬ 2 ਹੀ ਤਰ੍ਹਾਂ ਦੀਆਂ ਟਿੱਪਣੀਆਂ ਆਉਣੀਆਂ। ਕੁਝ ਲੋਕਾਂ ਨੇ ਕਹਿਣਾ ਕਿ ਕੈਪਟਨ ਸਾਹਿਬ ਤੁਸੀਂ ਕਿਉਂ ਨਹੀਂ ਕਾਰਵਾਈ ਕੀਤੀ, ਸਮਾਂ ਲੰਘ ਚੁੱਕਿਆ, ਕਰਨੀ ਚਾਹੀਦੀ ਸੀ। ਤੇ ਉਹ ਤੇ ਕੈਪਟਨ ਸਾਹਿਬ ਨੂੰ ਪਤਾ ਹੋਣਾ, ਕਦੇ ਤੇ ਉਹ ਵਿਚਾਰੇ ਟਾਈਮ ਲੈਂਦੇ ਆ। ਦੂਸਰੀ ਗੱਲ ਕਿ ਹੁਣ ਮੌਕਾ ਹੈਗਾ, ਕਰਾ ਲਓ, ਨਹੀਂ ਤਾਂ ਇਹ ਜਿਹੜੇ ਤੁਹਾਡੇ ਬੰਦੇ ਆ, ਮੈਂ ਫਿਰ ਕਹਿੰਦਾ ਬੰਦੇ ਸਾਰੇ ਫਿਰ ਮੇਰੇ ਹੀ ਬੰਦੇ ਸਦਾ, ਜੇ ਤੁਸੀਂ ਦੁੱਧ ਡੀਕ ਲਾ ਕੇ ਪੀਤਾ ਬੰਦੇ ਤੁਹਾਡੇ ਹੀ ਆ। ਦੇਖੋ ਯਾਰ ਹੁਣ ਤੇ ਦੁੱਧ ਵੀ ਨਹੀਂ। ਹੁਣ ਜੇ ਉਹਨਾਂ ਨੂੰ ਅਜੇ ਵੀ ਸਿਆਮਾ ਮਿਲ ਜਾਣ, ਤੁਸੀਂ ਇਹ ਦੇਖੋ ਕਿ ਪੰਜਾਬ ਦੇ ਵਿੱਚ ਰੇਤਾ ਬਜਰੀ ਦਾ ਕਾਰੋਬਾਰ ਇਦਾਂ ਨਾ ਸਮਝ ਜਾਓ ਖੱਡਿਆ ਨਾ,
ਇੱਕ ਪਰਿਵਾਰ ਆ, ਉਹਨਾਂ ਕੋਲ ਇੱਕ ਕਮਰਾ, 10 ਸਾਲ ਸੋਚਦੇ ਨੇ ਇਹ ਕਮਰਾ ਹੋਰ ਪਾਉਣਾ। ਅੱਛਾ ਕੀ ਕਰੀਏ ਜੀ, ਇੱਟਾਂ ਸਟਾ ਲਈਆਂ ਜੀ। ਅੱਛਾ ਕੀ ਕਰੀਏ ਜੀ, ਇੰਨੇ ਕੁ ਰੁਪਈਏ ਮਿਹਨਤ ਦੇ ਲੱਗਣੇ ਆ। ਹੁਣ ਮਿਹਨਤ ਦੇ ਕੀ, ਰਾਜ ਮਿਸਤਰੀ ਤਾਂ ਮਜ਼ਦੂਰ, ਉਹ ਵੀ ਕਹਿੰਦੇ ਕੋਈ ਗੱਲ ਨਹੀਂ ਮਜ਼ਦੂਰ ਕਾਹਤੋਂ ਲਾਉਣਾ ਆ, ਇੱਕ ਤਾਂ ਭੋਲੇ ਦੇ ਭਾਪੇ ਨੇ ਆਪ ਲੱਗ ਜਾਣਾ, ਮਾੜੀ ਮੋਟੀ ਇੱਟਾਂ ਉਹਨੇ ਫੜਾਈ ਜਾਣੇ, ਰੋੜੀ ਮੈਂ ਕੁੱਟ ਦੇਣੀ ਆ। ਆਮ ਛੋਟੇ ਪਰਿਵਾਰਾਂ ਦੇ ਵਿੱਚ ਜਿਹੜੇ ਆਰਥਿਕ ਤੌਰ ਤੇ ਕਮਜ਼ੋਰ ਹੁੰਦੇ ਨਾ, ਇਹ ਗੱਲਾਂ ਆਮ ਹੀ ਚੱਲਦੀਆਂ। 4-4 5-5 ਸਾਲ ਪਿੰਡ ਦੇ ਵਿੱਚ ਕੋਈ ਪੱਠਾ ਦੱਥਾ ਲੈਣ ਜਾਂਦੇ ਆ, ਹੋਰ ਕੰਮਕਾਰ ਕਰਦੇ ਆ, ਆਮ ਹੀ ਨਜ਼ਰ ਹੁੰਦੀ ਆ। ਅੱਛਾ ਇਹਨਾਂ ਨੇ ਫਿਰ ਘਰ ਢਾਇਆ, ਇਹਨਾਂ ਨੇ ਹੁਣ ਨਾ ਕੋਠੀ ਪਾਉਣੀ ਆ, ਅੱਛਾ ਆਹ 4 ਕਬਾਲੇ ਦੇ ਦਿਓਗੇ, ਇਹ ਠੀਕ ਨਿਕਲਣੇ ਆ, ਥੋੜੀ ਜਿਹੀ ਰੋੜੀ ਕੁੱਟ ਲਵਾਂਗੇ ਅਸੀਂ, ਆਹ ਜਿਹੜੀ ਚੀਜ਼, ਜਾਣੀ ਕਿ ਬਹੁਤ ਔਖੇ ਹੁੰਦੇ ਲੋਕ। ਤੇ ਆਖਰੀ ਮੌਕੇ ਦੇ ਉੱਤੇ ਜਾ ਕੇ ਜਦੋਂ ਸਾਰਾ ਕੁਝ ਹੋ ਜਾਂਦਾ ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਹੁਣ ਸੈੱਟ ਕਰ ਦੇਣਾ ਸਾਰਾ ਕੁਝ ਤੇ ਆਪਾਂ ਇੱਕ ਕਮਰਾ ਪਾ ਲੈਣਾ, ਰੇਤਾ ਹੀ ਰਹਿ ਗਈ ਆ, ਤੇ ਟਰਾਲੀ ਲੈ ਕੇ ਜਾਂਦੇ ਕਿਸੇ ਦੀ ਮੰਗ ਮੇ, ਉਹ ਕਹਿੰਦੇ ਇਦਾਂ ਨਹੀਂ, ਰੁਪਈਆ 5200 ਲੱਗੂਗਾ, ਘਰ ਪਹੁੰਚਾ ਕੇ ਆਵਾਂਗੇ, ਤੇ ਉਹਨਾਂ ਦਾ ਕੋਠਾ ਫੇਰ ਰਹਿ ਜਾਂਦਾ। ਇਹਨਾਂ ਲੋਕਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਇਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਸਿਰ ਢਕਣ ਨਹੀਂ ਹੋਣ ਦਿੱਤਾ। ਭਗਵੰਤ ਮਾਨ ਸਾਹਿਬ ਜੇ ਆਉਂਦੇ ਨੇ, ਕੈਪਟਨ ਸਾਹਿਬ ਪਰਸੋਂ ਦਾ ਟਾਈਮ ਮੰਗਦੇ ਆ, ਕੱਲ ਦਾ ਦਿਓ। ਇੱਕ ਫਾਈਲ ਦੇ ਕੇ ਜਾਂਦੇ ਆ, ਦੂਜੀ ਨਾ ਰਹੇ, ਉਹ ਜਿੰਨੀਆਂ ਕੁ ਦੇ ਕੇ ਜਾਂਦੇ, ਉਸ ਤੋਂ ਬਾਅਦ ਅਗਲਿਆਂ ਨੇ ਆਪੇ ਦੱਸ ਦੇਣਾ। ਤੁਹਾਡਾ ਇੱਕ ਬੰਦਾ ਬਿਠਾ ਲਿਆ ਨਾ, ਉਹਨੇ ਦੂਜੇ ਦਾ ਨਾਂ ਲੈ ਦੇਣਾ। ਨਹੀਂ ਦੇਖੋ, ਇਹ ਉਹ ਮਸਲਾ ਜਿਹੜਾ ਮਸਲਾ ਮੇਰੇ ਖਿਆਲ ਨਾਲ ਪਿਛਲੀ ਸਰਕਾਰ ਤੇ ਉਹ ਤੋਂ ਵੀ ਪਿਛਲੀ ਸਰਕਾਰ ਵੇਲੇ ਤੋਂ ਚੱਲਦਾ ਰਿਹਾ। ਵੈਸੇ ਜੇ ਤਾਂ ਹੁਣ ਕੈਪਟਨ ਸਾਹਿਬ ਜਾਣਗੇ ਤਾਂ ਜਿੱਦਣ ਮੇਰੇ ਖਿਆਲ ਨਾਲ ਪੰਜਾਬ ਦੀ ਕੱਲੀ ਮੋਟਰ ਦੇ ਉੱਪਰ ਵੀ ਰੰਗ ਕਰਕੇ ਲਿਖਿਆ ਸੀ ਨਾ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਜੀ, ਉਹ ਸਲੋਗਨ ਜ਼ਰੂਰ ਸੀਗਾ ਜਿਹੜਾ ਕਿ ਉਦੋਂ ਉਹ ਪੀਕੇ ਸਾਹਿਬ ਬਣਾ ਕੇ ਦੇ ਗਏ ਸੀ। ਪਰ ਉਸ ਮੋਟਰ ਦੇ ਕੋਲ ਦੀ ਚਾਹੇ ਕੋਈ ਕਈ ਲੈ ਕੇ ਲੰਘਦਾ ਸੀ, ਚਾਹੇ ਲਾਗੋਂ ਸੜਕ ਤੋਂ ਲੰਘਦਾ ਸੀ, ਲਿੰਕ ਰੋਡ ਤੋਂ, ਉਹਦੇ ਦਿਮਾਗ 'ਚ ਮਸਲੇ ਉਹੀ ਚੱਲਦੇ ਸੀ ਵੀ ਯਾਰ ਜਿਹੜੇ ਇਸ ਵਕਤ ਮਸਲੇ ਨੇ, ਉਹਨਾਂ ਮਸਲਿਆਂ ਦਾ ਹੱਲ ਸ਼ਾਇਦ ਇਹ ਜਿਹੜੀ ਮੋਟਰ ਦੇ ਉੱਪਰ ਇਬਾਰਤ ਲਿਖੀ ਹੈ ਇਹ ਵਾਲਾ ਬੰਦਾ ਕਰ ਦੂਗਾ, ਸੋਚਦੇ ਸੀ ਲੋਕ ਉਦੋਂ। ਤੇ ਉਹਨਾਂ ਮਸਲਿਆਂ ਦੇ ਵਿੱਚ ਇਹ ਵੀ ਇੱਕ ਮਸਲਾ ਹੈਗਾ ਸੀ ਯਾਰ, ਰੇਤ ਬਜਰੀ ਦੀ ਸਮਝ ਨਹੀਂ ਆਉਂਦੀ ਵੀ ਚੱਲ ਕੀ ਰਿਹਾ। 17 ਦੇ ਵਿੱਚ ਲੋਕਾਂ ਨੇ ਵੋਟਾਂ ਪਾ ਲਈਆਂ, ਫਿਰ ਲੋਕ ਡੀਕਣ ਲੱਗ ਪਏ ਯਾਰ ਪਤਾ ਨਹੀਂ ਕਦੋਂ ਹੋਊ, ਸ਼ੈਂਤ ਹੋਊ ਅਗਲੀ ਕੱਲ ਨੂੰ, ਸ਼ੈਂਤ ਦਾ ਮਾਮਲਾ ਵੀ ਕੱਲ ਨੂੰ ਹੋ ਜੂ, ਹੈ ਨਾ। ਉਹ ਕੱਲ ਕਰਦਿਆਂ ਕੈਪਟਨ ਸਾਹਿਬ ਦਾ ਵੀ ਸਮਾਂ ਲੰਘ ਗਿਆ ਤੇ ਅੱਜ ਉਹ ਸਮਾਂ ਆ ਗਿਆ ਵੀ ਉਹਨਾਂ ਫਾਈਲਾਂ ਨੂੰ ਕਿਸੇ ਹੋਰ ਨੂੰ ਦੇਣਾ ਪੈ ਰਿਹਾ। ਪਰ ਚਲੋ ਆਸ ਕਰਦੇ ਹਾਂ ਵੀ ਜੇ ਹੁਣ ਵੀ ਇਹ ਮਸਲਾ ਹੱਲ ਹੋ ਜਾਵੇ ਤੇ ਸ਼ਾਇਦ ਉਹ ਰੋਕ ਲੱਗ ਜਾਵੇ। ਪਰ ਜਿਹੜੇ ਮਾਈਨਿੰਗ ਮੰਤਰੀ ਹਰਜੋਤ ਬੈਂਸ ਹੋਰੀ, ਉਹਨਾਂ ਇੱਕ ਵੀਡੀਓ ਜਾਰੀ ਕੀਤੀ ਜੀ, ਉਹ ਕਹਿੰਦੇ ਦੇਖੋ ਮੈਂ ਆਪਣੇ ਵੱਲੋਂ ਇਹ ਦਾਅਵਾ ਕਰ ਸਕਦਾ, ਇਹ ਹਰਜੋਤ ਬੈਂਸ ਹੋਰਾਂ ਦੀ ਵਰਡਿੰਗ ਆ, ਉਹ ਕਹਿੰਦੇ ਵੀ ਇਹ ਦਾਅਵਾ ਕੀਤਾ ਜਾ ਸਕਦਾ ਕਿ ਵੀ ਪੰਜਾਬ ਦੇ ਵਿੱਚ ਹੁਣ ਗੈਰ ਕਾਨੂੰਨੀ ਮਾਈਨਿੰਗ ਲਗਭਗ ਖਤਮ ਆ। ਜੇ ਕਿਤੇ ਵੀ ਅਜੇ ਇੱਕਾ ਦੁੱਕਾ ਕੋਈ ਕੇਸ ਹੈਗੇ ਆ ਤੇ ਉਹਦੀ ਇਨਫੋਰਮੇਸ਼ਨ ਸਾਡੇ ਤੱਕ ਪਹੁੰਚਦੀ ਕਰ ਦਿਓ, ਸਵੇਰੇ ਹੀ ਬੰਦ। ਹੁਣ ਉਹ ਮਾਈਨਿੰਗ ਖਤਮ ਹੋਣ ਦੇ ਪਿੱਛੇ ਜਿਹੜਾ ਲੌਜਿਕ ਉਹ ਦਿੰਦੇ ਆ ਵੀ ਜਦੋਂ ਪਿਛਲੇ ਸਾਲਾਂ ਦੇ ਮੁਕਾਬਲੇ ਆਪਾਂ ਦੇਖਦੇ ਹਾਂ ਵੀ ਇਹਨਾਂ ਮਹੀਨਿਆਂ ਦੇ ਵਿੱਚ ਫਲਾਨੀ ਖੱਡ ਤੋਂ ਕਿੰਨੀ ਪਟਾਈ ਹੋਈ ਜੀ, ਕਿੰਨੀ ਰੇਤ ਨਿਕਲੀ, ਉਹਦੇ ਵਿੱਚ ਤੇ ਜਿਹੜੀ ਹੁਣ ਕੱਢੀ ਜਾ ਰਹੀ ਹੈ ਉਹਦੇ ਅੰਕੜਿਆਂ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ, ਬਹੁਤ ਵੱਡਾ ਅੰਤਰ ਹੈ। ਆਪਾਂ ਮੋਟੀ ਹਿਸਾਬ ਲਾ ਦਿੰਦੇ ਹਾਂ ਵੀ ਜਦੋਂ ਉਹ ਕਹਿੰਦੇ ਵੀ ਪਿਛਲੇ ਸਾਲਾਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਇਸ ਦਿਨ ਦੇ ਵਿੱਚ ਇਸ ਖੱਡ 'ਚੋਂ 4 ਟਰਾਲੀਆਂ ਨਿਕਲੀਆਂ। ਹੁਣ ਜੇ 4 ਟਰਾਲੀਆਂ ਨਿਕਲੀਆਂ ਤਾਂ 4 ਟਰਾਲੀਆਂ ਸਰਕਾਰੀ ਸੀ, ਉਹ ਲਿਖੀਆਂ ਗਈਆਂ ਇਸ ਕਰਕੇ 4 ਟਰਾਲੀਆਂ ਰੇਤਾ ਗਈ ਜੀ, ਉੱਤੇ ਬਣਿਆ ਜੀ ਆਪਣਾ ਟੋਟਲ ਟੈਕਸ 25 ਰੁਪਈਏ ਖਜ਼ਾਨੇ ਵਿੱਚ ਜਮ੍ਹਾਂ ਕਰਾਇਆ ਗਿਆ ਹੈ ਜੀ, ਦਸਤਖਤ ਘੁੱਗੀ ਹੈ ਨਾ। ਹੁਣ ਉਹ ਕਹਿੰਦੇ ਵੀ ਉਹ 4 ਟਰਾਲੀਆਂ ਉਦੋਂ ਨਿਕਲੀਆਂ ਸੀ, ਅਸੀਂ ਉਸੇ ਦਿਨ ਉਸੇ ਥਾਂ ਤੋਂ ਆਪਣੇ ਹਿਸਾਬ ਨਾਲ ਤੁਸੀਂ ਲਾ ਲਓ ਵੀ 5-5 ਗੁਣਾ ਵੱਧ, ਯਾਨੀ ਕਿ 5 ਜਗ੍ਹਾ 20 ਟਰਾਲੀਆਂ ਕੱਢ ਲਈਆਂ। ਉਹ ਕਹਿੰਦੇ ਵੀ ਜਿਹੜੀਆਂ ਉੱਪਰਲੀਆਂ 16 ਟਰਾਲੀਆਂ ਸੀ ਉਹ ਇਹ ਨਹੀਂ ਵੀ ਅਸੀਂ ਅੱਜ ਕੱਢੀਆਂ, ਉਹ ਪਹਿਲਾਂ ਵੀ ਨਿਕਲਦੀਆਂ ਸੀ ਤੇ ਹੁਣ ਵੀ ਨਿਕਲਦੀਆਂ ਨੇ। ਫਰਕ ਸਿਰਫ ਇੰਨਾ ਵੀ ਉਹ ਜੇ ਪਹਿਲੀਆਂ 4 ਸੀ ਉਹਨਾਂ 'ਚ ਸਿਰਫ 25 ਰੁਪਏ ਟੈਕਸ ਜਾਂਦਾ ਸੀ, ਉਤਲੀਆਂ 16 ਦੀਆਂ 16 ਟਰਾਲੀਆਂ ਵਿਕ ਜਾਂਦੀਆਂ ਸੀ। ਹੁਣ ਅਸੀਂ ਉਹ ਜਿਹੜਾ 16 ਦੇ 4 20 ਦੀਆਂ 20 ਉਹ ਆਪਣੇ ਕੰਟਰੋਲ 'ਚ ਕਰ ਲਏ। ਇਹ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਸੰਧਾਲੀਆ ਸਾਹਿਬ ਅਗਲੇ ਸਾਲ ਤੱਕ ਕੰਟਰੈਕਟ ਹੈਗਾ, ਜਿਹੜੇ ਠੇਕੇਦਾਰਾਂ ਨੂੰ ਖੱਡਾਂ ਦਾ ਠੇਕਾ ਦਿੱਤਾ ਅਗਲੇ 2023 ਤੱਕ ਉਹ ਉਹਨਾਂ ਦੇ ਕੰਟਰੋਲ 'ਚ ਰਹਿਣੀ ਆ। ਸਰਕਾਰ ਕਰ ਤਾਂ ਇੰਨਾ ਕੀ ਸਕਦੀ ਆ ਕਿ ਉਹਨਾਂ ਨੂੰ ਕਹੋ ਕਿ ਆਲੇ ਦੁਆਲੇ ਨੂੰ 2 ਨੰਬਰ 'ਚ ਰੇਤਾ ਨਾ ਨਿਕਲੇ, ਕੰਟਰੋਲ ਕਰਨਾ। ਬੈਂਸ ਸਾਹਿਬ ਦਾ ਦਾਅਵਾ ਕਿ ਅਸੀਂ ਕੰਟਰੋਲ ਕਾਬੂ ਕਰ ਲਿਆ, ਬਹੁਤ ਵਧੀਆ ਗੱਲ ਹੈ। ਫਿਰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਾਨੂੰ ਕਿਤੋਂ ਸ਼ਿਕਾਇਤ ਮਿਲਦੀ ਹੈ ਕਿ 2 ਨੰਬਰ ਦੇ ਵਿੱਚ ਮਾਈਨਿੰਗ ਹੋ ਰਹੀ ਹੈ, ਅਸੀਂ ਤੁਰੰਤ ਕਾਰਵਾਈ ਕਰਕੇ ਬੰਦੇ ਚੱਕ ਕੇ ਅੰਦਰ ਦੇ ਦਈਦੇ, ਉੱਥੋਂ ਬੰਦ ਕਰਾ ਦਈਦਾ ਕੰਮ। ਅਸੀਂ ਤਾਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਪੰਜਾਬ ਦੇ ਕੋਨੇ-ਕੋਨੇ 'ਚ ਰਹਿੰਦੇ ਹੋ, ਜੇ ਤੁਹਾਨੂੰ ਕਿਤੋਂ ਵੀ ਜਾਣਕਾਰੀ ਹੈ ਭਾਈ ਸ਼ਿਕਾਇਤ ਲਿਖ ਕੇ ਭੇਜ ਦਿਓ, ਟਿੱਪਣੀ ਕਰ ਦਿਓ ਥੱਲੇ, ਪਤਾ ਲੱਗ ਜੂ ਕਿ ਭਾਈ ਅਜੇ ਵੀ ਟਿੱਪਰ ਟਰਾਲੀਆਂ ਚੱਲਦੇ ਆ ਕਿ ਨਹੀਂ ਚੱਲਦੇ। ਦੂਸਰਾ, ਹਰਜੋਤ ਸਿੰਘ ਬੈਂਸ ਹੋਰਾਂ ਨੇ ਇਸੇ ਪ੍ਰੈਸ ਕਾਨਫਰੰਸ ਦੇ ਵਿੱਚ ਜਾਂ ਇਸੇ ਵੀਡੀਓ ਦੇ ਵਿੱਚ ਇੱਕ ਹੋਰ ਗੱਲ ਕਹੀ, ਉਹ ਕਹਿੰਦੇ ਜੀ ਪਿਛਲੇ ਸਮੇਂ ਦੇ ਵਿੱਚ 2 ਨੰਬਰ ਦਾ ਕੰਮ ਚੱਲਦਾ ਰਿਹਾ। ਇਹ ਸਟੇਟਮੈਂਟ ਬਹੁਤ ਵੱਡੀ ਹੈ ਕਿਉਂਕਿ ਲੋਕਾਂ ਨੂੰ ਅਜੇ ਸਸਤੀ ਰੇਤਾ ਮਿਲਣ ਲੱਗਣੀ ਹੈ। ਹੋ ਸਕਦਾ 2023 ਤੋਂ ਸ਼ੁਰੂ ਹੋਵੇ ਜਾਂ ਕਿੱਦਾਂ ਹੋਵੇ। ਰੇਤਾ ਦਾ ਖੱਡ ਦੇ ਵਿੱਚੋਂ ਨਿਕਲਣਾ ਇੱਕ ਮੁੱਦਾ,
ਰੇਤਾ ਦਾ ਸਸਤੇ ਭਾਅ ਲੋਕਾਂ ਤੱਕ ਪਹੁੰਚਣਾ ਦੂਜਾ ਮੁੱਦਾ, ਕਿਉਂਕਿ ਜਦੋਂ ਲੀਗਲ ਖੱਡ ਦੇ ਵਿੱਚੋਂ ਰੇਤਾ ਨਿਕਲਦੀ ਆ ਸਰਕਾਰ ਨੂੰ ਆਮਦਨ ਹੋ ਗਈ, ਪਰ ਜੇ ਲੋਕਾਂ ਦੇ ਕੋਲੇ ਭਾਅ ਨਹੀਂ ਚੜਿਆ ਫਿਰ ਲੋਕਾਂ ਨੂੰ ਥੋੜ੍ਹਾ ਜਿਹਾ ਘੱਟ ਭਾਅ ਹੁੰਦਾ। ਹੁਣ ਇਸੇ ਕਰਕੇ ਪਿਛਲੇ ਸਮੇਂ ਦੇ ਵਿੱਚ ਜਿਹੜੇ ਬੰਦਿਆਂ ਨੇ, ਕਿਉਂਕਿ ਬੈਂਸ ਸਾਹਿਬ ਆਪ ਕਹਿੰਦੇ ਕਿ 2 ਨੰਬਰ 'ਚ ਹੋਇਆ, ਖੋਲ੍ਹ ਦਿਓ ਇਨਕੁਆਰੀਆਂ, ਕੋਈ ਗੱਲ ਨਹੀਂ। ਕੈਪਟਨ ਸਾਹਿਬ ਦਾ ਕੀ ਪਤਾ ਕਦੋਂ ਫਾਈਲਾਂ ਦੇਣ, ਤੁਸੀਂ ਫਾਈਲਾਂ ਖੋਲ੍ਹ ਲਓ। ਤੁਹਾਡੇ ਅਧਿਕਾਰ ਖੇਤਰ ਦੇ ਵਿੱਚ ਸਾਰਾ ਪਿਛਲੇ ਡਿਪਾਰਟਮੈਂਟ ਦਾ ਕੰਮਕਾਰ ਹੈਗਾ। 2-4 ਬੰਦੇ ਟੰਗੋ ਜ਼ਰੂਰ। ਜੇ ਤੁਸੀਂ 2-4 ਬੰਦੇ ਟੰਗ ਦਿਓਗੇ, ਉਹਨਾਂ ਨੇ 200-400 ਆਪੇ ਹੀ ਫੜਾ ਦੇਣਾ। ਫਿਰ ਉਹਨਾਂ ਦੇ ਘਰਾਂ ਦੇ ਵਿੱਚ ਸੋਫਾ ਕਿੰਨੇ ਦਾ, ਵਿਦੇਸ਼ ਫੇਰੀਆਂ ਕਿੰਨੀਆਂ ਲਾਈਆਂ, ਬੈਂਕਾਂ 'ਚ ਕੀ ਹੈ, ਪਲਾਟ ਕਿੰਨੇ ਲਏ ਆ, ਸ਼ੇਅਰ ਕਿੰਨੇ ਖਰੀਦੇ ਆ, ਆਪਣੇ ਆਪ ਹੀ ਸਰਕਾਰ ਦੇ ਖਜ਼ਾਨੇ 'ਚ ਬਹੁਤ ਕੁਛ ਆ ਜਾਣਾ। ਰੇਤਾ ਨਾ ਸਮਝੋ ਨੋਟ ਆਉਣਗੇ। ਹਾਂ, ਇਹ ਗੱਲ ਹੈਗੀ ਹੈ। ਤੇ ਬਾਕੀ ਚਲੋ ਆਸ ਕਰਦੇ ਹਾਂ ਵੀ ਜੇ ਉਹਨਾਂ ਨੇ ਇਹ ਗੱਲ ਹੁਣ ਚੁੱਕੀ ਆ, ਉਸ ਪਾਸੇ ਉਤਰੇ ਨੇ, ਉਹ ਦਾਅਵਾ ਕਰਦੇ ਆ, ਤੇ ਲੋਕ ਵੀ ਆਉਣ ਵਾਲੇ ਮੇਰੇ ਖਿਆਲ 2-4-6 ਮਹੀਨਿਆਂ ਦੇ ਵਿੱਚ ਫਰਕ ਨਜ਼ਰ ਦੇਖ ਲੈਣਗੇ। ਜੇ ਉਹਨਾਂ ਨੂੰ ਫਰਕ ਵਾਕਈ ਨਜ਼ਰ ਆਇਆ ਤੇ ਫਿਰ ਠੀਕ ਹੈ। ਉਹ ਕਹਿੰਦੇ ਵੀ ਜੇ ਤੇ ਫਰਕ ਪੈ ਗਿਆ ਫਿਰ ਵਾਹ ਭਲੀ ਜੀ, ਤੇ ਜੇ ਨਾ ਗੱਲ ਬਣੀ ਫਿਰ ਜਾ ਭਲੀ। ਵਾਹ ਇੰਨਾ ਕੀ ਫਰਕ ਨਹੀਂ, ਇੰਨਾ ਕੀ ਆ। ਬਾਕੀ ਮੈਂ ਹਰਜੀਤ ਸਿੰਘ ਗਰੇਵਾਲ ਸਾਹਿਬ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਕੈਪਟਨ ਸਾਹਿਬ ਦੀ ਗੱਲ ਚੱਲਦੀ ਸੀ ਨਾ। ਗਰੇਵਾਲ ਸਾਹਿਬ ਜਦੋਂ ਬਿਆਨ ਦਿੰਦੇ ਆ, ਚਰਚਾ ਜ਼ਰੂਰ ਹੁੰਦੀ ਹੈ। ਪਿਛਲੇ 2-2.5 ਸਾਲਾਂ ਤੋਂ ਉਹਨਾਂ ਦੇ ਬਿਆਨ ਜਿਹੜੇ ਆ ਨਾ ਸੁਰਖੀਆਂ 'ਚ ਹੀ ਰਹੇ। ਗਰੇਵਾਲ ਸਾਹਿਬ ਕਹਿੰਦੇ ਜੀ ਦੇਖੋ ਗੱਲ ਇੱਦਾਂ, ਸੰਗਰੂਰ ਦੇ ਵਿੱਚ ਇਲੈਕਸ਼ਨ ਹੈ, ਭਾਰਤੀ ਜਨਤਾ ਪਾਰਟੀ ਸક્ષਮ ਹੈ ਕਿ ਅਸੀਂ ਆਪਣੇ ਪੱਧਰ ਤੇ ਚੋਣਾਂ ਲੜ ਸਕਦੇ ਹਾਂ। ਲੋਕਾਂ ਨੂੰ ਸਾਡੀ ਵਿਚਾਰਧਾਰਾ ਦਾ ਪਤਾ ਲੱਗ ਰਿਹਾ, ਲੋਕਾਂ ਨੂੰ ਸਾਡੀ ਆਈਡੀਓਲੋਜੀ ਦਾ ਪਤਾ ਲੱਗ ਰਿਹਾ, ਲੋਕ ਜੁੜ ਬਹੁਤ ਰਹੇ ਨੇ। ਉਹ ਕਹਿੰਦੇ ਮੈਂ ਤਾਂ ਇੱਕੋ ਹੀ ਗੱਲ ਕਹਿਣਾ ਕਿ ਢੀਂਡਸਿਆਂ ਦਾ ਆਧਾਰ ਹੈਗਾ ਸੰਗਰੂਰ ਦੇ ਵਿੱਚ, ਪਾਰਟੀ ਉਧਰਲੇ ਪਾਸੇ ਵਿਚਾਰੇ। ਕੈਪਟਨ ਸਾਹਿਬ ਨਾਲ ਕਹਿੰਦੇ ਕੋਈ ਫਾਇਦਾ ਫੂਦਾ ਨਹੀਂ ਹੈਗਾ, ਕੈਪਟਨ ਸਾਹਿਬ ਦੀ ਪਾਰਟੀ ਨਾਲ ਆਪਾਂ ਰਲ ਜੀਏ, ਉਹਨਾਂ ਨਾਲ ਗੱਠਜੋੜ ਕਰ ਲਿਓ, ਬਹੁਤ ਹੀ ਗੱਲ ਗੁਲ ਬਣਦੀ ਨਹੀਂ। ਹੁਣ ਤਿਲਾਂ 'ਚ ਤੇਲ ਤੂੰ ਲੈ ਨਹੀਂ। ਹੁਣ ਰਾਜਪੁਰੇ ਤੋਂ ਉਹ ਚੋਣ ਲੜੇ ਸੀ, ਰਾਜਪੁਰਾ ਪਟਿਆਲੇ 'ਚ ਆ, ਪਟਿਆਲੇ 'ਚ ਕੈਪਟਨ ਸਾਹਿਬ ਨੇ। ਜਿਹੜੀ ਗੱਲ ਕੀ ਹੈ ਕਿ ਗਰੇਵਾਲ ਸਾਹਿਬ 3 ਧਿਰਾਂ ਦੇ ਗੱਠਜੋੜ ਦੇ ਵਿੱਚੋਂ 2 ਧਿਰਾਂ ਨੂੰ ਤਾਂ ਮਾਨਤਾ ਦਿੰਦੇ ਆ, ਤੀਸਰੀ ਧਿਰ ਵਾਲੇ ਪਾਸੇ ਥੋੜ੍ਹੇ ਜਿਹਾ ਹੋਰ ਤਰ੍ਹਾਂ ਨੇ। ਨਹੀਂ, ਗਰੇਵਾਲ ਸਾਹਿਬ ਦੇ ਇਸ ਬਿਆਨ 'ਚੋਂ ਇੱਕ ਗੱਲ ਤੇ ਨਿਕਲਦੀ ਹੈ, ਕਿਉਂਕਿ ਗਰੇਵਾਲ ਸਾਹਿਬ ਹੈਗੇ ਆ ਬੰਦੇ ਵੱਡੇ ਜੀ, ਅੰਦਰਲੇ ਬੰਦੇ ਬੀਜੇਪੀ ਦੇ। ਉਹਨਾਂ ਨੇ ਜੇ ਸਟੇਟਮੈਂਟ ਦਿੱਤੀ ਹੈ ਤੇ ਇਹਦਾ ਮਤਲਬ ਵੀ ਉਹਨਾਂ ਨੇ ਅੰਦਰਲੇ ਕਾਗਜ਼ ਦੇਖ ਲਿਆ ਵੀ ਉੱਥੇ ਕਾਗਜ਼ ਹੈ ਨਹੀਂ ਹੁਣ, ਹੈ ਨਾ। ਇਹਦਾ ਮਤਲਬ ਇਹ ਹੋ ਗਿਆ ਵੀ ਅੰਦਰਲੇ ਕਾਗਜ਼ਾਂ ਜਦੋਂ ਉਹਨਾਂ ਨੇ ਫਾਈਲਾਂ ਚੁੱਕ ਕੇ ਦੇਖਿਓ ਫਲਾਨਾ ਫਲਾਨਾ, ਉਹ ਯਾਰ ਉਹ ਬੰਦੇ ਦਾ ਨਾਂ ਹੈ ਨਹੀਂ ਕਿਤੇ, ਕਹਿੰਦੇ ਉਹ ਕਾਗਜ਼ ਕੱਢ ਕੇ ਬਾਹਰ ਰੱਖਤਾ। ਅੱਛਾ ਚਲੋ ਫਿਰ ਤੇ ਕੰਮ ਠੀਕ ਹੀ ਲੱਗਦਾ। ਇਹਦਾ ਮਤਲਬ ਵੀ ਜੇ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਤੇ ਫਿਰ ਇਸ ਸਟੇਟਮੈਂਟ ਤੋਂ ਇਹ ਗੱਲ ਤੇ ਕਿਤੇ ਨਾ ਕਿਤੇ ਜਾਪਦੀ ਆ ਵੀ ਕੈਪਟਨ ਸਾਹਿਬ ਹੁਣ ਖੁਦ ਬੀਜੇਪੀ ਦੇ ਨੇੜੇ ਲੱਗਣਾ ਚਾਹੁੰਦੇ ਆ। ਬੀਜੇਪੀ ਉਹਨਾਂ ਨੂੰ ਨੇੜੇ ਲਾ ਕੇ ਬਹੁਤਾ ਰਾਜੀ ਹੈ ਨਹੀਂ, ਕਿਉਂਕਿ ਇੱਕ ਗੱਲ ਤੇ ਪੱਕੀ ਆ ਵੀ ਜੇ ਆਪਾਂ ਪਿਛਲੇ ਸਮੇਂ ਦੀਆਂ ਸਟੇਟਮੈਂਟਾਂ ਦੇਖਦੇ ਹਾਂ, ਬੀਜੇਪੀ ਦੀ ਬਹੁਤ ਸਾਰੀ ਪੰਜਾਬ ਵਾਲੀ ਲੀਡਰਸ਼ਿਪ ਜਿਹੜੀ ਹੈ ਉਹ ਇਹ ਬਿਆਨ ਦਿੰਦੀ ਹੁੰਦੀ ਹੈ ਜੀ ਵੀ ਅਸੀਂ ਆਪਣੇ ਪੁਰਾਣੇ ਭਾਈਵਾਲਾਂ ਦੇ ਨਾਲ ਨਹੀਂ ਜੁੜਨਾ, ਕਿਉਂਕਿ ਉਹਨਾਂ ਦੇ ਜਿਹੜੇ ਨਾਲ ਦੋਸ਼ ਲੱਗਦੇ ਨੇ ਉਹ ਸਾਡੇ ਸਿਰ ਮੜੇ ਜਾਂਦੇ ਆ। ਹੁਣ ਗੱਲ ਇਹ ਹੈ ਵੀ ਜੇ ਪੁਰਾਣੇ ਭਾਈਵਾਲਾਂ ਦੇ ਨਾਲ ਤਾਂ ਨਹੀਂ ਜੁੜਨਾ ਵੀ ਉਹਨਾਂ ਦੇ ਦੋਸ਼ ਸਾਡੇ ਸਿਰ ਮੜੇ ਜਾਂਦੇ ਆ, ਤੇ ਨਵੇਂ ਭਾਈਵਾਲ ਜ਼ਰੂਰ ਜੋੜਨੇ ਜਿਹੜੇ 4.5 ਸਾਲਾਂ ਦੇ ਉਹਨਾਂ ਦੇ ਨਾਲ ਜੁੜਨ, ਹੈ ਨਾ। ਸੋ ਮੈਨੂੰ ਲੱਗਦਾ ਵੀ ਉਹ ਇੱਕ ਕੈਲਕੂਲੇਸ਼ਨ ਹੋ ਸਕਦੀ ਆ ਜਿਹੜੀ ਉਹ ਕਰਕੇ ਵੇਖਦੇ ਹੋਣ ਵੀ ਠੀਕ ਆ ਵੀਰ ਮੇਰਿਓ ਵੀ ਇਹਦੇ ਨਾਲ ਆਪਾਂ ਨੂੰ ਫਾਇਦਾ ਤੇ ਕੋਈ ਹੋਣਾ ਨਹੀਂ। ਹਾਂ ਇੰਨਾ ਜ਼ਰੂਰ ਆ ਵੀ ਬਾਅਦ ਦੇ ਵਿੱਚ ਜਿੱਦਣ ਕਿਤੇ ਇਲੈਕਸ਼ਨ ਚੱਲੀ ਤੇ ਜੇ ਬੰਦਾ ਆਪਣੇ ਨਾਲ ਹੀ ਟੈਂਪੂ ਟਰੈਵਲਰ ਤੇ ਚੜਿਆ ਹੋਇਆ ਤੇ ਲੋਕਾਂ ਨੇ ਪੁੱਛ ਲੈਣਾ ਜੀ ਉਹ ਪੁੱਛ ਕੇ ਦੱਸਿਓ ਵੀ 4.5 ਸਾਲ ਫਿਰ ਕਿੱਦਾਂ ਰਹੀ, ਹੈ ਨਾ। ਤੇ ਅਸੀਂ ਵੀ ਚਾਹੁੰਦੇ ਹਾਂ ਸਵਾਲਾਂ ਦੇ ਜਵਾਬ ਦੇ ਦਿਓ। ਮੈਨੂੰ ਸੰਧਾਲੀਆ ਸਾਹਿਬ ਇੱਕ ਘੁੰਮ ਕੇ ਗੱਲ ਹੋਰ ਲੱਗਦੀ ਆ, ਘੁੰਮ ਕੇ ਅੱਡੀ ਤੇ। ਹਾਂ ਤੁਸੀਂ ਦੇਖੋ ਗੱਲ ਘੁੰਮ ਜਾਣੀ ਆ। ਗਰੇਵਾਲ ਸਾਹਿਬ ਜਿਹੜੇ ਨੇ ਉਹ ਕਹਿੰਦੇ ਜੀ ਕੈਪਟਨ ਸਾਹਿਬ ਨਾਲ ਬਹੁਤਾ ਫਾਇਦਾ ਨਹੀਂ, ਢੀਂਡਸੇ ਠੀਕ ਨੇ। ਕੈਪਟਨ ਸਾਹਿਬ ਕਹਿੰਦੇ ਆ ਜੀ ਮੈਂ ਮਿਲਣਾ ਹੈ ਭਗਵੰਤ ਮਾਨ ਸਾਹਿਬ ਨੂੰ, ਤੇ ਹੋ ਸਕਦਾ ਕਿ ਬਹੁਤ ਸਾਰੇ ਬੰਦੇ ਰਾਤ ਬਰਾਤੇ ਸੰਪਰਕ ਕਰਦੇ ਹੁਣ ਕੈਪਟਨ ਸਾਹਿਬ ਇਕੱਠੇ ਰਹੇ ਆ, ਤੁਸੀਂ ਵੀ ਹਰ ਗਏ ਅਸੀਂ ਵੀ ਹਰ ਗਏ, ਵੀ ਮਜਬੂਰੀਆਂ ਹੁੰਦੀਆਂ, ਤੁਸੀਂ ਦੱਸੋ ਆ ਜਾਂਦੇ ਆ, ਤੁਸੀਂ ਦੱਸੋ ਉੱਧਰ ਜਾਈਏ ਕਿ ਤੁਹਾਡੇ ਨਾਲ ਆਈਏ, ਤੁਸੀਂ ਮਿਲਾ ਦਿਓਗੇ ਕਿੱਦਾਂ। ਹੋ ਸਕਦਾ ਕੈਪਟਨ ਸਾਹਿਬ ਦੀ ਅਹਿਮੀਅਤ ਇਸ ਇੱਕ ਬਿਆਨ ਦੇ ਨਾਲ ਹੀ ਵੱਧ ਜਾਏ। ਜੇ 2-4-10 ਬੰਦਿਆਂ ਦੀ ਅੰਦਰ ਖਾਤੇ ਉਹ ਮੁਲਾਕਾਤ ਕਰਾ ਦੇਣ ਕਿ ਛੱਡੋ ਪਰਾਂ 4 ਫਾਈਲਾਂ ਵਿੱਚੋਂ ਬਾਹਰ ਕਰ ਦਿਓ ਬੰਦੇ ਤੁਹਾਡੇ। ਨਹੀਂ ਬੰਦੇ ਲੈ ਜਾਣ, ਰੌਲਾ ਤੇ ਫਾਈਲਾਂ ਦਾ ਨਾ ਚੱਕਰ ਇਹ ਆ ਵੀ ਫਾਈਲਾਂ ਜੇ ਅਗਲੇ ਨੇ ਕੱਢਣ ਤੇ ਆ ਗਏ ਤੇ ਇਹ ਨਾ ਉਹਦੀ ਵੀ ਚਰਚਾ ਪਹੁੰਚ ਜਾਣੀ ਆ ਨਾ। ਹੁਣ ਤੇ ਬੰਦਾ ਜਿੱਥੇ ਹੈਗਾ ਮੰਨ ਲਓ ਵੀ ਬੰਦਾ ਘੁੰਮ ਕੇ ਇੱਥੋਂ ਨੇ ਇੱਥੇ ਚਲੇ ਜਾਂਦਾ, ਫਾਈਲ ਉੱਥੇ ਦੀ ਉੱਥੇ ਹੀ ਹੈ ਜੀ। ਪਹਿਲਾਂ ਜੇ ਫਾਈਲ ਚੋਂ ਨਾ ਬੋਲਣਾ ਹੈ ਫਿਰ ਉਹਨਾਂ ਦਾ ਬੋਲਣਾ ਹੈ, ਤੇ ਇੱਥੇ ਵੀ ਰੌਲਾ ਪੈਣਾ ਵੀ ਯਾਰ ਅੱਛਾ ਇਹ ਤੁਹਾਡੇ ਚੋਂ ਬੰਦੇ ਨਿਕਲੇ ਨੇ ਜੀ ਮਹਾਰਾਜ। ਆਪਾਂ ਕਲੀਨ ਚਿਟ ਦੇ ਦਿਆ ਕਰ ਰਹੀ ਹਾਂ, ਕੋਈ ਗੱਲ ਨਹੀਂ, ਜੇਬ 'ਚ ਹੀ ਹੁੰਦੀ ਆ, ਸਾਰਿਆਂ ਕੋਲ ਹੀ ਹੁੰਦੀ ਆ। ਬਾਕੀ ਸੰਧਾਲੀਆ ਸਾਹਿਬ ਜੀ ਚਰਚਾ ਇਹ ਚੱਲਦੀ ਆ ਕਿ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਉਮੀਦਵਾਰ ਬਣਾਇਆ ਜਾ ਸਕਦਾ। ਹੋ ਸਕਦਾ ਉਹ ਵੀ ਸੋਚਣ ਕਿ ਭਾਈ ਲਹਿਰਾ ਗਾਗਾ ਤਾਂ ਜਿੱਤ ਨਹੀਂ ਹੋਇਆ, ਆਪਾਂ ਫਿਰ ਕੀ ਕਰੀਏ। ਪਰ ਸਿਆਸੀ ਤੌਰ ਤੇ ਜੇ ਪ੍ਰਸੰਗਿਕ ਰਹਿਣਾ ਫਿਰ ਜ਼ਰੂਰੀ ਵੀ ਹੈ। ਵੈਸੇ ਵੀ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਜ਼ੋਰ ਪੂਰਾ ਲਾਇਆ, ਸੀਟਾਂ ਵੀ ਉਹਨਾਂ ਦੀ ਪਾਰਟੀ ਨੂੰ ਥੋੜ੍ਹੀਆਂ ਮਿਲੀਆਂ ਗੱਠਜੋੜ 'ਚ, ਮੁੜ ਕੇ ਸੀਟ ਕੋਈ ਵੀ ਨਹੀਂ ਮਿਲੀ, ਬਹੁਤੇ ਬੰਦਿਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ।
ਜੇ ਹੁਣ ਭਾਰਤੀ ਜਨਤਾ ਪਾਰਟੀ ਆਫਰ ਕਰੂਗੀ ਕਿ ਭਾਈ ਪਰਮਿੰਦਰ ਸਿੰਘ ਜੀ ਤੁਸੀਂ ਚੋਣ ਲੜ ਲਓ ਪਰ ਚੋਣ ਨਿਸ਼ਾਨ ਸਾਡਾ ਹੋਊਗਾ, ਮੈਨੂੰ ਲੱਗਦਾ ਕਿ ਉਹਨਾਂ ਨੇ ਬਹੁਤਾ ਇਤਰਾਜ਼ ਨਹੀਂ ਕਰਨਾ। ਬੜੇ ਬੰਦੇ ਨੇ, ਮਨਜਿੰਦਰ ਸਿੰਘ ਸਿਰਸਾ ਸਾਹਿਬ ਅਕਾਲੀ ਦਲ ਚ ਹੁੰਦੇ ਸੀ, ਭਾਜਪਾ ਦੇ ਚੋਣ ਨਿਸ਼ਾਨ ਤੇ ਚੋਣ ਲੜ ਲੈਂਦੇ ਸੀ। ਇੱਧਰਲੇ ਪਾਸੇ ਮਨਪ੍ਰੀਤ ਸਿੰਘ ਬਾਦਲ ਸਾਹਿਬ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੂਬਾ ਪ੍ਰਧਾਨ ਸਨ, ਉਹਨਾਂ ਨੇ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਦੇ ਉੱਤੇ ਚੋਣ ਲੜ ਲਈ ਸੀ। ਇੱਧਰਲੇ ਪਾਸੇ ਖਹਿਰਾ ਸਾਹਿਬ ਆਮ ਆਦਮੀ ਪਾਰਟੀ ਦੇ ਵਿਧਾਇਕ ਸਨ, ਪਰ ਉਹਨਾਂ ਨੇ ਆਪਣੀ ਪਾਰਟੀ ਬਣਾ ਕੇ, ਪੰਜਾਬ ਏਕਤਾ ਪਾਰਟੀ ਸੀ, ਬਠਿੰਡੇ ਚੋਣ ਲੜ ਲਈ ਸੀ। ਯਾਨੀ ਕਿ ਬਹੁਤ ਕੁਝ ਹੋ ਜਾਂਦਾ। ਕੈਪਟਨ ਸਾਹਿਬ ਦੀ ਪਾਰਟੀ ਦੇ 5-7 ਬੰਦੇ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜੇ ਆ ਹੁਣੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ। ਯਾਨੀ ਕੋਈ ਬਹੁਤ ਵੱਡੀ ਗੱਲ ਨਹੀਂ, ਕਿਉਂਕਿ ਅਰਵਿੰਦ ਖੰਨਾ ਸਾਹਿਬ ਦਾ ਨਾਂ ਗੂੰਜਦਾ ਸੀ ਕਿ ਉਹਨਾਂ ਨੂੰ ਟਿਕਟ ਦਿੱਤੀ ਜਾਊਗੀ, ਪਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੇ 9 ਵਿਧਾਨ ਸਭਾ ਹਲਕੇ ਸੰਗਰੂਰ ਲੋਕ ਸਭਾ ਹਲਕੇ ਦੇ ਅਧੀਨ ਆਉਂਦੇ ਆ, ਉਹਦੇ ਵਿੱਚੋਂ ਬਹੁਤੇ ਪਿੰਡੂ ਹਲਕੇ ਨੇ। ਸਿਰਫ ਬਰਨਾਲਾ ਤੇ ਸੰਗਰੂਰ, ਉਹਦੇ ਵਿੱਚੋਂ ਵੀ ਸੰਗਰੂਰ ਹੀ ਉਹੀ ਇੱਕ ਐਸਾ ਹਲਕਾ ਲਾ ਲਓ ਜਿਹੜਾ ਥੋੜਾ ਜਿਹਾ ਸ਼ਹਿਰੀ ਖੇਤਰ ਵਾਲਾ ਹੈ, ਜਿੱਥੋਂ ਭਾਰਤੀ ਜਨਤਾ ਪਾਰਟੀ ਨੂੰ 4 ਵੋਟਾਂ ਦੀ ਆਸ ਹੋ ਸਕਦੀ ਹੈ। ਨਹੀਂ ਤਾਂ ਪਿੰਡੂ ਖੇਤਰ ਦੇ ਵਿੱਚ, ਕਿਉਂਕਿ ਢੀਂਡਸਾ ਪਰਿਵਾਰ ਦੀ ਉਹ ਕਰਮ ਭੂਮੀ ਰਹੀ ਸਿਆਸੀ ਤੌਰ ਤੇ, ਲੋਕ ਥੋੜਾ ਪਸੰਦ ਕਰਦੇ ਆ ਜਾਂ ਬਹੁਤਾ। ਉਮੀਦ ਹੈ ਕਿ ਕੈਪਟਨ ਸਾਹਿਬ ਭਾਜਪਾ ਤੇ ਢੀਂਡਸਾ ਸਾਹਿਬ ਦੀ ਪਾਰਟੀ ਦੇ ਗੱਠਜੋੜ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਲੜ ਸਕਦੇ ਆ। ਨਹੀਂ, ਮੇਰਾ ਖਿਆਲ ਜਿੱਦਣ ਇਹ ਗੱਲ ਚੱਲੀ ਸੀ ਸੰਗਰੂਰ ਜ਼ਿਮਨੀ ਚੋਣ ਵਾਲੀ, ਉਦੋਂ ਹੀ ਆਪਾਂ ਮਾੜੀ ਜੀ ਗੱਲ ਕੀਤੀ ਸੀ ਵੀ ਜੇ ਇਸ ਵਕਤ ਸਭ ਤੋਂ ਵੱਧ ਅੱਪਰ ਹੈਂਡ ਜਾਪਦਾ ਤੇ ਉਹ ਢੀਂਡਸਾ ਪਰਿਵਾਰ ਦਾ। ਤੇ ਮੈਨੂੰ ਲੱਗਦਾ ਵੀ ਹੋ ਸਕਦਾ ਵੀ ਉੱਥੇ ਜੇ ਲੋਕਲ ਸਰਵੇ ਉਹਨਾਂ ਨੇ ਕਰਵਾਇਆ ਹੋਵੇ ਤੇ ਉਹਨਾਂ ਨੂੰ ਸਮਝ ਲੱਗੀ ਹੋਵੇ ਵੀ ਯਾਰ ਜਿਹੜਾ ਪਰਿਵਾਰ, ਜਿਹੜਾ ਟੱਬਰ ਇੰਨੇ ਦਹਾਕਿਆਂ ਤੋਂ ਇੱਥੇ ਵਿਚਰਦਾ ਰਿਹਾ ਵੀ ਉਹਨਾਂ ਦਾ ਫਿਰ ਵੀ ਆਧਾਰ ਹੈਗਾ, ਤੇ ਕਿਉਂ ਨਾ ਆਪਾਂ ਇੱਕ ਨਵਾਂ ਬੰਦਾ ਲਿਆ ਕੇ ਤੇ ਇਹਨਾਂ ਨੂੰ ਆਖੇ ਵੀ ਤੁਸੀਂ ਇਹਨਾਂ ਦੇ ਨਾਲ ਖੜ ਕੇ ਤੇ ਹਰੇਕ ਸਟੇਜ ਤੇ ਬਿਆਨ ਦਿਓ, ਵੇਖੋ ਜੀ ਇਹਨਾਂ ਨੂੰ ਪਈ ਵੋਟ, ਸਮਝੋ ਸਾਨੂੰ ਪਈ ਵੋਟ, ਉਹਦੇ ਨੂੰ ਚੰਗਾ ਨਹੀਂ ਹੈ ਵੀ ਤੁਸੀਂ ਮੈਨੂੰ ਪਾ ਦਿਓ ਵੋਟ ਜੀ, ਅਗਲੇ ਜਾ ਕੇ ਉੱਥੇ ਇਹ ਕਹਿਣ। ਹੋ ਸਕਦਾ ਵੀ ਇਹ ਚੀਜ਼ ਹੋ ਜਾਏ। ਬਾਕੀ ਇਹ ਆ ਸਾਰੀਆਂ ਜੇ ਕਿਆਸ ਰਾਈਆਂ, ਕਿਉਂਕਿ ਕਦੋਂ ਕਿੱਥੇ ਕੀ ਕਿਵੇਂ ਹੋਣਾ ਕੋਈ ਸਮਝ ਨਹੀਂ ਲੱਗਦੀ। ਅਜੇ ਕੱਲ੍ਹ ਤੱਕ ਚਰਚਾ ਚੱਲਦੀ ਸੀ ਯਾਰ ਵੀ ਪਤਾ ਨਹੀਂ ਕੌਣ ਬੰਦੇ ਉਹ 2 ਹੋਣਗੇ ਜਿਨ੍ਹਾਂ ਨੂੰ ਰਾਜ ਸਭਾ ਦੀ ਨੁਮਾਇੰਦਗੀ ਮਿਲੇਗੀ ਆਮ ਆਦਮੀ ਪਾਰਟੀ ਤਰਫੋਂ। ਫਿਰ ਚਰਚਾ ਚੱਲੀ ਵੀ ਬਲਬੀਰ ਸਿੰਘ ਸੀਚਾ ਹੋਰੀ ਸੁਲਤਾਨਪੁਰ ਲੋਧੀ ਵਾਲੇ, ਵੀ ਉਹਨਾਂ ਦੇ ਕੋਲ ਬੰਦੇ ਜਿਹੜੇ ਨੇ ਉਹ ਗਏ ਨੇ ਤੇ ਕੋਈ ਚਰਚਾ ਤਾਂ ਨਹੀਂ। ਅਜੇ ਚਰਚਾ ਸ਼ਾਮਾਂ ਪੈਂਦੀਆਂ ਤੱਕ ਚੱਲੀ ਹੈ ਤੇ ਅਗਲੇ ਦਿਨ ਨੂੰ ਨਾਮ ਹੀ ਸਾਹਮਣੇ ਆ ਗਿਆ ਵੀ ਉਹ ਭਗਵੰਤ ਮਾਨ ਸਾਹਿਬ ਨੇ ਕਲੀਅਰ ਕਰਤਾ ਵਧਾਈ ਦੇ ਕੇ ਵੀ 2 ਨਾਮ ਰਾਜ ਸਭਾ ਦੇ ਲਈ ਜਿਹੜੇ ਕਿ ਪੰਜਾਬ ਲਈ ਤਰਫੋਂ ਭੇਜੇ ਜਾਣੇ ਸੀ। ਉਹਦੇ 'ਚ ਆਮ ਆਦਮੀ ਪਾਰਟੀ ਨੇ ਇੱਕ ਤੇ ਬਾਬਾ ਬਲਵੀਰ ਸਿੰਘ ਸੀਚਾ ਹੋਰਾਂ ਦਾ ਤੇ ਦੂਸਰਾ ਬਿਕਰਮਜੀਤ ਸਾਹਨੀ ਹੋਰਾਂ ਦਾ ਨਾਂ ਜਿਹੜਾ ਉਹ ਦੇਤਾ ਰਾਜ ਸਭਾ ਲਈ। ਸੰਧਾਲੀਆ ਸਾਹਿਬ, ਇਹ ਆਮ ਆਦਮੀ ਪਾਰਟੀ ਦੇ ਲਈ ਹਿਮਾਚਲ ਤੇ ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੈਸਲਾ ਸੀ, ਕਿਉਂਕਿ ਜਿਹੜੇ ਪਹਿਲਾਂ 5 ਰਾਜ ਸਭਾ ਦੇ ਮੈਂਬਰ ਭੇਜੇ ਆ ਉਹਨਾਂ ਦੇ ਵਿੱਚੋਂ ਬਹੁਤਿਆਂ ਦੇ ਉੱਤੇ ਇਤਰਾਜ਼ ਸੀ ਵਿਰੋਧੀ ਪਾਰਟੀਆਂ ਨੂੰ, ਤੇ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਵੀ ਕੋਈ ਬਹੁਤਾ ਚੰਗਾ ਸੁਨੇਹਾ ਨਹੀਂ ਸੀ ਗਿਆ। ਕਿਸੇ ਨੂੰ ਇਹ ਗੱਲ ਚੰਗੀ ਲੱਗੇ ਚਾਹੇ ਮਾੜੀ, ਨਹੀਂ ਸੀ ਗਿਆ ਕਿ ਭਾਈ ਪੰਜਾਬ 'ਚੋਂ ਚੰਗੇ ਬੰਦੇ ਚੁਣਨੇ ਚਾਹੀਦੇ ਸੀ ਜਿਹੜੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨਾਲ ਸੰਬੰਧ ਰੱਖਦੇ ਹੋਣ। ਹੁਣ ਆਮ ਆਦਮੀ ਪਾਰਟੀ ਨੇ ਆ ਜਿਹੜਾ ਫੈਸਲਾ ਕੀਤਾ ਇਹਦੇ ਉੱਤੇ ਕੋਈ ਇਤਰਾਜ਼ ਨਹੀਂ ਆਇਆ। 2 ਰਾਜ ਸਭਾ ਦੇ ਮੈਂਬਰ ਨੇ, ਬਿਕਰਮਜੀਤ ਸਿੰਘ ਸਾਹਨੀ ਸਾਹਿਬ, ਉਹ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਸੰਸਥਾਪਕ ਨੇ। ਅਫਗਾਨਿਸਤਾਨ ਦੇ ਜਿਹੜੇ ਸਿੱਖ ਨੇ ਜਿਹੜੇ ਇੱਧਰਲੇ ਪਾਸੇ ਲਿਆਂਦੇ ਗਏ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਉਹਨਾਂ ਦੀ ਭੂਮਿਕਾ ਮੰਨੀ ਜਾਂਦੀ ਹੈ। ਹਾਲਾਂਕਿ ਬਹੁਤ ਜ਼ਿਆਦਾ ਚਰਚਿਤ ਚਿਹਰਾ ਨਹੀਂ ਪੰਜਾਬ ਦੇ ਵਿੱਚ, ਪਰ ਹੁਣ ਚਰਚਾ ਹੋ ਜਾਣੀ ਹੈ। ਮੌਰੀਸ਼ੀਅਸ ਦੇ ਰਾਸ਼ਟਰਪਤੀ ਨੇ ਉਹਨਾਂ ਨੂੰ ਵਰਲਡ ਪੀਸ ਪ੍ਰਾਈਜ਼ ਦਿੱਤਾ ਹੋਇਆ। ਹੋਰ ਵੀ ਸਿੱਖਿਆ ਸ਼ਾਸਤਰੀ ਵੀ ਨੇ, ਐਜੂਕੇਸ਼ਨਿਸਟ ਵੀ ਨੇ। ਸੋ ਕਈ ਗੱਲਾਂ ਚੱਲਦੀਆਂ ਕਿ ਉਹਨਾਂ ਨੂੰ ਜਿਸ ਤਰੀਕੇ ਦੇ ਨਾਲ ਇੱਕ ਸਮਾਜ ਸੇਵੀ ਦੇ ਤੌਰ ਦੇ ਉੱਤੇ ਵੱਖ-ਵੱਖ ਮੁੱਦਿਆਂ ਤੇ, ਕਿਉਂਕਿ ਸਿੱਖਾਂ ਲਈ ਵੀ ਕੰਮ ਕੀਤਾ, ਐਜੂਕੇਸ਼ਨ ਦੇ ਵਿੱਚ ਵੀ ਕੰਮ ਕੀਤਾ, ਤੇ ਫਿਰ ਲੋਕਾਂ ਦੇ ਵਿੱਚ ਉਹਦਾ ਪੋਜ਼ਿਟਿਵ ਰਿਸਪੌਂਸ ਜਾਊਗਾ। ਪਰ ਜਿਹੜੀ ਗੱਲ ਇਸ ਵੇਲੇ ਤੁਸੀਂ ਕਹੀ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰਾਂ ਦੀ, ਉਹ ਬਹੁਤ ਹੀ ਇੰਪੋਰਟੈਂਟ ਹੈ ਸੰਧਾਲੀਆ ਸਾਹਿਬ। ਇਸ ਕਰਕੇ ਨਹੀਂ ਕਿ ਸੀਚੇਵਾਲ ਸਾਹਿਬ ਨੂੰ ਰਾਜ ਸਭਾ 'ਚ ਭੇਜ ਦਿੱਤਾ। ਹੁਣ ਪਿਛਲੇ ਸਮੇਂ 'ਚ 150 ਕਿਲੋਮੀਟਰ ਤੋਂ ਵੀ ਵੱਧ ਲੰਬੀ ਇੱਕ ਜਿਹੜੀ ਨਦੀ ਜਾਂ ਵੇਈ, ਆਪਾਂ ਸਾਰਿਆਂ ਨੂੰ ਪਤਾ ਇਤਿਹਾਸਕ ਹੈ, ਲੋਕਾਂ ਦੇ ਜਿਹੜੇ ਉਹ ਭਾਵਨਾ ਉਹਦੇ ਨਾਲ ਜੁੜੀ ਹੋਈ ਹੈ। ਤੇ ਆਪਾਂ ਬੜੀਆਂ ਤਸਵੀਰਾਂ ਪਿਛਲੇ 10-15 ਸਾਲਾਂ ਤੋਂ ਦੇਖਦੇ ਆਏ ਹਾਂ ਕਿ ਲੱਕੜ ਦੀ ਬੇੜੀ, ਬਾਬਾ ਬਲਵੀਰ ਸਿੰਘ ਸੀਚੇਵਾਲ ਸਾਹਿਬ ਆਪ ਉਹਦੇ ਵਿੱਚ ਬਹਿ ਜਾਣਾ, ਐਦਾਂ ਕਾਈ ਚੱਕਣੀ। ਇੱਕ ਵਾਰੀ ਮੇਰੇ ਮਿੱਤਰ ਉਹਨਾਂ ਦੇ ਕੋਲੇ ਗਏ, ਉਹਨਾਂ ਨੇ ਆਣ ਕੇ ਦੱਸਿਆ, ਮੈਨੂੰ ਲੱਗਦਾ 15 ਸਾਲ ਪੁਰਾਣੀ ਗੱਲ ਹੋਣੀ। ਉਹ ਕਹਿੰਦੇ ਜੀ ਅਸੀਂ ਤਾਂ ਇੰਟਰਵਿਊ ਕਰਨਾ ਸੀ, ਉਹ ਕਹਿੰਦੇ ਜੀ ਇੱਦਾਂ ਕਰੋ ਅਜੇ ਤਾਂ ਵੇਈ ਸਾਫ਼ ਕਰਨ ਦਾ ਟਾਈਮ ਆ, ਬੂਟੀ ਕਾਈ ਬਹੁਤ ਕੁਛ ਹੁੰਦਾ। ਉਹ ਕਹਿੰਦੇ ਜੀ ਨਾਲ ਹੀ ਬਹਿ ਜਾਓ। ਉਹ ਕਹਿੰਦੇ ਜੀ ਚਿੱਕੜ ਨਾਲ ਲਿਬੜੇ ਉਹ ਵੀ ਐ ਆਪ ਹੀ ਚੱਕ ਕੇ ਪਾਣੀ ਦੇ ਵਿੱਚੋਂ ਬੇੜੀ 'ਚ ਬੈਠ ਕੇ ਉਹ ਕਾਈ ਜੀ ਉਧਰਲੇ ਪਾਸੇ ਰੱਖੀ, ਵਿੱਚੇ ਹੀ ਸੱਪ ਤੁਰੇ ਫਿਰਨ। ਜਾਣੀ ਇੱਕ ਤਾਂ ਹੁੰਦਾ ਨਾ ਕਿ ਬੰਦਾ ਚਿੱਟੇ ਕੱਪੜੇ ਪਾ ਕੇ ਖੜਾ ਹੈ ਕਿ ਭਾਈ ਆ ਵੀ ਸਾਫ਼ ਕਰ ਦਿਓ, ਆ ਵੀ ਸਾਫ਼ ਕਰ ਦਿਓ, ਸ਼ਰਧਾਲੂ ਸਾਰੇ ਸਾਫ਼ ਕਰਨ, ਆਪ ਨਾਲ ਲੱਗਦੇ ਰਹੇ ਹੈ ਪਾਣੀ ਦੇ ਵਿੱਚ, ਆਪ ਸਿੱਧੇ ਗੰਦੇ ਪਾਣੀ ਦੇ ਵਿੱਚ ਵੜ ਜਾਂਦੇ ਰਹੇ ਹੈ। ਤੇ ਲੋਕਾਂ ਦੇ ਵਿੱਚ ਬੜਾ ਪੋਜ਼ਿਟਿਵ ਰਿਸਪੌਂਸ ਹੈ। ਹਾਂ, ਕਈ ਵਾਰੀ ਹੁੰਦਾ ਕਿ ਕੁਝ ਬੰਦੇ ਕਹਿਣ ਜੀ ਐਂ ਚੱਲਦਾ ਜੀ ਕੰਮ, ਆਉਂ ਚੱਲਦਾ, ਪਰ
ਰਾਸ਼ਟਰਪਤੀ ਸਾਹਿਬ ਤੋਂ ਲੈ ਕੇ ਵਿਦੇਸ਼ੀ ਮੰਤਰੀਆਂ ਤੱਕ ਉਹਨਾਂ ਦੇ ਪ੍ਰੋਜੈਕਟ ਦੇਖਣ ਆਉਂਦੇ ਰਹੇ ਆ। ਤੇ ਆਸ ਜਿਹੜੀ ਵੱਜਦੀ ਹੈ ਉਹ ਸੰਧਾਲੀਆ ਸਾਹਿਬ ਬੁੱਢੇ ਨਾਲੇ ਨਾਲ ਜੁੜਦੀ ਹੈ, ਕਿਉਂਕਿ ਪਿਛਲੇ ਸਮੇਂ 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਮੈਂਬਰਾਂ ਨੂੰ ਨਾਲ ਲੈ ਕੇ ਬਾਬਾ ਬਲਵੀਰ ਸਿੰਘ ਸੀਚੇਵਾਲ ਖੁਦ ਦਿਖਾਉਂਦੇ ਰਿਹਾ ਜੀ, ਉਹ ਫੈਕਟਰੀ ਦਾ ਪਾਣੀ ਪੈਂਦਾ, ਉਹ ਜੀ ਸ਼ਹਿਰ ਦਾ ਬਿਨਾਂ ਸੋਧਿਆਂ ਪਾਣੀ ਪੈਂਦਾ, ਆ ਦੇਖੋ ਜੀ ਇਸੇ ਬੁੱਢੇ ਨਾਲੇ 'ਚੋਂ ਸਤਲੁਜ 'ਚ ਮਿਲਦਾ, ਇੱਥੋਂ ਹੀ ਨਹਿਰਾਂ ਨਿਕਲਦੀਆਂ, ਫਿਰ ਗੰਦਾ ਪਾਣੀ ਲੋਕ ਪੀਂਦੇ ਆ, ਲੋਕ ਭਾਵੇਂ ਰਾਜਸਥਾਨ ਦੇ ਨੇ ਭਾਵੇਂ ਪੰਜਾਬ ਦੇ ਨੇ ਬਿਮਾਰ ਹੁੰਦੇ ਆ। ਬਾਬਾ ਬਲਵੀਰ ਸਿੰਘ ਸੀਚੇਵਾਲ ਸਾਹਿਬ ਨੂੰ ਮੌਕਾ ਮਿਲਿਆ, ਬਹੁਤ ਚੰਗੀ ਗੱਲ ਹੈ, ਵਧਾਈ ਹੈ ਉਹਨਾਂ ਨੂੰ। ਤੇ ਪੰਜਾਬ ਦੇ ਲੋਕ ਆਸ ਕਰਦੇ ਆ ਕਿ ਭਾਈ ਜਿਹੜਾ ਪੋਲਿਊਸ਼ਨ ਦਾ ਮੁੱਦਾ, ਪੰਜਾਬ ਦੇ ਦਰਿਆਈ ਪਾਣੀਆਂ ਦੇ ਗੰਧਲੇ ਹੋਣ ਦਾ ਮੁੱਦਾ ਅੱਜ ਤੱਕ ਬਹੁਤ ਸਿਖਰ ਦੇ ਉੱਤੇ ਕਿਸੇ ਨੇ ਨਹੀਂ ਸੀ ਚੱਕਿਆ, ਸ਼ਾਇਦ ਰਾਜ ਸਭਾ ਦੇ ਵਿੱਚ ਉਹ ਆਵਾਜ਼ ਗੂੰਜੇ ਤੇ ਸ਼ਾਇਦ ਉਹ ਮਸਲਾ ਹੱਲ ਹੋਵੇ। ਇਹ ਆਸ ਪੂਰੀ ਆ, ਕਿਉਂਕਿ ਜਿੰਨੀ ਕੁ ਵਾਰ ਮੈਨੂੰ ਮਿਲਣ ਦਾ ਮੌਕਾ ਮਿਲਿਆ ਮੈਂ ਵੀ ਇਸੇ ਤਰ੍ਹਾਂ ਹੀ ਵੇਖਿਆ ਉਹਨਾਂ ਨੂੰ, ਜਾਂ ਟਰੈਕਟਰ ਤੇ ਜਾਂ ਟਰੈਕਟਰ ਜੇ ਉਹ ਚਲਾਉਂਦੇ ਤੇ ਆਪ ਮੈਂ ਮੜਗਾੜ ਤੇ, ਫਿਰ ਉਹ ਜਿਸ ਹਿਸਾਬ ਨਾਲ ਕੰਮ, ਕਿਉਂਕਿ ਇੱਕ ਗੱਲ ਹੁੰਦੀ ਆ ਵੀ ਕਿਸੇ ਨੂੰ ਪੁੱਛਣਾ ਵੀ ਜੇ ਮੰਨ ਲਓ ਨਾਲ ਚਲੇ ਗਏ ਨਾ, ਬਹੁਤੇ ਤੌਰ ਤੇ ਆਪਾਂ ਜਦੋਂ ਵੀ ਕਿਸੇ ਵੱਡੀ ਸੰਸਥਾ ਦੇ ਮੁਖੀ ਦੇ ਕੋਲ ਜਾਂਦੇ ਆ ਉਹਨਾਂ ਨੂੰ ਅੱਧੀ ਜਾਣਕਾਰੀ ਹੁੰਦੀ, ਬਹੁਤਾ ਕਰਕੇ ਉਹਨਾਂ ਦਾ ਇੱਕ ਅੱਧਾ ਬੰਦਾ ਨਾਲ ਦੱਸ ਦਿੰਦਾ ਜੀ ਇੱਥੇ ਇਸ ਤਰ੍ਹਾਂ ਹੋਵੇਗਾ, ਇੱਥੇ ਇਸ ਤਰ੍ਹਾਂ ਹੋਵੇਗਾ, ਉਹ ਆਪ ਦੱਸਦੇ ਉਹਨੇ ਕਈ ਤੁਹਾਡਾ ਢੱਕਣ ਚੱਕ ਯਾਰ ਇਹਦੇ ਥੱਲੇ ਆਹ ਪੈਪ ਹੀ ਇੱਕ ਇੱਦਾਂ ਦਾ, ਇਹ ਇੱਧਰੋਂ ਜਾਂਦਾ ਤੇ ਇੱਧਰੋਂ ਜਾਂਦਾ, ਇਹਦੇ ਨਾਲ ਆਹ ਹੁੰਦਾ। ਹਾਲਾਂਕਿ ਜਿਹੜਾ ਉਹਨਾਂ ਨੇ ਆਪਣੇ ਪਿੰਡ ਵਾਲਾ ਪ੍ਰੋਜੈਕਟ ਆ ਉੱਥੇ, ਉਸ ਤੋਂ ਬਾਅਦ ਤਾਂ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਉੱਪਰੋਂ ਆਈਡੀਆ ਲਿਆ ਕਿ ਵੀ ਪਿੰਡ ਦਾ ਜਿਹੜਾ ਪਾਣੀ ਉਹਦੇ ਸਾਰੇ ਪਾਣੀ ਨੂੰ ਇੱਕ ਥਾਂ ਇਕੱਠਾ ਕਰੋ, ਉਸ ਇਕੱਠੇ ਕੀਤੇ ਪਾਣੀ ਨੂੰ ਸਾਫ਼ ਕਰ ਲਓ, ਉਸੇ ਪਾਣੀ ਨੂੰ ਤੁਸੀਂ ਸਿੰਚਾਈ ਲਈ ਵਰਤ ਲਓ। ਕਿੱਡੀ ਵਧੀਆ ਗੱਲ ਹੈ ਵੀ ਆਮ ਤੌਰ ਤੇ ਆਪਾਂ ਇਹ ਸੋਚਦੇ ਹਾਂ ਵੀ ਉਹ ਜੀ ਫਲਾਣੇ ਥਾਂ ਦੇ ਉੱਪਰ ਛੱਪੜ ਨਹੀਂ ਕਿਸੇ ਨੇ ਸਾਫ਼ ਕੀਤਾ ਜੀ, ਫਲਾਣੇ ਥਾਂ ਦੇ ਇਹ ਨਾਲੀ ਨਹੀਂ ਸਾਫ਼ ਕੀਤੀ ਜੀ, ਹੁਣ ਤਾਂ ਗਲੀ 'ਚ ਆ ਗਿਆ ਜੀ, ਉਦੋਂ ਬਾਅਦ ਲੜਾਈ ਹੋ ਗਈ, ਸਿਰ ਪਾਟੇ। ਅੱਜ ਕੱਲ੍ਹ ਕੇਸ ਉੱਤੇ ਚੱਲਦਾ ਹਾਈ ਕੋਰਟ, ਰੌਲਾ ਕਾਹਦਾ ਹੈ, ਕਹਿੰਦਾ ਕਿ ਗਲੀ ਦੇ ਵਿੱਚ ਚਿੱਕੜ ਦਾ। ਉਹ ਜਿਹੜੇ ਮਸਲੇ ਨੇ ਪੰਜਾਬ ਦੇ, ਉਹਨਾਂ ਮਸਲਿਆਂ ਨੂੰ ਜੇ ਉਹਨਾਂ ਨੇ ਆਪਣੇ ਤੌਰ ਤੇ ਹੱਲ ਕਰਕੇ ਇੱਕ ਸਾਹਮਣੇ ਐਗਜ਼ਾਮਪਲ ਸੈੱਟ ਕਰਤੀ, ਉਦਾਹਰਨ ਵੀ ਆਹ ਚੀਜ਼ ਆ, ਇਹ ਇੱਦਾਂ ਨਹੀਂ ਇੱਦਾਂ ਕੀਤੀ ਜਾ ਸਕਦੀ ਆ, ਤੇ ਇਹਨੂੰ ਕਰਨ ਦੇ ਲਈ ਕੋਈ ਬਹੁਤ ਵੱਡੀ ਸਾਇੰਸ ਦੀ ਲੋੜ ਨਹੀਂ, ਆਪਾਂ ਆਪ ਹੀ ਕਰ ਸਕਦੇ ਹਾਂ। ਸੋ ਮੈਨੂੰ ਲੱਗਦਾ ਵੀ ਉਹ ਉਦਾਹਰਨਾਂ ਸੈੱਟ ਕਰਕੇ ਤੇ ਵਾਰ-ਵਾਰ ਇੱਧਰ ਜਾ ਕੇ ਉੱਧਰ ਜਾ ਕੇ ਲੋਕਾਂ ਨੂੰ ਮੰਗ ਪੱਤਰ ਦੇਣਾ ਜਾਂ ਵੱਡੇ ਅਫਸਰਾਂ ਨੂੰ ਕਹਿਣਾ। ਪਿਛਲੇ ਦਿਨੀਂ ਆਪਾਂ ਇਹ ਵੀ ਦੇਖਿਆ ਸੀ ਵੀ ਇਲੈਕਸ਼ਨਾਂ ਤੋਂ ਪਹਿਲਾਂ ਉਹ ਆਪਣੇ ਤੌਰ ਦੇ ਉੱਪਰ ਇੱਕ ਮੈਨੀਫੈਸਟੋ ਬਣਾਈ ਫਿਰਦੇ ਸੀ ਵੀ ਯਾਰ ਜੇ ਕੋਈ ਸਾਡੀ ਗੱਲ ਮੰਨ ਲੂ ਤੇ ਅਸੀਂ ਉਹਨੂੰ ਸਪੋਰਟ ਕਰ ਦਾਂਗੇ। ਹੁਣ ਚਲੋ ਕਿਸੇ ਤਰ੍ਹਾਂ ਵੀ ਸਹੀ, ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਇਹ ਮੌਕਾ ਦਿੱਤਾ ਵੀ ਉਹਨਾਂ ਦੇ ਕੋਲ ਵੀ ਇੱਕ ਹਰਾ ਪੈਨ ਆ ਗਿਆ, ਹੋ ਸਕਦਾ ਉਸ ਹਰੇ ਪੈਨ ਦੇ ਨਾਲ ਕੋਈ ਨਾ ਕੋਈ ਭਲਾ ਹੋ ਜੇ। ਸੰਧਾਲੀਆ ਸਾਹਿਬ ਇਸ ਕਰਕੇ ਬਹੁਤ ਇੰਪੋਰਟੈਂਟ ਹੈ ਇਹ ਮਸਲਾ। ਤੁਸੀਂ ਚੋਣਾਂ ਦੀ ਗੱਲ ਕੀਤੀ, ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬਹੁਤ ਸਾਰੇ ਸੱਜਣ ਸੀ ਜਿਨ੍ਹਾਂ ਨੇ ਇੱਕ ਸਾਂਝਾ ਜਿਹਾ ਮੋਰਚਾ ਬਣਾਇਆ, ਇਲੈਕਸ਼ਨ ਇਸੇ ਲੜਨੀ। ਉਹਦੇ ਵਿੱਚ ਪਿੰਗਲਵਾੜੇ ਵਾਲੇ ਡਾਕਟਰ ਇੰਦਰਜੀਤ ਕੌਰ ਵੀ ਸੀਗੇ, ਉਹਦੇ ਵਿੱਚ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਵੀ ਸੀਗੇ, ਉਹਦੇ ਵਿੱਚ ਚੰਦਬਾਜਾ ਸਾਹਿਬ ਜਿਹੜੇ ਉਹ ਵੀ ਸੀਗੇ। ਸਾਰੇ ਬੰਦੇ ਉਹ ਸਾਰੇ ਇਕੱਠੇ ਹੋ ਕੇ ਕਹਿੰਦੇ ਕੀ ਸੀ ਕਿ ਸਿਆਸੀ ਪਾਰਟੀਆਂ ਵਾਲਿਓ ਕਿਰਪਾ ਕਰਕੇ ਵਾਤਾਵਰਣ ਨੂੰ ਮੁੱਦਾ ਬਣਾ ਲਓ, ਨਹੀਂ ਤਾਂ ਔਖੇ ਹੋ ਜਾਣਗੇ। ਪੰਜਾਬ ਜਾ ਕਿੱਧਰ ਨੂੰ ਰਿਹਾ, ਤੇ ਬਕਾਇਦਾ ਉਹ ਲਿਖਿਆ ਸੀ ਕਿ ਭਾਈ ਜਿਹੜੀ ਸਿਆਸੀ ਪਾਰਟੀ ਸਹਿਮਤ ਆ ਆਓ ਇੱਥੇ ਪ੍ਰੋਗਰਾਮ, ਸਾਰੇ ਪੰਜਾਬ 'ਚ ਪ੍ਰੋਗਰਾਮ ਕੀਤੇ। ਤੇ ਜੇ ਉਹਨਾਂ ਦੇ ਵਿੱਚੋਂ ਇੱਕ ਸ਼ਖਸੀਅਤ ਰਾਜ ਸਭਾ ਦੇ ਵਿੱਚ ਜਾ ਰਹੀ ਹੈ, ਭਾਰਤ ਦੇ ਸਿਆਣੇ ਲੋਕਾਂ ਦੇ ਸਦਨ ਦੇ ਵਿੱਚ ਕੋਈ ਸਿਆਣਾ ਬੰਦਾ ਜਾ ਰਿਹਾ, ਤੇ ਸ਼ਲਾਘਾ ਵੀ ਕਰਨੀ ਬਣਦੀ ਹੈ। ਤੇ ਅਸੀਂ ਬਾਕੀ ਸਿਆਸੀ ਪਾਰਟੀਆਂ ਨੂੰ ਵੀ ਕਹਿੰਦੇ ਆ ਕਿ ਤੁਸੀਂ ਜਿਹੜੇ ਮਰਜ਼ੀ ਸੂਬੇ ਦੇ ਵਿੱਚ ਤੁਹਾਡੇ ਕੋਲ ਐਮਐਲਏ ਹੈਗੇ ਆ, ਤੁਸੀਂ ਰਾਜ ਸਭਾ ਦੇ ਮੈਂਬਰ ਚੁਣਨੇ ਆ, ਜ਼ਰੂਰੀ ਥੋੜੀ ਹੈ ਕਿ ਬੀਬੀ ਮੀਸਾ ਭਾਰਤੀ ਚੁਣਨੀ ਹੈ। ਚੰਗੇ ਬੰਦੇ ਜਿਹੜੇ ਕਿ ਐਨਵਾਇਰਨਮੈਂਟਲਿਸਟ ਨੇ, ਬਾਕੀ ਪਾਸੇ ਨੇ, ਉਧਰਲੇ ਪਾਸੇ ਨੂੰ ਤੁਰਨਾ ਪਊਗਾ। ਤੇ ਇੱਕ ਤੁਹਾਨੂੰ ਸ਼ਾਇਦ ਯਾਦ ਹੋਵੇ, ਕਨੈਕਸ਼ਨ ਜੋੜਨੇ ਬਹੁਤ ਜ਼ਰੂਰੀ ਹੁੰਦੇ ਆ। ਤੁਸੀਂ ਰਾਜ ਸਭਾ ਦੇ ਵਿੱਚ ਤੁਹਾਨੂੰ ਸਮਾਂ ਮਿਲਦਾ, ਤੁਸੀਂ ਬੋਲਦੇ ਹੋ, ਆ ਜਾਂਦੇ ਹੋ, ਉਹ ਵੱਖਰੀ ਗੱਲ ਹੈ। ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਜੇ ਰਾਸ਼ਟਰਪਤੀ ਸਾਹਿਬ ਨੂੰ ਮਿਲਣਾ ਚਾਹਣ, ਉਹਨਾਂ ਨੂੰ ਸਮਾਂ ਦੇਣਗੇ। ਉਹ ਜੇ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲਣਾ ਚਾਹਣ, ਉਹਨਾਂ ਨੂੰ ਉਹ ਸਮਾਂ ਦੇਣਗੇ। ਜੇ ਕਿਸੇ ਕੇਂਦਰੀ ਮੰਤਰੀ ਨੂੰ ਉਹਨਾਂ ਦਾ ਕਾਰਡ ਜਾਊਗਾ, ਉਹਨਾਂ ਦਾ ਸੁਨੇਹਾ ਜਾਊਗਾ ਕਿ ਭਾਈ ਮੈਂ ਮਿਲਣਾ, ਉਹ ਸਮਾਂ ਦੇ ਦੇਣਗੇ, ਕਿਉਂਕਿ ਉਹ ਦੇਸ਼ ਭਰ ਦੇ ਵਿੱਚ ਚਰਚਿਤ ਸ਼ਖਸੀਅਤ ਨੇ। ਸੀਚੇਵਾਲ ਮਾਡਲ ਪੰਜਾਬ 'ਚ ਵੀ ਥਾਂ-ਥਾਂ ਚੱਲਦਾ ਤੇ ਦੇਸ਼ ਦੇ ਵਿੱਚ ਵੀ ਥਾਂ-ਥਾਂ ਚੱਲਦਾ। ਤੇ ਜੇ ਉਹ ਕਹਿਣਗੇ ਜੀ ਸਾਡੇ ਬੁੱਢੇ ਨਾਲੇ 'ਚ ਆਹ ਸਮੱਸਿਆ, ਦੇਖੋ ਜੀ ਇਹ ਸਾਡੇ ਬਿਆਸ ਤੇ ਸਤਲੁਜ ਨੂੰ ਆਹ ਕਰਨ ਵਾਲਾ, ਮੈਨੂੰ ਲੱਗਦਾ ਕਿ ਕੋਈ ਬੰਦਾ ਉਹਨਾਂ ਨੂੰ ਇਨਕਾਰ ਨਹੀਂ ਕਰੂਗਾ। ਪੰਜਾਬ ਨੂੰ ਇੱਕ ਸ਼ਾਨਦਾਰ, ਇੱਕ ਚੰਗਾ ਮੌਕਾ ਮਿਲਿਆ, ਤੇ ਅਸੀਂ ਤਾਂ ਪੰਜਾਬ ਦੇ ਬਾਕੀ ਰਾਜ ਸਭਾ ਮੈਂਬਰਾਂ ਨੂੰ ਵੀ ਬੇਨਤੀ ਕਰਾਂਗੇ ਕਿ ਭਾਈ ਤੁਸੀਂ ਚਾਹੇ ਪੰਜਾਬ ਦੇ ਹੋ ਚਾਹੇ ਬਾਹਰ ਰਹੇ ਹੋ, ਪਰ ਪੰਜਾਬ ਤੋਂ ਚੁਣ ਕੇ ਗਏ ਹੋ। ਜਦੋਂ ਬਾਬਾ ਬਲਵੀਰ ਸਿੰਘ ਸੀਚੇਵਾਲ ਹੋਰੀ ਵਾਤਾਵਰਣ ਦੇ ਮੁੱਦੇ ਤੇ ਗੱਲ ਕਰਨਗੇ, ਕਿਰਪਾ ਕਰਕੇ ਸਾਥ ਦਿਓ, ਭਾਵੇਂ ਤੁਹਾਡੀ ਸਿਆਸੀ ਪਾਰਟੀ ਕੋਈ ਵੀ ਹੈ। ਸਿਆਸੀ ਪਾਰਟੀ ਤਾਂ ਹੁਣ ਬਚੀ ਨਹੀਂ ਕੋਈ, ਮੇਰਾ ਖਿਆਲ 7 ਹੀ ਨਹੀਂ ਰਾਜ ਸਭਾ ਮੈਂਬਰ, ਜਣੀ ਚਲੋ ਕੋਈ ਨਹੀਂ, 7 ਇਹਨਾਂ ਕੋਲੇ ਆ ਗਏ। ਹਾਂ, ਲੋਕ ਸਭਾ ਵਾਲੇ ਜ਼ਰੂਰ, ਕਿਉਂਕਿ ਸਾਂਝੀ ਲੌਬੀ ਆ, ਉੱਥੇ ਮਿਲਿਆ ਤੇ ਉਹਨਾਂ ਨੇ ਕਰਨਾ, ਉਦੋਂ ਜ਼ਰੂਰ ਸੋਚ ਲਿਆ ਕਰਨ ਵੀ ਮਹਾਰਾਜ ਇਹ ਬੰਦੇ ਜੇ ਉੱਧਰ ਗੱਲ ਕਰਦੇ ਤੇ ਆਪਾਂ ਲੋਕ ਸਭਾ 'ਚ ਵੀ ਕਰਨੀ ਆ। ਹੁਣ ਗੱਲ ਕਰੀਏ ਕਿ ਵੀ ਜਿਹੜਾ ਇੱਕ ਫੈਸਲਾ ਲਿਆ ਗਿਆ, 400 ਤੋਂ ਵੱਧ ਵੱਡੀਆਂ ਸ਼ਖਸੀਅਤਾਂ ਜਿਹੜੀਆਂ ਸੀ, ਜਿਹਦੇ 'ਚ ਲੀਡਰ ਸਾਹਿਬਾਨਾਂ ਤੋਂ ਲੈ ਕੇ ਧਾਰਮਿਕ ਸ਼ਖਸੀਅਤਾਂ ਵੀ ਨੇ, ਉਹਨਾਂ ਦੀ ਸੁਰੱਖਿਆ ਦੇ ਵਿੱਚ ਕਟੌਤੀ ਕੀਤੀ, ਜਾਂ ਕਈਆਂ ਦੀ ਕਹਿੰਦੇ ਕੋਈ ਟੋਟਲ ਸੁਰੱਖਿਆ ਵਾਪਸ ਲਈ ਗਈ। ਹੁਣ ਉਸ ਫੈਸਲੇ ਦੇ ਉੱਪਰ ਬਹੁਤਾ ਕਰਕੇ ਤਾਂ ਜਿਹੜੇ ਲੋਕ ਸੀਗੇ ਉਹ ਕਿਸੇ ਨੇ ਇਤਰਾਜ਼ ਨਹੀਂ ਕੀਤਾ, ਪਰ ਹਾਂ 3-4 ਇਤਰਾਜ਼ ਇੱਦਾਂ ਦੇ ਆਏ ਜਿਹੜੇ ਕਿ ਸੁਰਖੀਆਂ ਬਣ ਗਏ ਜੀ। ਸਭ ਤੋਂ ਵੱਡਾ ਇਤਰਾਜ਼ ਤੇ ਜਥੇਦਾਰ ਸਾਹਿਬ, ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸੁਰੱਖਿਆ ਦਾ ਸੀਗਾ ਵੀ ਉਹ ਘਟਾਈ ਗਈ ਸੁਰੱਖਿਆ।
ਨਾਲ ਹੀ ਉਹਨਾਂ ਨੇ ਕਿਹਾ ਵੀ ਆ ਜਿੰਨੇ ਕੁ ਬੰਦੇ ਰਹਿ ਗਏ ਯਾਰ ਤੁਸੀਂ ਵੀ ਵਾਪਸ ਲੈ ਲਓ, ਸਾਨੂੰ ਲੋੜ ਨਹੀਂ ਹੈਗੀ, ਵੀ ਸਿੱਖ ਨੌਜਵਾਨ ਹੈਗੇ ਉਹ ਆਪੇ ਸਾਡੀ ਸੁਰੱਖਿਆ ਕਰ ਲੈਣਗੇ। ਫਿਰ ਪਤਾ ਲੱਗਿਆ ਵੀ ਪੰਜਾਬ ਸਰਕਾਰ ਵੱਲੋਂ ਉਹ ਜਿਹੜੀ ਸੁਰੱਖਿਆ ਸੀ ਉਹ ਬਹਾਲ ਕਰ ਦਿੱਤੀ ਗਈ, ਪਰ ਜਥੇਦਾਰ ਸਾਹਿਬ ਨੇ ਕਿਹਾ ਵੀ ਨਹੀਂ ਜੀ ਸਾਨੂੰ ਲੋੜ ਨਹੀਂ। SGPC ਨੇ ਸ਼ਾਇਦ 4 ਬੰਦੇ ਉਹਨਾਂ ਨੂੰ ਦੇਤੇ ਜੀ। ਨਾਲ ਹੀ ਜਿਹੜੇ ਦੂਸਰੇ ਜਥੇਦਾਰ ਰਘਵੀਰ ਸਿੰਘ ਹੋਰੀ ਆ ਉਹਨਾਂ ਨੇ ਵੀ ਫੈਸਲਾ ਕਰਤਾ, ਉਹ ਕਹਿੰਦੇ ਲਓ ਜੀ ਸਾਨੂੰ ਵੀ ਸੁਰੱਖਿਆ ਦੀ ਲੋੜ ਨਹੀਂ ਹੈ, ਆਪਣੇ ਤੌਰ ਤੇ ਆਪਣੀ ਸੁਰੱਖਿਆ ਕਰ ਲਾਂਗੇ। ਪਰ ਇਹ ਸੁਰੱਖਿਆ ਤੋਂ ਬਾਅਦ ਇੱਕ ਵੱਖਰੀ ਤਰ੍ਹਾਂ ਦੀ ਡਿਬੇਟ ਚੱਲ ਪਈ ਵੀ ਇਹ ਜੋ ਕਾਰਵਾਈ ਕੀਤੀ ਗਈ ਆ ਇਹ ਜਾਇਜ਼ ਆ ਜਾਂ ਫਿਰ ਇਹ ਇਦਾਂ ਨਹੀਂ ਸੀ ਹੋਣੀ ਚਾਹੀਦੀ। ਸੰਧਾਲੀਆ ਸਾਹਿਬ, ਅੰਦਰਲੀਆਂ ਗੱਲਾਂ ਦਾ ਤਾਂ ਤੁਹਾਨੂੰ ਪਤਾ ਜਾਂ ਤੁਹਾਡੇ ਬੰਦਿਆਂ ਨੂੰ ਪਤਾ ਇਹ ਵੀ ਠੀਕ ਹੈ ਨਾ। ਮੈਨੂੰ ਇਹ ਲੱਗਦਾ ਕਿ ਜਦੋਂ ਕਿਸੇ ਦੀ ਸੁਰੱਖਿਆ ਵਾਪਸ ਲਈ ਜਾਂਦੀ ਹੋਊਗੀ ਜਾਂ ਘਟਾਈ ਜਾਂਦੀ ਹੋਊਗੀ ਤਾਂ ਪਹਿਲਾਂ ਜ਼ਰੂਰ ਅਸੈਸਮੈਂਟ ਹੁੰਦੀ ਹੋਊਗੀ। ਅੰਦਰ ਖਾਤੇ ਸੁਰੱਖਿਆ ਕਾਰਨਾਂ ਦੇ ਹਵਾਲਿਆਂ ਨੂੰ ਦੇਖ ਕੇ ਕੋਈ ਨਾ ਕੋਈ ਮਿਆਰ ਰੱਖਿਆ ਜਾਂਦਾ ਹੋਊਗਾ ਕਿ ਕਿਹੜਾ ਬੰਦਾ ਕਿੰਨੇ ਖਤਰੇ 'ਚ, ਉਹਨੂੰ ਕਿੰਨਾ ਕੁ ਬੰਦਾ ਚਾਹੀਦਾ। ਡਿਬੇਟ ਜ਼ਰੂਰ ਚੱਲਣੀ ਚਾਹੀਦੀ ਹੈ, ਜੇ ਕਿਸੇ ਬੰਦੇ ਨੂੰ ਖਤਰਾ ਉਹਨੂੰ ਸੁਰੱਖਿਆ ਜ਼ਰੂਰ ਮਿਲਣੀ ਚਾਹੀਦੀ ਹੈ। ਪਰ ਪੰਜਾਬ ਦੀ ਹਿਸਟਰੀ ਦੱਸਦੀ, ਇਤਿਹਾਸ ਦੱਸਦਾ ਕਿ ਇੱਕ ਤਾਂ ਬਹੁਤ ਸਾਰੇ ਲੋਕ ਟੌਰ ਟੱਪੇ ਲਈ ਜਿਹੜੀ ਕਿਤੇ ਗੱਲ ਚੱਲਦੀ ਹੈ, ਲੈ ਹੁਣ ਆਪਣਾ ਬੰਦਾ ਉੱਥੇ ਆ, ਇੱਕ ਅੱਧਾ ਬੰਦਾ ਤਾਂ ਸੁਰੱਖਿਆ ਵਾਲਾ ਚਾਹੀਦਾ ਨਾ, ਉਹ ਗਾਰਡ ਲੈ ਲੈਂਦੇ ਆ। ਦੂਸਰਾ, ਕਈ ਬੰਦੇ ਇਦਾਂ ਦੇ ਹੁੰਦੇ ਆ ਕਿ ਉਹਨਾਂ ਨੂੰ ਇਹ ਹੁੰਦਾ ਕਿ ਭਾਈ 1-2 ਗਾਰਡ ਨਾਲ ਹੋਣਗੇ, ਸੁਰੱਖਿਆ ਕਰਮਚਾਰੀ ਨਾਲ ਹੋਣਗੇ ਤਾਂ ਕੰਮ ਕਰਾਉਣੇ ਸਰਕਾਰੀ ਦਫ਼ਤਰਾਂ ਦੇ ਵਿੱਚੋਂ ਬੜੇ ਸੌਖੇ ਨੇ, ਲੋਕਾਂ ਦੇ ਵਿੱਚ ਪ੍ਰਭਾਵ ਵਧੀਆ ਜਾਂਦਾ, ਉਹ ਵੀ ਲਈ ਫਿਰਦੇ ਹੁੰਦੇ। ਕਈਆਂ ਨੇ ਤਾਂ ਆਪਣੇ ਆਪ ਦੇ ਉੱਤੇ ਹਮਲੇ ਕਰਾ ਕੇ ਵੀ ਸੁਰੱਖਿਆ ਲਈ। ਜਿਹੜੀ ਵੀ ਗੈਰ ਜ਼ਰੂਰੀ ਸੁਰੱਖਿਆ 200% ਦੀ ਵਾਪਸ ਹੋਣੀ ਚਾਹੀਦੀ ਹੈ। ਉਹ ਥਾਣਿਆਂ 'ਚ ਬੰਦੇ ਆਉਣੇ ਚਾਹੀਦੇ ਆ, ਲੋਕਾਂ ਦੇ ਕੰਮ 'ਚ ਲੱਗਣੇ ਚਾਹੀਦੇ ਆ। ਦੂਸਰੀ ਗੱਲ, ਹਾਂ, ਸਿਆਸੀ ਆਧਾਰ ਦੇ ਉੱਤੇ ਕਿਸੇ ਨੂੰ ਤੰਗ ਨਾ ਕੀਤਾ ਜਾਵੇ। ਹੁਣ 400 ਮੇਰੇ ਖਿਆਲ 24 ਬੰਦਿਆਂ ਦੀ ਸੁਰੱਖਿਆ ਵਾਪਸ ਲਈ ਹੈ। ਸੰਧਾਲੀਆ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਾਂ ਨੂੰ ਪਤਾ ਲੱਗਾ 36 ਬੰਦੇ ਇੱਕ ਬੰਦੇ ਦੀ ਸੁਰੱਖਿਆ 'ਚ 36 ਬੰਦੇ, 36 ਦੀ ਲੋੜ ਤਾਂ ਨਹੀਂ ਹੋਣੀ ਚਾਹੀਦੀ, ਥੋੜਿਆਂ ਦੀ ਚਾਹੀਦੀ ਹੈ। ਹੁਣ ਜੇ ਕਿਸੇ ਨੂੰ ਲੱਗਦਾ ਕਿ ਭਾਈ ਸਾਡੇ ਨਾਲ ਕੋਈ ਧੱਕਾ ਹੋਇਆ, ਅਰਜ਼ੀ ਦੇ ਦਿਓ ਸਰਕਾਰ ਨੂੰ, ਕੋਈ ਗੱਲ ਨਹੀਂ। ਚਾਹੇ ਉਹ ਧਾਰਮਿਕ ਸ਼ਖਸੀਅਤਾਂ ਨੇ, ਚਾਹੇ ਉਹ ਸਾਬਕਾ ਸਰਕਾਰੀ ਅਫਸਰ ਨੇ, ਚਾਹੇ ਉਹ ਸਾਬਕਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਹੋ ਸਕਦਾ ਖਤਰਾ ਹੋਵੇ, ਬਲਾਸਟ ਬਲੂਸਟ ਵੀ ਹੁੰਦੇ ਰਹਿੰਦੇ, ਹਮਲੇ ਵੀ ਹੁੰਦੇ, ਗੈਂਗਵਾਰ ਵੀ ਹੁੰਦੀ ਹੈ, ਸਭ ਕੁਝ ਹੁੰਦਾ। ਪਰ ਇੰਨਾ ਸ਼ੁਕਰ ਹੈ ਕਿ ਕੋਈ ਹੱਥ ਪਾ ਰਿਹਾ, ਇੰਨਾ ਸ਼ੁਕਰ ਹੈ ਕਿ ਕੋਈ ਬੰਦਾ ਇਹ ਕਰ ਰਿਹਾ ਕਿ ਭਾਈ ਆਪਾਂ ਗੈਰ ਜ਼ਰੂਰੀ ਜਿਹੜਾ ਅਮਲਾ ਫੈਲਾ ਕਿਸੇ ਨਾਲ ਉਹੀ ਤੁਰਿਆ ਫਿਰਦਾ। ਕਿੰਨੀ ਵਾਰੀ ਪਤਾ ਲੱਗਦਾ ਕੋਈ ਕਿਸੇ ਦੇ ਨਿਆਣੇ ਛੱਡਣ ਤੁਰਿਆ, ਕੋਈ ਕਿਸੇ ਦੀ ਸਬਜ਼ੀ ਲੈਣ ਤੁਰਿਆ, ਕੋਈ ਕਿਸੇ ਦੇ ਘਰੇਲੂ ਕੰਮਾਂ ਕਾਰਾਂ ਦੇ ਵਿੱਚ ਹੱਥ ਵਟਾਉਂਦਾ। ਉਹ ਚੀਜ਼ਾਂ ਬੰਦ ਤਾਂ ਹੋਣੀਆਂ ਚਾਹੀਦੀਆਂ ਨਾ। ਆਪਾਂ ਇਹਨਾਂ ਦੇਸ਼ਾਂ ਦੀ ਗੱਲ ਕਰਦੇ ਹਾਂ, ਅਸੀਂ ਤਾਂ ਕਦੇ ਨਹੀਂ ਦੇਖਿਆ ਇੱਥੇ ਕਿਸੇ MLA MP ਦੇ ਨਾਲ, ਕਿਸੇ ਧਾਰਮਿਕ ਆਗੂ ਦੇ ਨਾਲ ਕੋਈ ਸੁਰੱਖਿਆ ਵਾਲੇ ਤੁਰੇ ਹੁਣ, ਅਸੀਂ ਕਦੇ ਨਹੀਂ ਦੇਖਿਆ। ਇੱਥੇ ਵੀ ਤਾਂ ਕੰਮਕਾਰ ਚੱਲਦੇ ਹੀ ਨਹੀਂ, ਇੱਥੇ ਵੀ ਘਟਨਾਵਾਂ ਹੋ ਜਾਂਦੀਆਂ, ਗੋਲੀਬਾਰੀ ਦੀਆਂ ਵੀ ਹੋ ਜਾਂਦੀਆਂ, ਕਤਲ ਵੀ ਹੋ ਜਾਂਦੇ ਆ, ਇੱਥੇ ਵੀ ਗੈਂਗਵਾਰ ਬਥੇਰੀ ਹੈ, ਇੱਥੇ ਵੀ ਨਸ਼ਾ ਹੈਗਾ ਇੱਕ ਸੀਮਿਤ ਮਾਤਰਾ ਤੱਕ। ਸੋ ਮੈਨੂੰ ਲੱਗਦਾ ਕਿ ਇਤਰਾਜ਼ ਨਹੀਂ ਬਹੁਤਾ ਕਰਨਾ ਚਾਹੀਦਾ। ਹਾਂ, ਇੰਨੀ ਗੱਲ ਜ਼ਰੂਰ ਹੈ ਕਿ ਜਿਹੜਾ ਬੰਦਾ ਕਰੋੜਪਤੀ ਹੈ, ਜਿਹੜਾ ਬੰਦਾ ਕਹਿੰਦਾ ਜੀ ਮੈਂ ਪੰਜਾਬ ਦਾ ਹਿਤੈਸ਼ੀ ਹਾਂ, ਅਸੀਂ ਪੰਜਾਬ ਦੇ ਲਈ ਆਹ ਕੰਮ ਕਰਤਾ, ਇਸ ਕਰਕੇ ਸਾਨੂੰ ਹੁਣ ਖਤਰਾ ਕਿਉਂਕਿ ਅਸੀਂ ਪੰਜਾਬ ਲਈ ਲੜੇ, ਠੀਕ ਹੈ। ਪਰ ਜੇ ਤੁਹਾਡੇ ਕੋਲ 4 ਪੈਸੇ ਹੈਗੇ ਆ, ਉਹ ਸੁਰੱਖਿਆ ਕਰਮਚਾਰੀਆਂ ਦੀ ਤਨਖਾਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾ ਦਿਆ ਕਰੋ, ਤਾਂ ਜੋ ਤੁਹਾਡਾ ਪੰਜਾਬ ਦੀ ਲੜਾਈ ਦਾ ਮਾਦਾ ਹੁਣ ਵੀ ਪਤਾ ਲੱਗੇ। ਜਥੇਦਾਰ ਸਾਹਿਬ ਸਤਿਕਾਰਯੋਗ ਨੇ, ਪਦਵੀ ਅਹੁਦਾ ਬਹੁਤ ਵੱਡਾ। ਹੁਣ ਉਹਨਾਂ ਦੇ 6 ਬੰਦੇ ਸੀ ਉਹਨਾਂ ਦੇ ਕੋਲ ਸੁਰੱਖਿਆ ਵਾਲੇ, 3 ਵਾਪਸ ਲੈ ਲਏ ਸੀ, 3 ਰਹਿਣ ਦਿੱਤੇ ਸੀ, ਉਹਨਾਂ ਨੇ 3 ਵੀ ਮੋੜਤੇ। ਸਰਕਾਰ ਨੇ ਫਿਰ ਦੇਖਿਆ ਉਹਨਾਂ ਨੇ 6 ਦੇ 6 ਵਾਪਸ ਕਰਤੇ। ਉਹ ਕਹਿੰਦੇ ਜੇ ਅਸੀਂ ਲੈਣੇ ਨਹੀਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਸੁਰੱਖਿਆ ਦਿੱਤੀ ਹੈ, ਬਹੁਤ ਚੰਗੀ ਗੱਲ। ਹਾਂ, ਡਿਸਪਿਊਟ ਨਹੀਂ ਪੈਦਾ ਹੋਣਾ ਚਾਹੀਦਾ। ਜੇ ਕਿਤੇ ਕੋਈ ਫੈਸਲਾ ਕਾਹਲੀ 'ਚ ਲੈ ਵੀ ਲਿਆ ਗਿਆ, ਦੁਬਾਰਾ ਸਮੀਖਿਆ ਕਰ ਲਓ, ਦੁਬਾਰਾ ਸੁਰੱਖਿਆ ਦੇ ਦਿਓ। ਹਾਂ, ਪਰ ਜਿਹੜੇ ਟੌਰ ਟੱਪੇ ਦੇ ਲਈ ਰਸੂਖ ਵਰਤ ਕੇ ਸੁਰੱਖਿਆ ਕਰਮਚਾਰੀ ਲੈਂਦੇ ਆ, ਬਿਲਕੁਲ 1 ਮਿੰਟ ਵੀ ਇੱਕ ਵੀ ਬੰਦਾ ਉਹਨੂੰ ਕੋਈ ਨਹੀਂ ਰਹਿਣਾ ਚਾਹੀਦਾ। ਨਹੀਂ, ਵੈਸੇ ਇੱਕ ਗੱਲ ਹੋਰ ਵੀ ਆ ਵੀ ਉਹ ਪ੍ਰਾਈਵੇਟ ਸਿਕਿਉਰਿਟੀ ਕੰਪਨੀਆਂ ਅੱਜ ਕੱਲ੍ਹ ਬਥੇਰੀਆਂ, ਆਪਣੇ ਕਈ ਆਪਾਂ ਕਲਾਕਾਰ ਭਰਾ ਦੇਖਦੇ ਹਾਂ ਜੀ, ਜੇ ਅਗਲੇ ਬੰਦੇ ਉਦੋਂ ਮੌਕੇ ਤੇ ਆਪਣੇ ਪੈਸੇ ਖਰਚ ਕੇ ਤੇ ਉਹ ਸੁਰੱਖਿਆ ਲੈ ਸਕਦੇ, ਤੇ ਫਿਰ ਜਿਹੜਾ ਬੰਦਾ ਮਤਲਬ ਅਫੋਰਡ ਕਰ ਸਕਦਾ ਉਸ ਹਿਸਾਬ ਨਾਲ ਜੇ ਟੌਰ ਹੀ ਬਣਾਉਣੀ ਹੈ ਤੇ ਫਿਰ ਬੰਦਾ ਪੱਲਿਓਂ ਬਣਾਵੇ ਨਾ। ਸੋ ਇਹ ਵੀ ਸੋਚ ਲੈਣਾ ਚਾਹੀਦਾ ਵੀ ਜਿਹੜਾ ਪੈਸਾ ਮੰਨ ਲਓ ਵੀ ਲੋਕਾਂ ਦੇ ਟੈਕਸ ਦਾ ਹੈਗਾ, ਉਹਦੇ ਲਈ ਜੇ ਕੋਈ ਮੁਲਾਜ਼ਮ ਹੈ ਤੇ ਉਹ ਮੁਲਾਜ਼ਮ ਘੱਟੋ ਘੱਟ ਉਹਨਾਂ ਦੇ ਲਈ ਕੰਮ ਕਰੇ ਜੀ। ਬਾਕੀ ਚਲੋ ਇਹ ਡਿਬੇਟ ਦਾ ਵਿਸ਼ਾ ਹੈ। ਆਪਣੇ ਤੌਰ ਤੇ ਸਰਕਾਰ ਕਹਿੰਦੀ ਵੀ ਅਸੀਂ ਠੀਕ ਕਰ ਲਿਆ, ਵਿਰੋਧੀਆਂ ਦਾ ਕੰਮ ਉਹ ਕਹਿੰਦੇ ਵੀ ਨਹੀਂ ਠੀਕ ਕੀਤਾ। ਮੇਰੇ ਖਿਆਲ ਨਾਲ ਇਹ ਤੀਜੀ ਚੌਥੀ ਵਾਰ ਹੋ ਗਿਆ ਜਦੋਂ ਇਹ ਸੁਰੱਖਿਆ ਵਾਲੀ ਗੱਲ ਹੋਈ ਹੈ। ਜਦੋਂ ਵੀ ਇਹ ਗੱਲ ਹੁੰਦੀ ਉਦੋਂ ਇੰਨਾ ਕਰੌਲਾ ਜਿੰਨਾ ਹੁਣ ਪਿਆ, ਇੰਨਾ ਕੁ ਪੈਂਦਾ ਜ਼ਰੂਰ ਹੈ, ਉਦੋਂ ਬਾਅਦ ਗੱਲ ਠੱਪੀ ਜਾਂਦੀ। ਸੰਧਾਲੀਆ ਸਾਹਿਬ, ਹੁਣ 2 ਖਬਰਾਂ ਆਪਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰਨੀਆਂ। ਇੱਕ ਤਾਂ ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਆਦਿੱਤਿਆਨਾਥ ਹੋਰਾਂ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ। ਉਹ ਫੈਸਲਾ ਗਿੱਟੇ ਲੱਗਦਾ ਕਿ ਗੋਡੇ ਲੱਗਦਾ ਕਿਸੇ ਦੇ, ਉਹ ਬਾਅਦ ਦੀ ਗੱਲ ਹੈ। ਉਹਨਾਂ ਨੇ ਕਹਿ ਦਿੱਤਾ ਕਿ ਰਾਤ ਦੀ ਜਿਹੜੀ ਡਿਊਟੀ ਹੈ ਦਫ਼ਤਰਾਂ ਦੇ ਵਿੱਚ, ਸਰਕਾਰੀ ਗੈਰ ਸਰਕਾਰੀ ਚਾਹੇ ਕੁਝ ਵੀ ਹੈ, ਉਹ ਔਰਤਾਂ ਦੀ ਡਿਊਟੀ ਨਹੀਂ ਲਈ ਜਾ ਸਕਦੀ। ਮੰਨ ਲਓ ਕਿ 24 ਘੰਟੇ ਕੰਮ ਚੱਲਦਾ ਕਿਸੇ ਆਫਿਸ ਦੇ ਵਿੱਚ, ਦਫ਼ਤਰ ਦੇ ਵਿੱਚ, ਕਿਉਂਕਿ ਔਰਤਾਂ ਨੇ ਕਹਿੰਦੇ ਜੀ ਘਰ ਸਾਂਭਣਾ ਹੁੰਦਾ, ਬੱਚੇ ਵੀ ਸਾਂਭਣੇ ਹੁੰਦੇ ਆ। ਅਜੇ ਤੱਕ ਵੀ ਭਾਰਤ ਦੇ ਵਿੱਚ ਜਿਸ ਤਰੀਕੇ ਦਾ ਸੱਭਿਆਚਾਰ ਹੈ, ਕੰਮ ਢੰਗ ਹੈ, ਔਰਤ ਦੇ ਸਿਰ ਤੇ ਹੀ ਘਰ ਹੁੰਦਾ।
ਤੇ ਔਰਤਾਂ ਨੂੰ ਆਪਾਂ ਬਰਾਬਰੀ ਦਾ ਦਰਜਾ ਦੇਣਾ। ਇਸ ਕਰਕੇ ਮੰਨ ਲਓ ਕਿਸੇ ਕੰਪਨੀ ਦੇ ਵਿੱਚ ਕੋਈ ਔਰਤ ਕੰਮ ਕਰਦੀ ਹੈ, ਇਦਾਂ ਨਹੀਂ ਕਿ ਉਹਨੂੰ ਅੱਜ ਸ਼ਾਮ ਨੂੰ ਆ ਗਿਆ ਸੁਨੇਹਾ ਕਿ ਭਾਈ ਅਗਲਾ 1 ਹਫ਼ਤਾ ਤੁਸੀਂ ਨਾਈਟ ਡਿਊਟੀ ਕਰਨੀ ਹੈ। ਉਹ ਕਹਿੰਦੇ ਨਾ, ਜੇ ਤਾਂ ਉਹ ਬੀਬੀ ਸਹਿਮਤ ਹੈ ਕਿ ਮੈਂ ਰਾਤ ਨੂੰ ਕੰਮ ਕਰਨ ਨੂੰ ਤਿਆਰ ਹਾਂ, ਫਿਰ ਤੁਸੀਂ ਉਹਦੀ ਡਿਊਟੀ ਲਾ ਸਕਦੇ ਹੋ। ਪਰ ਜੇ ਉਹ ਬੀਬੀ ਸਹਿਮਤ ਨਹੀਂ ਤਾਂ ਤੁਸੀਂ ਉਹ ਤੋਂ ਦਿਨ ਵੇਲੇ ਕੰਮ ਲੈਣਾ, ਤੇ ਤੁਸੀਂ ਇਸ ਕਰਕੇ ਉਹਨੂੰ ਕੰਮ ਤੋਂ ਵੀ ਨਹੀਂ ਕੱਢ ਸਕਦੇ ਕਿ ਉਹਨੇ ਰਾਤ ਨੂੰ ਕੰਮ ਕਰਨ ਤੋਂ ਇਨਕਾਰ ਕੀਤਾ। ਦੂਸਰਾ, ਉਹ ਕਹਿੰਦੇ ਜੇ ਰਾਤ ਨੂੰ ਉਹਨੇ ਕੰਮ ਕਰਨਾ, ਟੈਕਸੀ ਕੈਬ ਜਾਣੀ ਉਹਨੂੰ ਘਰ ਤੋਂ ਲਿਆਉਣ ਦਾ ਤੇ ਘਰ ਤੱਕ ਛੱਡ ਕੇ ਆਉਣ ਦਾ ਪ੍ਰਬੰਧ ਕੰਪਨੀ ਨੂੰ ਕਰਨਾ ਪਊਗਾ। ਉਹਦੀ ਸੁਰੱਖਿਆ ਦੀ ਜ਼ਿੰਮੇਵਾਰੀ ਜਿਹੜੀ ਹੈ। ਹੁਣ ਤੁਸੀਂ ਦੇਖੋ, ਹੋ ਸਕਦਾ ਕਿ ਬਹੁਤ ਸਾਰੇ ਕਾਰੋਬਾਰੀ ਕਹਿਣ ਕਿ ਭਾਈ ਇਹ ਤਾਂ ਬੋਝ ਹੈ, ਅਸੀਂ 24 ਘੰਟੇ ਕੰਮ ਚਲਾਉਣਾ, 3-3 ਸ਼ਿਫਟਾਂ 8-8 ਘੰਟੇ ਦੀਆਂ। ਇਦਾਂ ਤਾਂ ਸਾਡੇ ਅੱਧੇ ਕਰਮਚਾਰੀ ਜਿਹੜੇ ਬੀਬੀਆਂ ਦੇ ਨੇ ਉਹ ਕਹਿਣਗੇ ਅਸੀਂ ਰਾਤ ਨੂੰ ਕੰਮ ਨਹੀਂ ਕਰਨਾ, ਸਾਡੀ ਪ੍ਰੋਡਕਸ਼ਨ ਘਟ ਜੂ। ਪਰ ਦੂਸਰੇ ਪਾਸੇ ਆਪਾਂ ਨੂੰ ਇਹ ਵੀ ਪਤਾ ਹੈ ਕਿ ਆਪਣੇ ਅਜੇ ਸਾਰਾ ਕੁਝ ਉੱਦਾਂ ਦਾ ਨਹੀਂ ਹੈ ਕਿ ਬੰਦੇ ਦਾ ਕਈ ਚਾਹ ਦਾ ਕੱਪ ਨਹੀਂ ਬਣਾ ਕੇ ਪੀਂਦੇ। ਬੀਬੀਆਂ ਨੇ ਕੰਮ ਤੇ ਵੀ ਜਾਣਾ, ਪੜ੍ਹੀਆਂ ਲਿਖੀਆਂ, ਘਰੇ ਆ ਕੇ ਚਾਹ ਪਾਣੀ ਵੀ ਬਣਾਉਣਾ, ਨਿੱਕੇ ਨਿਆਣੇ ਵੀ ਤਿਆਰ ਕਰਨੇ, ਝਾੜੂ ਪੋਚਾ ਵੀ ਕਰਨਾ। ਜਾਣੀ ਬਹੁਤ ਸਾਰੇ ਲੋਕ ਨੇ ਜਿਹੜੇ ਸਾਥ ਦਿੰਦੇ ਹੋਣਗੇ, ਕੰਮ ਕਰਾਉਂਦੇ ਹੋਣਗੇ। ਪਰ ਕਈ ਬੰਦੇ ਹੈਗੇ ਆ ਉਹ ਮਾਂ ਦੇ ਆਟਿਆਂ ਉਹ ਆਕੜੇ ਰਹਿੰਦੇ ਕਿ ਨਾ ਭਾਈ ਉਹਨਾਂ ਦੀ ਡਿਊਟੀ ਹੈ। ਤੇ ਰਾਤ ਨੂੰ ਫਿਰ ਕਈ ਵਾਰੀ ਤਾਣਾ ਬਾਣਾ ਵਿਗੜ ਜਾਂਦਾ, ਬੱਚਿਆਂ ਦੇ ਨਾਲ ਜਿਹੜਾ ਮੇਲ ਜੋਲ ਉਹ ਘਟ ਜਾਂਦਾ। ਸੋ ਵੱਖੋ ਵੱਖਰੇ ਵਿਚਾਰ ਆਉਣਗੇ ਯੋਗੀ ਆਦਿੱਤਿਆਨਾਥ ਹੋਰਾਂ ਦੇ ਇਸ ਫੈਸਲੇ ਦੇ, ਪਰ ਬੀਬੀਆਂ ਸਵਾਗਤ ਕਰਨਗੀਆਂ। ਅਰੇ ਇਹ ਤਾਂ ਗੱਲ ਹੈਗੀ, ਪਰ ਮੈਨੂੰ ਲੱਗਦਾ ਵੀ ਦੂਸਰੇ ਪਾਸੇ ਉਹ ਦੂਜਾ ਰੌਲਾ ਵੀ ਪਾਉਣ ਵਾਲੇ ਜਿਹੜੇ ਬੰਦੇ ਹੁੰਦੇ ਉਹ ਕਹਿੰਦੇ ਵੀ ਆਹ ਦੇਖੋ ਜੀ, ਇਹ ਰਾਜ ਸੁਰੱਖਿਅਤ ਨਹੀਂ ਹੈਗਾ। ਰਾਜ ਸੁਰੱਖਿਅਤ ਨਹੀਂ ਹੈਗਾ, ਇਸੇ ਕਰਕੇ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਬੀਬੀਆਂ ਬਾਹਰ ਨਾ ਜਾਣ ਜੀ ਰਾਤ ਨੂੰ। ਹੁਣ ਐਂਗਲ ਆ, ਉਹਨਾਂ ਨੇ ਆਪਣੇ ਵੱਲੋਂ ਇਹ ਆਖਿਆ ਹੋਊਗਾ ਵੀ ਯਾਰ ਅਗਲਿਆਂ ਨੂੰ ਬੈਨੀਫਿਟ ਚਾਹੀਦਾ, ਜਾਂ ਬੀਬੀਆਂ ਦੀ ਸੁਰੱਖਿਆ ਚਾਹੀਦੀ, ਜਾਂ ਉਹਨਾਂ ਨੂੰ ਆਰਾਮ ਚਾਹੀਦਾ। ਦੂਸਰੇ ਪਾਸੇ ਵਿਰੋਧੀਆਂ ਨੇ ਉਹਨੂੰ ਇਹ ਵੀ ਐਂਗਲ ਦੇ ਲਿਆ, ਉਹ ਕਹਿੰਦੇ ਵੀ ਯਾਰ ਇਹ ਤਾਂ ਫਿਰ ਗੱਲ ਉਹੀ ਹੋਗੀ ਨਾ ਵੀ ਇਹਦਾ ਮਤਲਬ ਸੁਰੱਖਿਆ ਨਹੀਂ ਹੈਗੀ ਉਹਨਾਂ ਦੀ, ਵੀ ਤੁਸੀਂ ਘਰੋਂ ਬਾਹਰ ਨਹੀਂ ਨਿਕਲਣਾ ਬਿਲਕੁਲ ਵੀ। ਹੁਣ ਦੋਵਾਂ ਚੋਂ ਕਿਹੜੀ ਚੀਜ਼ ਸਹੀ ਆ ਕਿਹੜੀ ਗਲਤ ਆ? ਮੈਨੂੰ ਲੱਗਦਾ ਇਹਨੂੰ ਮਹੀਨਾ ਡੇਢ ਮਹੀਨਾ ਜਦੋਂ ਇੰਪਲੀਮੈਂਟ ਹੋ ਗਿਆ ਇਹ ਫੈਸਲਾ, ਉਹਦੇ ਤੋਂ ਬਾਅਦ ਪ੍ਰੈਕਟੀਕਲੀ ਇਹਦੇ ਨਾਲ ਕੀ ਅਸਰ ਪੈਂਦਾ ਉਹਦੇ ਤੋਂ ਬਾਅਦ ਪਤਾ ਲੱਗ ਸਕਦਾ। ਪਰ ਹਾਂ, ਇਹ ਵੀ ਕਿਸੇ ਦੇ ਦਿਮਾਗ 'ਚ ਆ ਸਕਦੀ ਗੱਲ ਵੀ ਯਾਰ ਯੂਪੀ ਦੇ ਵਿੱਚ ਕਿਤੇ ਕਿੰਨੇ ਕੁ ਕੰਮ ਹੋਣੇ ਆ ਵੀ ਮਤਲਬ ਵੀ ਰਾਤ ਨੂੰ ਕੰਮ। ਯੂਪੀ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਸ਼ਹਿਰ ਆ ਜੀ, ਬਹੁਤੇ ਦੂਰ ਆਪਾਂ ਨਹੀਂ ਜਾਣ ਰਹੇ। ਦਿੱਲੀ ਦੇ ਲਾਗਲੇ ਸ਼ਹਿਰਾਂ ਦੀ ਤੁਸੀਂ ਗੱਲ ਕਰ ਲਓ ਵੀ ਜਿੱਥੇ ਲਗਭਗ ਜੇ ਤੁਸੀਂ ਦਿੱਲੀ ਤੇ ਯੂਪੀ, ਕਦੋਂ ਤੁਸੀਂ ਯੂਪੀ 'ਚ ਵੜ ਗਏ ਹੋ, ਕਦੋਂ ਤੁਸੀਂ ਦਿੱਲੀ ਜਾ ਗਏ ਹੋ, ਤੇ ਕਦੋਂ ਕਿੱਥੇ ਕਿਹੜਾ ਕੰਮ ਚੱਲਦਾ ਨਹੀਂ ਪਤਾ ਲੱਗਦਾ। ਉਹਨਾਂ ਦਫ਼ਤਰਾਂ ਦੇ ਵਿੱਚ ਉਹ ਹਜ਼ਾਰਾਂ ਦਫ਼ਤਰ ਹੋਣਗੇ, ਜਿਹਦੇ ਹਜ਼ਾਰਾਂ ਉਹ ਕੰਮ ਹੋਣਗੇ ਜਿਹੜੇ ਕਿ ਕੀਤੇ ਜਾਂਦੇ, ਲੇਟ ਨਾਈਟ ਸ਼ਿਫਟਾਂ ਵੀ ਹੁੰਦੀਆਂ, ਉੱਥੇ ਡੈਫੀਨੇਟਲੀ ਫਰਕ ਪਊਗਾ। ਤੇ ਮੇਰੇ ਖਿਆਲ ਨਾਲ ਉਹਦਾ ਅਸਰ ਬਾਕੀ ਸੂਬਿਆਂ ਦੇ ਵਿੱਚ ਦੇਖ ਕਿਹੋ ਜਿਹਾ ਪੈਂਦਾ ਇਹ ਵੀ ਸਮਾਂ ਦੱਸੂ। ਨਹੀਂ ਜੀ, ਫਰਕ ਪਊਗਾ, ਕਿਉਂਕਿ ਜੇ ਅਸੀਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇੱਕ ਦੂਜੇ ਤੋਂ ਦੇਖ ਕੇ ਲਾਗੂ ਕਰ ਲੈਂਦੇ ਹਾਂ, ਜੇ ਅਸੀਂ ਬਿਜਲੀ ਦੀ ਸਬਸਿਡੀ ਜਾਂ ਮੁਫਤ ਬਿਜਲੀ ਇੱਕ ਦੂਜੇ ਨੂੰ ਦੇਖ ਕੇ ਲਾਗੂ ਕਰ ਲੈਂਦੇ ਹਾਂ, ਜੇ ਅਸੀਂ ਸਾਰਾ ਹੀ ਕਰਜ਼ਾ ਮਾਫ ਕਰਨ ਦਾ ਵਾਅਦਾ ਇੱਕ ਦੂਜੇ ਨੂੰ ਦੇਖ ਕੇ ਕਰ ਲੈਂਦੇ ਹਾਂ, ਤਾਂ ਫਰਕ ਤਾਂ ਪਊਗਾ ਹੀ ਨਾ, ਕਿਉਂਕਿ ਕਾਪੀ ਪੇਸਟ ਦੀ ਆਦਤ ਤਾਂ ਹੈਗੀ ਆ। ਹਾਂ, ਸਾਰੇ ਪੱਖ ਵਿਚਾਰ ਕੇ ਚੰਗੇ ਤਰੀਕੇ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਭਾਈ ਉੱਥੇ ਚੋਣਾਂ ਨੂੰ ਦੇਖ ਕੇ ਫੈਸਲਾ ਕੀਤਾ, ਕਿਉਂ ਵੋਟਾਂ ਤਾਂ ਹੁਣ ਪੈ ਗਈਆਂ, ਅਜੇ ਮਹੀਨੇ 3 ਵੀ ਨਹੀਂ ਹੋਏ ਨਾ। ਸੋ ਵੱਖ-ਵੱਖ ਪੱਖ ਨੇ, ਵਿਚਾਰ ਨੇ, ਜ਼ਰੂਰੀ ਨੇ। ਬਾਕੀ ਸੰਧਾਲੀਆ ਸਾਹਿਬ ਪਿਛਲੇ ਦਿਨੀ ਇੱਕ ਫਲਾਈਟ ਸੀ ਰਾਂਚੀ ਤੋਂ ਹੈਦਰਾਬਾਦ ਜਾਣੀ ਸੀ, ਉਹਦੇ ਵਿੱਚ ਯਾਤਰੀ ਚੜ੍ਹ ਰਿਹਾ ਹਵਾਈ ਜਹਾਜ਼, ਤੇ ਇੱਕ ਬੱਚਾ ਦਿਵਿਆਂਗ ਸੀ ਥੋੜਾ, ਉਹ ਮਾਂ-ਬਾਪ ਦੇ ਨਾਲ ਜਾ ਰਿਹਾ। ਹੁਣ ਜੇ ਕੋਈ ਬੱਚਾ ਅੰਗਹੀਣ ਹੈ ਜਾਂ ਕੋਈ ਵੀ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਸਰੀਰਕ ਤੌਰ ਦੇ ਉੱਤੇ ਕੋਈ ਘਾਟ ਹੈ, ਉਹਦਾ ਇਤਰਾਜ਼, ਉਹਦਾ ਤਾਂ ਨਹੀਂ ਕਸੂਰ ਨਾ ਇਹਦੇ ਵਿੱਚ। ਉਹ ਆਪਣੇ ਯਤਨਾਂ ਦੇ ਕਰਕੇ ਤਾਂ ਨਹੀਂ ਇਦਾਂ ਹੋਇਆ, ਜਾਂ ਉਹਨੇ ਬਾਈ ਚੁਆਇਸ ਤਾਂ ਨਹੀਂ ਆਪਣੇ ਆਪ ਨੂੰ ਇਦਾਂ ਕੀਤਾ। ਬੜੀ ਚਰਚਿਤ ਹੋਈ ਸੀ ਇਹ ਖਬਰ ਕੁਝ ਦਿਨ ਪਹਿਲਾਂ ਕਿ ਉਹਨੂੰ ਚੜਾਇਆ ਨਹੀਂ ਗਿਆ, ਉਹਨੂੰ ਲਾ ਦਿੱਤਾ ਗਿਆ ਕਿ ਭਾਈ ਨਹੀਂ, ਇਹਦੇ ਨਾਲ ਬਾਕੀ ਯਾਤਰੀ ਥੋੜ੍ਹਾ ਜਿਹਾ ਅਸਹਿਜ ਮਹਿਸੂਸ ਕਰਦੇ ਆ। ਬਾਕੀ ਯਾਤਰੀਆਂ ਨੇ ਵੀ ਉਦੋਂ ਕਿਹਾ ਸੀ ਕਿ ਨਹੀਂ, ਸਾਨੂੰ ਕੋਈ ਇਤਰਾਜ਼ ਨਹੀਂ ਹੈ, ਤੁਸੀਂ ਬੱਚੇ ਨੂੰ ਚੜ੍ਹਨ ਦਿਓ, ਬੱਚੇ ਦਾ ਇਹਦੇ ਵਿੱਚ ਕੀ ਕਸੂਰ ਹੈ। ਪਰ ਚਲੋ, ਪਤਾ ਨਹੀਂ ਕਿਹੜੇ ਨਿਯਮ ਕਿਹੜੇ ਕਾਨੂੰਨ ਹੋਣੇ ਆ, ਉਹਨਾਂ ਨੇ ਬੱਚਾ ਚੜ੍ਹਨ ਨਹੀਂ ਦਿੱਤਾ। ਟਵੀਟ ਹੋ ਗਿਆ, ਜੋਤਿਰਾਦਿੱਤਿਆ ਸਿੰਧੀਆ ਮਿਨਿਸਟਰ ਨੇ, ਉਹਨਾਂ ਤੱਕ ਵੀ ਗੱਲ ਪਹੁੰਚੀ। ਹੁਣ 5 ਲੱਖ ਰੁਪਏ ਦਾ ਜੁਰਮਾਨਾ ਕੀਤਾ ਇੰਡੀਗੋ ਏਅਰਲਾਈਨ ਨੂੰ ਕਿ ਭਾਈ ਤੁਸੀਂ ਉਸ ਬੱਚੇ ਨੂੰ ਚੜ੍ਹਨ ਕਿਉਂ ਨਹੀਂ ਦਿੱਤਾ। ਉਹਨਾਂ ਨੇ ਬਥੇਰਾ ਕਿਹਾ, ਉਹ ਕਹਿੰਦੇ ਜੀ ਦੇਖੋ, ਉਹ ਬੱਚਾ ਜਿਹੜਾ ਥੋੜਾ ਡਰ ਰਿਹਾ ਸੀ, ਅਸੀਂ ਇਸ ਕਰਕੇ ਕਿ ਬਾਕੀ ਯਾਤਰੀ ਅਸਹਿਜ ਮਹਿਸੂਸ ਕਰਨਗੇ। ਫਿਰ ਉਹ ਕਹਿੰਦੇ ਜੀ ਅਸੀਂ ਹੋਟਲ 'ਚ ਵੀ ਰੱਖਿਆ ਉਹਨੂੰ, ਅਸੀਂ ਦੂਜੇ ਦਿਨ ਚੜ੍ਹਾ ਵੀ ਦਿੱਤਾ, ਇਹ ਨਹੀਂ ਕਿ ਅਸੀਂ ਉਹਨੂੰ ਘਰ ਨੂੰ ਤੋਰ ਦਿੱਤਾ ਸੀ। ਪਰ ਉਹ ਕਹਿੰਦੇ ਨਹੀਂ, 5 ਲੱਖ ਜੁਰਮਾਨਾ, ਕਾਰਨ ਦੱਸੋ ਨੋਟਿਸ, ਤਾਂ ਜੋ ਭਵਿੱਖ ਦੇ ਵਿੱਚ ਕਿਸੇ ਦੇ ਵੀ ਅਧਿਕਾਰਾਂ ਦਾ ਹਨਨ ਨਾ ਹੋ ਸਕੇ। ਸੰਧਾਲੀਆ ਸਾਹਿਬ, ਮੈਂ ਕਹਿੰਦਾ ਸੋਸ਼ਲ ਮੀਡੀਆ ਦੀ ਤਾਕਤ ਹੈ। ਉਸ ਬੱਚੇ ਦੇ ਉੱਤੇ ਸਾਰੀ ਉਮਰ ਬੋਝ ਰਹਿਣਾ ਸੀ, ਮਨ ਦੇ ਵਿੱਚ ਗੰਢਾਂ ਵੱਜੀਆਂ ਰਹਿਣੀਆਂ ਸੀ। ਪਰ ਚਾਹੇ ਕੋਈ ਬੰਦਾ ਕਿਸੇ ਕੰਪਨੀ ਦਾ CEO ਹੈ, ਚਾਹੇ ਕੋਈ EMPLOYEE ਹੈ, ਮੈਨੇਜਰਲ ਪੋਸਟ ਦੇ ਉੱਤੇ ਹੈ, ਮਨੁੱਖੀ ਕਦਰਾਂ ਕੀਮਤਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਚਾਹੀਦਾ, ਇੱਕ ਦੂਜੇ ਦਾ ਸਾਥ ਦੇ ਕੇ ਹੌਸਲਾ ਵਧਾਉਣਾ ਚਾਹੀਦਾ, ਇੱਦਾਂ ਦੇ ਕੰਮ ਨਹੀਂ ਕਰਨੇ ਚਾਹੀਦੇ। ਇਹ ਗੱਲ ਠੀਕ ਆ। ਇੱਕ ਮੈਂ ਤੁਸੀਂ ਦੇਖੋ ਵੀ ਹੈ ਤਾਂ ਗੱਲ ਪਤਾ ਨਹੀਂ ਕਿੱਦਾਂ ਦੀ ਲੱਗੇ ਕਿੱਦਾਂ ਦੀ ਨਾ ਲੱਗੇ, ਬੜੀ ਚਰਚਾ 'ਚ ਆ ਜੀ। ਉਹ ਕਹਿੰਦੇ ਸ਼ਾਹਰੁਖ ਖਾਨ ਸਾਹਿਬ ਦਾ ਬੰਗਲਾ ਮੰਨਤ ਹੈ ਨਾ ਉੱਥੇ ਮੁੰਬਈ ਕੰਢੇ 'ਤੇ, ਉੱਥੇ ਲਿਖਿਆ ਮੰਨਤ, ਉਹਦੇ ਥੱਲੇ ਨਾਲ ਲਿਖਿਆ ਲੈਂਡਸ ਐਂਡ, ਯਾਨੀ ਕਿ ਵੀ ਜ਼ਮੀਨ ਜਿਹੜੀ ਉਹਦੀ ਉਹ ਮੁੱਕ ਗਈ, ਇੱਥੇ ਗਾਂ ਹੁਣ ਸਮੁੰਦਰੀ ਆ। ਉੱਥੇ ਲੋਕ ਜਾਂਦੇ ਆ ਜੀ ਵੀ ਫੋਟੋਆਂ ਖਿਚਾਉਣੀਆਂ, ਫੋਟੋਆਂ ਲਵਾਉਣੀਆਂ, ਤੇ ਹੁਣ ਕਹਿੰਦੇ ਵੀ ਉਹ ਨਾ
ਜਿਹੜਾ ਬੋਰਡ ਜਿਹਾ ਲੱਗਿਆ ਮੰਨਤ ਦਾ ਉਹ ਲਾਤਾ। ਕਿਸੇ ਪੁੱਛਿਆ ਵੀ ਗੱਲ ਕੀ ਹੋਈ, ਕਹਿੰਦੇ ਉਹਦੇ 'ਚ ਹੀਰੇ ਲੱਗੇ ਆ, 25 ਲੱਖ ਦਾ ਖਨੀ ਬੋਰਡ ਹੀ ਆ, ਉਹ ਹੀਰਾ ਡਿੱਗ ਪਿਆ ਕਿਤੇ ਤੇ ਤਾਂ ਕਰਕੇ ਉਹਨਾਂ ਨੇ ਲਾ ਕੇ ਰੱਖ ਲਿਆ। ਦੇਖੋ ਸੰਧਾਲੀਆ ਸਾਹਿਬ ਮੌਜਾਂ ਹੀ ਨੇ, ਬੋਰਡ 'ਚ ਵੀ ਹੀਰੇ ਲੱਗੇ। ਹਾਂ ਬੋਰਡ 'ਚ ਵੀ ਤੁਸੀਂ ਦੇਖੋ ਕਿ ਦਰਵਾਜ਼ੇ ਦੇ ਨਾਲ ਉਹ ਪੱਥਰ ਜਿਹਾ ਲੱਗਾ, ਪੱਥਰ ਦੇ ਵਿੱਚ ਹੀਰੇ। ਤਾਂ ਕਈ ਇਦਾਂ ਦੇ ਵੀ ਲੋਕ ਨੇ ਜਿਨ੍ਹਾਂ ਦੇ ਘਰ ਨੂੰ ਦਰਵਾਜ਼ਾ ਲਾਉਣ ਦੀ ਹਿੰਮਤ ਨਹੀਂ, ਉਦਾਂ ਹੀ ਖੁੱਲ੍ਹਾ ਹੀ ਹੁੰਦਾ ਕੰਮ। ਬੜੀ ਵਾਰੀ ਆਪਾਂ ਦੇਖਿਆ ਕਿ ਪੱਲੀ ਲਾਈ ਹੁੰਦੀ ਆ। ਇਹ ਪਿੰਡਾਂ ਦੇ ਵਿੱਚ ਆਮ ਚੱਲਦਾ ਸੀ ਕੰਮ ਕਿ ਚਾਰ ਦੀਵਾਰੀ ਕਰ ਲਓ, ਚਲੋ ਕੋਈ ਗੱਲ ਨਹੀਂ, ਕੌਲੇ ਕੱਢ ਲਓ ਤੇ ਕੌਲਿਆਂ ਦੇ ਵਿੱਚ ਇਹਦਾ ਇੱਟਾਂ ਛੱਡ ਕੇ ਥਾਂ ਰੱਖ ਲੈਣਾ ਕਿ ਇੱਥੇ ਕੁੰਡੇ ਵਸਾਵਾਂ ਗੇਟ ਦੇ, ਤੇ ਜਿੰਨੀ ਦੇਰ ਫਿਰ ਉਹ ਨਹੀਂ ਲੱਗਦਾ ਉਨੀ ਦੇਰ ਪੱਲੀ ਮੇਖਾਂ, ਇੱਕ ਮੇਖ ਇੱਧਰ ਇੱਕ ਇੱਧਰ, ਪੱਲੀ ਲਾ ਲੈਣੀ, ਬੋਰੀਆਂ ਹੀ ਲਾ ਲੈਣੀਆਂ, ਹੋਰ ਕੀ ਕਰਨਾ। ਨਹੀਂ ਲਾ ਲੈਣੇ ਕਿ ਹੁਣ ਵੀ ਲੱਗਦੀਆਂ ਮੰਨ ਲਓ ਜੇ ਆਪਾਂ ਉਹ ਕਹਿੰਦਾ ਵੀ ਹਾਂ ਇਹ ਨਾ ਫਿਰ ਪੁੱਤ ਅਸੀਂ ਹੁਣ ਫਿਰ ਕੋਠੀ ਨਵੀਂ ਬਣਾ ਲਈ, ਕੋਠੀ ਤੇ ਬਣਾ ਲਈ ਮਾਤਾ ਚਾਦਰਾਂ ਤਾਣੀ, ਫਿਰ ਪੁੱਤ ਹੁਣ ਹੌਲੀ ਹੌਲੀ ਗਾਂ ਕਰਾਂਗੇ ਹੁਣ ਅਗਲੀ, ਹੈ ਨਾ। ਉਹ ਕੰਮ ਤੇ ਅਜੇ ਵੀ ਚੱਲਦਾ। ਕਿੱਥੇ ਦੇਖੋ ਵੀ ਮਤਲਬ ਬੂਹਾ ਲਾਉਣ ਲਈ ਆਪਾਂ ਉਡੀਕ ਕਰਦੇ ਹਾਂ, ਕਿੱਥੇ ਅਗਲੇ ਨੇ ਬੂਹੇ ਦੇ ਨਾਲ ਬੋਰਡ ਦੇ ਉੱਪਰ ਹੀਰੇ ਮੜੇ। ਨਹੀਂ ਵੱਡੀਆਂ ਗੱਲਾਂ ਨੇ ਸੰਧਾਲੀਆ ਸਾਹਿਬ। ਪਿਛਲੇ ਦਿਨੀ ਚਲੋ ਉਹਨਾਂ ਰਾਹਤ ਦੀ ਖਬਰ ਤਾਂ ਮਿਲੀ ਹੈ, ਆਰੀਅਨ ਉਹਨਾਂ ਦਾ ਬੇਟਾ ਹੀ ਹੈ ਸ਼ਾਹਰੁਖ ਖਾਨ ਦਾ, ਉਹ ਪਿਛਲੇ ਦਿਨੀ ਉਹ ਤੇ ਕੇਸ ਕੂਸ ਜਿਹਾ ਪਾਤਾ ਸੀ, ਚੱਕ ਕੇ ਅੰਦਰ ਬਾਹਰ ਜੀ, ਦੋਨੇ ਪਿਓ ਪੁੱਤ ਭੁੱਬਾ ਮਾਰ ਕੇ ਰੋਂਦੇ ਸੀ ਜਦੋਂ ਇੱਕ ਦੂਜੇ ਨੂੰ ਮਿਲੇ ਸੀ। ਹੁਣ ਕਹਿੰਦੇ ਜੀ ਸਬੂਤ ਹੀ ਕੋਈ ਨਹੀਂ ਲੱਭਾ, ਕਿੰਨੇ ਅਫਸਰ ਵੀ ਸਸਪੈਂਡ ਹੋ ਗਿਆ ਕਿ ਪੈਸੇ ਟਕੇ ਝਾੜਨ ਨੂੰ ਫਿਰਦੇ ਸੀ। ਕੌਣ ਸਹੀ ਹੈ ਕੌਣ ਗਲਤ, ਪਰ ਇਦਾਂ ਦੇ ਕੰਮ ਜਿਹੜੇ ਆ ਕਦੇ ਕਦੇ ਤੰਗੀ ਦਿੰਦੇ ਆ। ਪਰ ਤੰਗੀ ਇੱਕ ਅੱਜ ਕੱਲ੍ਹ ਬਹੁਤ ਚਿਰ ਦੀ ਚੱਲਦੀ ਹੈ ਤੇ ਲੋਕ ਫਿਰ ਚਰਚਾ 'ਚ ਨੇ। ਮੇਰਾ ਖਿਆਲ ਇੱਕ ਸਕੀਮ ਜੀ ਆਈ ਸੀ ਜਿਹੜੀ ਇੱਕ ਗਰੁੱਪ ਦੀ, ਤੇ ਉਹਦੇ 'ਚ ਹਰੇਕ ਬੰਦੇ ਨੇ ਇਸੇ ਲਾਲਚ ਦੇ ਵਿੱਚ ਆਪਣੇ ਵੀ ਆਪਣੇ ਰਿਸ਼ਤੇਦਾਰਾਂ ਦੇ ਵੀ ਪੈਸੇ ਲਾ ਲਏ ਵੀ ਵੱਧ ਜਾਣੇ। ਇੱਕ ਤਾਂ ਇਹ ਬੜਾ ਨਾ ਇਹੋ ਜਿਹਾ ਕੰਮ ਚੱਲਦਾ ਵੀ ਰਾਤੋਂ ਰਾਤ ਕੋ ਆਖਦੇ ਨਾ ਵੀਰ ਤੂੰ 100 ਲਾਉਣਾ, 100 ਤੈਨੂੰ ਨਾਲ ਹੀ ਆ ਜਾਣਾ। ਅੱਛਾ 200, ਫਿਰ ਬੰਦਾ ਸੋਚਦਾ ਓਕੇ ਮੈਂ 500 ਲਾਵਾਂ, ਫਿਰ 500 ਨਾਲ ਆਊ, ਤੂੰ 1000 ਲਾ ਤੈਨੂੰ 1000 ਦੇ ਨਾਲ 1000 ਆਊਗਾ। ਉਹ ਇੱਥੋਂ ਗੱਲ ਸ਼ੁਰੂ ਹੁੰਦੀ ਜਦੋਂ ਮਤਲਬ ਲੱਖਾਂ 'ਚ ਇਨਵੈਸਟ ਕਰ ਲੈਂਦਾ, ਫਿਰ ਨਾ ਕੰਪਨੀ ਲੱਭਦੀ ਹੈ ਤੇ ਨਾ ਉਹ ਲੱਖ ਨਾਲ ਹੀ ਜੁੜ ਕੇ ਆਉਂਦਾ। ਇਹੋ ਜਿਹੇ ਕੰਮ ਦੀ ਹੁਣ ਚਰਚਾ ਤਾਂ ਹੈਗੀ ਆ, ਬਾਕੀ ਉਹ ਪੈਸੇ ਮਿਲਦੇ ਆ ਨਹੀਂ ਮਿਲਦੇ। ਇਹ ਤੁਸੀਂ ਸੋਸ਼ਲ ਮੀਡੀਆ ਤੋਂ ਗੱਲ ਚਲਾਈ, ਮੈਂ ਤਾਂ ਉਹ ਚਰਚਾ ਕੀਤੀ ਵੀ ਸੋਸ਼ਲ ਮੀਡੀਆ 'ਤੇ ਵੀ ਅੱਜ ਕੱਲ੍ਹ ਬੜੀ ਚਰਚਾ ਹੈ ਵੀ ਮਾਰੇ ਪੈਸੇ ਦੇ ਦਿਓ ਸਾਡੇ। ਦੇਖੋ ਲੱਖਾਂ ਬੰਦੇ ਨੇ ਜਿਹੜੇ ਪਰਲਸ ਗਰੁੱਪ ਤੋਂ ਪੈਸੇ ਭਾਲਦੇ ਆ, ਉਹ ਕਹਿੰਦੇ ਜੀ ਸਾਡਾ ਕਸੂਰ ਕੀ ਆ ਦੱਸ ਦਿਓ। ਬੜੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬੰਦੇ ਸੀ ਏਜੰਟ ਦੇ ਰੂਪ ਦੇ ਵਿੱਚ, ਉਹ ਵੀ ਤੰਗ ਪਰੇਸ਼ਾਨ ਨੇ। ਤੇ ਨਿਰਮਲ ਸਿੰਘ ਭੰਗੂ ਹੋਰੀ ਤਾਂ ਆਪਾਂ ਨੂੰ ਪਤਾ ਹੈ ਕਿ ਕਾਨੂੰਨੀ ਸੰਕਟ ਦੇ ਵਿੱਚ ਨੇ। ਲੋਕਾਂ ਨੂੰ ਆਸ ਇਸ ਕਰਕੇ ਵੀ ਆ ਕਿ ਭਗਵੰਤ ਮਾਨ ਸਾਹਿਬ ਹੁਣ ਮੁੱਖ ਮੰਤਰੀ ਨੇ, ਉਹ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਪੈਸੇ ਦਵਾਵਾਂਗੇ ਕਿਉਂਕਿ ਮਸਲਾ ਅਦਾਲਤ ਦੇ ਵਿੱਚ ਹੈ, ਕਦੋਂ ਪੈਸੇ ਮਿਲਦੇ ਆ ਕਦੋਂ ਨਹੀਂ ਮਿਲਦੇ। ਪਰ ਇੰਨੀ ਗੱਲ ਦਾ ਖਿਆਲ ਜ਼ਰੂਰ ਰੱਖਣਾ ਕਿ ਹਰ ਸਕੀਮ ਮਾੜੀ ਨਹੀਂ ਹੁੰਦੀ, ਪਰ ਜਦੋਂ ਵੀ ਕੋਈ ਨਵੀਂ ਸਕੀਮ ਆਉਂਦੀ ਹੈ ਜਿਹਦੇ ਵਿੱਚ ਤੁਹਾਨੂੰ ਈਜ਼ੀ ਮਨੀ, ਆਸਾਨ ਪੈਸੇ ਵੱਧ ਗਿਣਤੀ ਦੇ ਵਿੱਚ ਮਿਲਣ ਦੀ ਗੱਲ ਹੋਵੇ, ਬਹੁਤ ਚੰਗੇ ਤਰੀਕੇ ਘੋਖ ਪੜਤਾਲ ਲਿਓ ਕਿ ਸਕੀਮ ਦਿਖਾ ਕੇ ਕੋਈ ਤੁਹਾਨੂੰ ਸਕੀਮ ਲਾਉਣ ਨੂੰ ਤਾਂ ਨਹੀਂ ਫਿਰਦਾ। ਹਾਂ ਬਹੁਤਾ ਕਰਕੇ ਇਦਾਂ ਹੁੰਦਾ ਬਹੁਤਾ ਕਰਕੇ ਇਦਾਂ ਹੁੰਦਾ ਵੀ ਜਿਹੜਾ ਆਪਾਂ ਕਹਿੰਦੇ ਵੀ 100 ਲਾਇਆ ਤੇ 100 ਦੇ ਨਾਲ ਇੱਕ 100 ਹੋਰ ਦੇ ਦੂਗਾ। ਜੇ ਦੁਨੀਆ ਦੇ ਵਿੱਚ ਬਹੁਤ ਵੱਡੇ ਜਿਹੜੇ ਇਨਵੈਸਟਰ ਨੇ ਜਾਂ ਬੜੀਆਂ ਬੜੀਆਂ ਬੈਂਕਾਂ ਨੇ ਜਾਂ ਜਿਹੜੀਆਂ ਹੋਰ ਮੰਨ ਲਓ ਵੀ ਕੋਈ ਵੀ ਕੰਪਨੀਆਂ ਨੇ, ਜੇ ਉਹ ਗੱਲ ਕਰਦੀਆਂ ਨੇ ਵੀ ਕੋਈ 2 4 5 10 15% ਤੋਂ ਵੱਧ ਵੀ ਉਹਦੇ 'ਚੋਂ ਮੁਨਾਫਾ ਨਹੀਂ ਹੋ ਸਕਦਾ ਜਾਂ ਇਹ ਉਹ ਨਹੀਂ ਹੋ ਸਕਦਾ, ਤੇ ਫਿਰ ਐਸੀ ਕਿਹੜੀ ਗੱਲ ਹੈ ਵੀ ਜਿਹੜਾ 100 ਦਿੱਤਾ ਤੇ ਨਾਲ ਹੀ 100 ਜਿਹੜੇ ਤੁਹਾਨੂੰ ਮੋੜ ਦੇਣਾ, ਉਹਨੇ ਕਿਹੜੀ ਫੈਕਟਰੀ ਲਾਈ। ਫੋਟੋਕਾਪੀ ਕਿੱਦਾਂ ਹੋ ਜਾਂਦੀ ਹੈ। ਬਚ ਕੇ ਭਾਈ। ਚਲਿਏ ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਦੀ ਸਮਾਪਤੀ। ਤੁਸੀਂ ਆਪਣੀ ਫੀਡਬੈਕ ਭੇਜਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।